ਲਾਪਰਵਾਹ ਹੁੰਦੇ ਨੇ ਉਹ ਜ਼ਰੂਰ ਆ ਕੇ ਕਿਸੇ ਨਾ ਕਿਸੇ ਮੇਰੇ ਇਸ ਦੁੱਖ ਦੇ ਵਿੱਚ ਪੀੜਾ ਚ ਗੁਲਾਮੀ ਦੇ ਵਿੱਚ ਫਸੇ ਰਹਿੰਦੇ ਆ। ਉਹ ਤੇ ਉਹਨਾਂ ਦੇ ਘਰਾਣੇ ਬਚਾਏ ਨਹੀਂ ਜਾਂਦੇਗੇ। ਪਰ ਜਿਹੜਾ ਇਨਸਾਨ ਸਿਰਫ ਔਰ ਸਿਰਫ ਪਰਮੇਸ਼ਰ ਦੇ ਵਚਨ ਦੇ ਵੱਲ ਧਿਆਨ ਦਿੰਦਾ ਆ, ਜ਼ਰੂਰ ਆ ਕੇ ਉਹਦੇ ਜੀਵਨ ਚ ਵੱਡੀ ਆਸ਼ੀਸ਼ ਆਵੇਗੀ, ਜ਼ਰੂਰ ਆ ਕੇ ਉਹਦੀ ਜ਼ਿੰਦਗੀ ਦੇ ਵਿੱਚ ਮੁਕਤੀ ਹੋਵੇਗੀ। ਇਸ ਲਈ ਇਹ ਜਿਹੜਾ ਬੰਦਗੀ ਦਾ ਹਿੱਸਾ ਆ, ਵਚਨ ਬੰਦਗੀ ਦਾ ਉਹ ਹਿੱਸਾ ਆ ਜਿਹਦੇ ਵਿੱਚੋਂ ਅਸੀਂ ਆਪਣੇ ਜੀਵਨ ਦੀ ਹਰ ਖੁਸ਼ੀ ਪਾ ਲੈਣੀ ਆ। ਇਸ ਹਿੱਸੇ ਦੇ ਵਿੱਚੋਂ ਅਸੀਂ ਪਰਮੇਸ਼ਰ ਦੇ ਨਾਲ ਆਪਣਾ ਰਿਸ਼ਤਾ ਗੂੜਾ ਕਰ ਲੈਣਾ ਆ। ਇਸ ਬਚਨ ਵਾਲੇ ਹਿੱਸੇ ਦੇ ਵਿੱਚੋਂ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਲਾਇਕ ਬਣਾ ਲੈਣਾ ਆ। ਇਹ ਉਹ ਹਿੱਸਾ ਆ ਜਿਸ ਹਿੱਸੇ ਦੇ ਵਿੱਚ ਅਸੀਂ ਪਰਮੇਸ਼ਰ ਦੀਆਂ ਬਰਕਤਾਂ ਨੂੰ ਪਾਉਣ ਦੇ ਰਾਜ ਮੇਰੇ ਜਾਣ ਲਵਾਂਗੇ। ਹਾਲੇਲੂਇਆ। ਪਰਮੇਸ਼ਰ ਨੇ ਆਪਣੇ ਪੁੱਤਰ ਯਿਸੂ ਮਸੀਹ ਦੇ ਵਸੀਲੇ ਜੇ ਸੱਦਿਆ ਚੁਣਿਆ ਆ, ਉਹ ਇਸ ਲਈ ਕਿ ਸਾਨੂੰ ਪੂਰੀ ਤਰ੍ਹਾਂ ਮੁਕਤੀ ਮਿਲ ਸਕੇ, ਸਾਡੀ ਖਲਾਸੀ ਹੋ ਸਕੇ, ਅਸੀਂ ਬਚਾਏ ਵੀ ਜਾਈਏ, ਸਾਨੂੰ ਮੁਕਤੀ ਵੀ ਪ੍ਰਾਪਤ ਹੋਵੇ। ਪਰਮੇਸ਼ਰ ਨੇ ਸਾਡੇ ਲਈ ਸਭ ਕੁਝ ਬਹੁਤ ਵਧੀਆ ਤਿਆਰ ਕੀਤਾ ਹੈ। ਜਿਵੇਂ ਪਰਮੇਸ਼ਰ ਦੀ ਕਿਰਪਾ ਨੂੰ, ਪਰਮੇਸ਼ਰ ਦੀ ਦਇਆ ਨੂੰ ਵੇਖਦੇ ਆ ਤਾਂ ਮੇਰੇ ਜੋ ਸ਼ਬਦ ਨਹੀਂ ਆ ਸਾਡੇ ਮੁਖ 'ਚ, ਸਾਡੀ ਜ਼ਿੰਦਗੀ ਦੇ ਵਿੱਚ ਇੰਨੇ ਕਿ ਅਸੀਂ ਉਹਦੀ ਦਇਆ ਦਾ ਸ਼ੁਕਰਾਨਾ ਕਰ ਸਕੀਏ, ਉਹਦੇ ਅੱਗੇ ਬਲੀਦਾਨ ਚੜਾ ਸਕੀਏ। ਇੰਨੇ ਸ਼ਬਦ ਧਰਤੀ ਉੱਤੇ ਸਾਡੇ ਜੀਵਨ 'ਚ ਤੇ ਮੇਰੇ ਜੋ ਡਿਕਸ਼ਨਰੀ 'ਚ ਨਹੀਂ ਆ ਜਿੱਡੀ ਕਿਰਪਾ ਉਸ ਪਰਮੇਸ਼ਰ ਨੇ ਆਪਣੇ ਪੁੱਤਰ ਯਿਸੂ ਮਸੀਹ ਦੇ ਵਸੀਲੇ ਸਾਡੇ ਜੀਵਨ 'ਚ ਕਰ ਦਿੱਤੀ ਆ, ਔਰ ਅੱਗੇ ਵੀ ਕਰਨ ਦੇ ਵਾਅਦੇ ਕੀਤੇ ਨੇ। ਜਿਹੜਾ ਇਨਸਾਨ ਆਪਣੀ ਸੋਚ ਦੇ ਨਾਲ ਭਗਤੀ ਕਰਦਾ ਆ, ਆਪਣੀ ਸੋਚ ਨਾਲ ਚੱਲਦਾ ਹੈ, ਉਹ ਕਦੇ ਵੀ ਕਾਮਯਾਬ ਨਹੀਂ ਹੁੰਦਾ। ਪਰ ਜਿਹੜਾ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਦਾ ਆ ਮੇਰੇ ਜੋ ਉਹ ਪਲ ਪਲ ਕਦਮ ਕਦਮ ਤੇ ਮੇਰੇ ਜੋ ਮੁਬਾਰਕ ਵੀ ਹੋਵੇਗਾ ਔਰ ਕਾਮਯਾਬ ਵੀ ਹੋਵੇਗਾ। ਇਸੇ ਲਈ ਪ੍ਰਭੂ ਦੇ ਦਾਸ ਦਾਊਦ ਦਾ ਪੁੱਤਰ ਸੁਲੇਮਾਨ ਇਸ ਗੱਲ ਨੂੰ ਬਿਆਨ ਕਰਦੇ ਆ। ਜਦੋਂ ਅਸੀਂ ਬਾਈਬਲ ਦੇ ਵਿੱਚੋਂ ਨੀਤੀ ਵਚਨ ਕਹੌਤਾਂ ਦੀ ਕਿਤਾਬ 3 ਅਧਿਆਇ ਦੀ 5 ਆਇਤ ਨੂੰ ਪੜ੍ਹਦੇ ਆ, ਪੜਾਂਗੇ, ਧਿਆਨ ਦੇ ਨਾਲ ਸੁਣਾਂਗੇ। ਕਹੌਤਾਂ ਦੀ ਕਿਤਾਬ 3 ਅਧਿਆਇ ਉਹਦੀ 5 ਆਇਤ। ਆਪਣੇ ਪੂਰੇ ਦਿਲ ਨਾਲ ਯਹੋਵਾ ਉੱਤੇ ਭਰੋਸਾ ਰੱਖ ਅਤੇ ਆਪਣੀ ਹੀ ਸਮਝ ਉੱਤੇ ਐਤਬਾਰ ਨਾ ਕਰ। ਆਪਣੇ ਪੂਰੇ ਦਿਲ ਦੇ ਨਾਲ ਯਹੋਵਾ ਤੇ ਭਰੋਸਾ ਰੱਖ ਅਤੇ ਆਪਣੀ ਹੀ ਸਮਝ ਉੱਤੇ ਐਤਬਾਰ ਨਾ ਕਰ। ਪਰਮੇਸ਼ਰ ਦਾ ਦਾਸ ਸੁਲੇਮਾਨ, ਜਿਹਨੂੰ ਪਰਮੇਸ਼ਰ ਨੇ ਸੰਸਾਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਬੁੱਧ ਬਖਸ਼ੇ, ਅਕਲ ਬਖਸ਼ੇ, ਗਿਆਨ ਬਖਸ਼ਿਆ, ਜਿਹਦੇ ਲਈ ਇਹ ਗੱਲ ਪਰਮੇਸ਼ਰ ਨੇ ਕਹੀ ਕਿ ਤੇ ਤੋਂ ਪਹਿਲਾਂ ਤੇ ਤੇ ਤੋਂ ਬਾਅਦ ਵੀ ਇੰਨੀ ਬੁੱਧ ਵਾਲਾ ਇਨਸਾਨ ਕੋਈ ਨਹੀਂ ਹੋਵੇਗਾ ਜਿੰਨੀ ਮੈਂ ਤੈਨੂੰ ਦੇ ਰਿਹਾ, ਇੰਨਾ ਧਨਵਾਨ ਵੀ ਕੋਈ ਨਹੀਂ ਹੋਵੇਗਾ ਜਿੰਨਾ ਮੈਂ ਤੈਨੂੰ ਕਰ ਰਿਹਾ। ਕਿਉਂਕਿ ਬੁੱਧ ਇਨਸਾਨ ਨੂੰ ਧਨਵਾਨ ਵੀ ਬਣਾਉਂਦੀ ਆ, ਬੁੱਧ ਇਨਸਾਨ ਨੂੰ ਉੱਚਾ ਰੁਤਬਾ ਵੀ ਦਿਵਾਉਂਦੀ ਆ, ਤੇ ਇੱਕ ਬੁੱਧ ਏਦਾਂ ਦੀ ਹੁੰਦੀ ਆ ਜਿਹੜੀ ਮੇਰੇ ਜੋ ਇਨਸਾਨ ਨੂੰ ਕੱਖਾਂ 'ਚ ਰੋਲ ਕੇ ਰੱਖ ਦਿੰਦੀ ਆ। ਇੱਕ ਬੁੱਧ ਏਦਾਂ ਦੀ ਵੀ ਹੁੰਦੀ ਆ ਜਿਹੜੀ ਰੱਬ ਨਾਲ ਰਿਸ਼ਤਾ ਤੋੜ ਦਿੰਦੀ ਆ। ਇੱਕ ਬੁੱਧ ਏਦਾਂ ਦੀ ਵੀ ਹੁੰਦੀ ਆ ਜਿਹੜੀ ਮੇਰੇ ਜੋ ਦੁੱਖਾਂ ਤੇ ਤਕਲੀਫਾਂ ਦੇ ਵਿੱਚ ਬੰਦੇ ਨੂੰ ਪਾ ਦਿੰਦੀ ਆ। ਪਰ ਇਹ ਉਹ ਬੁੱਧ ਦੀ ਗੱਲ ਕੀਤੀ ਗਈ ਆ ਜਿਹੜੀ ਪਰਮੇਸ਼ਵਰ ਨੇ ਦਿੱਤੀ ਆ। ਸੁਲੇਮਾਨ ਨੇ ਇਸੇ ਲਈ ਕਿਹਾ, ਕਹਿੰਦਾ ਆਪਣੇ ਪੂਰੇ ਦਿਲ ਦੇ ਨਾਲ ਪਰਮੇਸ਼ਵਰ ਤੇ ਭਰੋਸਾ ਰੱਖ। ਜਿਸ ਪਰਮੇਸ਼ਵਰ ਨੇ ਤੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਤੇਰੀਆਂ तमाम ਜ਼ਰੂਰਤਾਂ ਨੂੰ ਧਰਤੀ ਉੱਤੇ ਭੇਜ ਦਿੱਤਾ, ਜਿਸ ਪਰਮੇਸ਼ਰ ਨੇ ਤੈਨੂੰ ਕੁੱਖ ਦੇ ਵਿੱਚ ਰਚਣ ਤੋਂ ਪਹਿਲਾਂ ਹੀ ਤੇਰੀਆਂ तमाम ਵਸਤੂਆਂ ਤੇਰੇ ਲਈ ਮੁਹੱਈਆ ਕਰ ਦਿੱਤੀਆਂ, ਉਸ ਪਰਮੇਸ਼ਰ ਤੇ ਪੂਰੇ ਦਿਲ ਦੇ ਨਾਲ, ਪੂਰੇ ਮਨ ਦੇ ਨਾਲ ਭਰੋਸਾ ਰੱਖ ਤੇ ਆਪਣੀ ਹੀ ਸਮਝ ਉੱਤੇ ਐਤਬਾਰ ਨਾ ਕਰ। ਬਹੁਤ ਸਾਰੇ ਲੋਕ ਆਪਣੀ ਸਮਝ ਦੇ ਨਾਲ ਆਪਣੇ ਲਈ ਰਸਤੇ ਤਿਆਰ ਕਰਦੇ ਆ, ਬਹੁਤ ਸਾਰੇ ਲੋਕ ਆਪਣੀ ਸਮਝ ਦੇ ਨਾਲ ਚੱਲਦੇ ਆ, ਬਹੁਤ ਸਾਰੇ ਲੋਕ ਆਪਣੀ ਸਮਝ ਨਾਲ ਮੇਰੇ ਜੋ ਰਸਤਾ ਤੈਅ ਕਰਦੇ ਆ, ਬਹੁਤ ਸਾਰੇ ਲੋਕ ਆਪਣੀ ਸਮਝ ਦੇ ਨਾਲ ਡਿਸੀਜਨ ਲੈਂਦੇ, ਫੈਸਲੇ ਲੈਂਦੇ ਆਪਣੇ ਜੀਵਨ ਦੇ, ਪਰ ਉਹ ਫੇਲ ਹੋ ਜਾਂਦੇ ਆ। ਜੇ ਸੰਤ ਸੁਲੇਮਾਨ ਬੋਲ ਰਹੇ ਆ ਕਹੌਤਾਂ ਦੇ ਵਿੱਚ, ਇਹਦਾ ਮਤਲਬ ਇਹ ਨਹੀਂ ਕਿ ਉਹ ਆਪਣੀ ਬੁੱਧ ਨਾਲ ਬੋਲ ਰਿਹਾ ਆ, ਇਹ ਨਹੀਂ ਆ ਕਿ ਆਪਣੀ ਸੋਚ ਨਾਲ ਹੀ ਬੋਲ ਰਿਹਾ। ਜਿਹੜੀ ਬੁੱਧ ਪਰਮੇਸ਼ਰ ਨੇ ਸਵਰਗੋਂ ਨੂੰ ਦਿੱਤੀ, ਔਰ ਉਹ ਬੁੱਧ ਆਤਮਿਕ ਆ, ਉਹ ਬੁੱਧ ਆਤਮਿਕ ਆ, ਤੇ ਉਹ ਆਤਮਿਕ ਬੁੱਧ ਦੇ ਨਾਲ ਪਰਮੇਸ਼ਰ ਦੀ ਸਾਮਰਥ ਨਾਲ ਇਹ ਗੱਲ ਕਹਿ ਰਿਹਾ ਕਿ ਆਪਣੀ ਸਮਝ ਉੱਤੇ ਐਤਬਾਰ ਨਾ ਕਰ। ਆਪਣੀ ਸਮਝ ਵਿੱਚ ਕਹਿੰਦਾ ਕਿ ਬਹੁਤਾ ਤੂੰ ਅਕਲਮੰਦ ਬਣ ਕੇ ਨਾ ਬੈਠ ਜਾਈਂ, ਕਿਤੇ ਇਹ ਨਾ ਹੋਵੇ ਕਿ ਤੇਰੀ ਸਮਝ ਤੈਨੂੰ ਡੋਬ ਦੇਵੇ। ਦੁਨੀਆ ਦੇ ਵਿੱਚ ਸਾਡਾ ਸਹਾਰਾ, ਦੁਨੀਆ 'ਚ ਸਾਡੀ ਬਾਹ ਫੜਨ ਵਾਲਾ ਕੋਈ ਨਹੀਂ ਸੀ।
ਇਸੇ ਲਈ ਪਰਮੇਸ਼ਵਰ ਨੇ ਇੱਕ ਸਮੇਂ ਨੂੰ ਨਿਸ਼ਚਿਤ ਕਰਕੇ ਸਾਨੂੰ ਸਮੇਂ ਸਿਰ ਆਪਣੇ ਕੋਲ ਬੁਲਾ ਲਿਆ। ਸਮੇਂ ਸਿਰ ਪਰਮੇਸ਼ਵਰ ਨੇ ਆਪਣੇ ਪੁੱਤਰ ਯੀਸ਼ੂ ਨੂੰ ਧਰਤੀ ਤੇ ਭੇਜਿਆ ਤੇ ਸਮੇਂ ਸਿਰ ਹੀ ਯੀਸ਼ੂ ਮਸੀਹ ਨੇ ਸਲੀਬ ਉੱਤੇ ਚੜ ਕੇ ਸਾਡੇ ਸਭਨਾਂ ਲਈ ਜਾਨ ਦੇ ਦਿੱਤੀ ਤੇ ਸਾਡੇ ਸਭਨਾਂ ਦੇ ਲਈ ਮਾਫੀ ਕਾਇਮ ਕਰ ਦਿੱਤੀ, ਕਿਉਂਕਿ ਜੋ ਇਨਸਾਨ ਨਹੀਂ ਕਰ ਸਕਿਆ ਉਹ ਪਰਮੇਸ਼ਵਰ ਨੇ ਕਰ ਦਿੱਤਾ। ਇਨਸਾਨ ਦੀ ਅਸਫਲਤਾ ਦਾ ਕਾਰਨ, ਗੁਲਾਮੀ ਦਾ ਕਾਰਨ ਕੀ ਸੀ? ਇਨਸਾਨ ਨੇ ਆਪਣੇ ਲਈ ਆਪ ਮਾਰਗ ਬਣਾਏ, ਆਪਣੀ ਸਮਝ ਦੇ ਉੱਤੇ ਇਤਬਾਰ ਕਰਕੇ, ਆਪਣੀ ਬੁੱਧ ਦੇ ਨਾਲ ਮੇਰੇ ਇਜ਼ੋ ਆਪਣੇ ਲਈ ਰਸਤੇ ਬਣਾਏ, ਜਿਹਦੇ ਕਰਕੇ ਉਹ ਗੁਲਾਮੀ 'ਚ ਹੋਰ ਗੁਲਾਮੀ 'ਚ ਹੋਰ ਗੁਲਾਮੀ 'ਚ ਫਸਦਾ ਗਿਆ, ਹਨੇਰੇ ਵਿੱਚ, ਮੌਤ ਦੇ ਹਨੇਰੇ ਵਿੱਚ ਚਲਾ ਗਿਆ। ਪਰ ਪਰਮੇਸ਼ਵਰ ਨੇ ਆਪਣੇ ਪੁੱਤਰ ਯਿਸੂ ਮਸੀਹ ਦੇ ਵਸੀਲੇ ਸਾਡੇ ਲਈ ਚਾਨਣ ਦਾ ਇੰਤਜ਼ਾਮ ਕੀਤਾ, ਹਨੇਰੇ 'ਚੋਂ ਬਾਹਰ ਕੱਢਣ ਦਾ ਇੰਤਜ਼ਾਮ ਕੀਤਾ, ਕਿਉਂਕਿ ਪਰਮੇਸ਼ਵਰ ਦੇ ਇੰਤਜ਼ਾਮ ਵਧੀਆ ਆ। ਪਰਮੇਸ਼ਵਰ ਦੇ ਇੰਤਜ਼ਾਮ ਇਨਸਾਨ ਨੂੰ ਹਨੇਰੇ ਵਿੱਚ ਲੈ ਕੇ ਜਾਣਦੇ ਨਹੀਂ ਆ। ਪਰਮੇਸ਼ਵਰ ਦੇ ਇੰਤਜ਼ਾਮ ਇਨਸਾਨ ਨੂੰ ਦੁੱਖ ਵਿੱਚ, ਪੀੜਾ ਵਿੱਚ, ਗਰੀਬੀ 'ਚ, ਸ਼ਰਾਬ 'ਚ ਲੈ ਕੇ ਜਾਣਦੇ ਨਹੀਂ ਆ। ਪਰਮੇਸ਼ਵਰ ਦੇ ਇੰਤਜ਼ਾਮ ਜਿਹੜੇ ਨੇ ਇਨਸਾਨ ਨੂੰ ਹਨੇਰੇ 'ਚੋਂ ਚਾਨਣ ਵਿੱਚ ਖੜਨ ਦੇ ਆ, ਮੌਤ 'ਚੋਂ ਜੀਵਨ ਦੇ ਵਿੱਚ ਖੜਨ ਦੇ ਆ, ਰੋਣੇ ਤੇ ਸੋਗ ਵਿੱਚੋਂ ਖੁਸ਼ੀ ਤੇ ਆਨੰਦ ਵਿੱਚ ਲਿਜਾਣ ਦੇ ਆ, ਘਾਟੇ 'ਚੋਂ ਵਾਧੇ 'ਚ ਖੜਨ ਦੇ ਆ, ਥੱਲਿਓਂ ਉੱਪਰ ਲੈ ਕੇ ਜਾਣ ਦੇ ਆ। ਪਰ ਇਸੇ ਲਈ ਪਰਮੇਸ਼ਵਰ ਤੋਂ ਦਾਸ ਸੁਲੇਮਾਨ ਬਿਆਨ ਕਰਦਾ ਆ ਕਿ ਜੇ ਤੁਸੀਂ ਆਪਣੇ ਜੀਵਨ ਦੇ ਵਿੱਚ ਮੌਤ ਤੋਂ ਆਜ਼ਾਦੀ ਪਾਉਣਾ ਚਾਹੁੰਦੇ ਹੋ, ਦੁੱਖ ਤੋਂ ਸੁੱਖ ਦੇ ਵਿੱਚ ਉਤਰਨਾ ਚਾਹੁੰਦੇ ਹੋ, ਗਰੀਬੀ 'ਚੋਂ ਅਮੀਰੀ 'ਚ ਆਉਣਾ ਚਾਹੁੰਦੇ ਹੋ, ਗੁਲਾਮੀ 'ਚੋਂ ਮੁਕਤੀ 'ਚ ਆਉਣਾ ਚਾਹੁੰਦੇ ਹੋ, ਤਾਂ ਫਿਰ ਕਹਿੰਦਾ ਆਪਣੀ ਸਮਝ ਉੱਤੇ ਇਤਬਾਰ ਨਾ ਕਰ, ਕਿਉਂਕਿ ਇਨਸਾਨ ਦੀ ਸਮਝ ਸਿਰਫ ਇਨਸਾਨ ਦੀ ਮੇਰੇ ਜੋ ਚਾਰ ਦੀਵਾਰੀ ਇਰਦੇ ਗਿਰਦੇ ਘੁੰਮ ਜਾਂਦੀ ਆ। ਜਿਵੇਂ ਖੂਹ ਦਾ ਡੱਡੂ ਖੂਹ ਦਾ ਗਵਾਹ ਹੁੰਦਾ ਆ, ਪਰ ਉਹ ਉਸੇ ਉਹਨੇ ਇੱਕ ਥਾਂ 'ਚ ਹੀ ਹੁੰਦਾ ਆ। ਉਹਨੂੰ ਨਹੀਂ ਪਤਾ ਕਿ ਸਮੁੰਦਰ ਕੀ ਆ, ਉਹਨੂੰ ਨਹੀਂ ਪਤਾ ਨਦੀਆਂ ਕੀ ਆ, ਉਹਨੂੰ ਨਹੀਂ ਪਤਾ ਦਰਿਆ ਕੀ ਆ। ਹਾਲੇਲੂਇਆ। ਪਰਮੇਸ਼ਵਰ ਸਾਨੂੰ ਉਸ ਆਸ਼ੀਸ਼ ਵਿੱਚ ਲੈ ਕੇ ਜਾਣਾ ਚਾਹੁੰਦਾ ਆ ਜਿਹੜੀ ਕਦੇ ਵੀ ਖਤਮ ਨਹੀਂ ਹੁੰਦੀ। ਇਸੇ ਲਈ ਪ੍ਰਭੂ ਦਾ ਦਾਸ ਸੁਲੇਮਾਨ ਬਿਆਨ ਕਰਦਾ ਹੈ, ਆਪਣੇ ਪੂਰੇ ਦਿਲ ਨਾਲ ਯਹੋਵਾ ਤੇ ਭਰੋਸਾ ਰੱਖ। ਜਿਨੇ ਸੱਦਿਆ ਆ ਉਹ ਸਾਨੂੰ ਇੱਕ ਦਿਨ ਉੱਚਾ ਵੀ ਕਰੇਗਾ, ਜਿਨੇ ਬੁਲਾਇਆ ਆ ਉਹ ਸਾਡੀ ਇੱਛਾ ਨੂੰ ਵੀ ਪੂਰਾ ਕਰੇਗਾ, ਜਿਨੇ ਸਾਨੂੰ ਪੁਕਾਰ ਕੇ ਆਪਣੇ ਕੋਲ ਬੁਲਾਇਆ ਆ, ਜਿਨੇ ਸਾਨੂੰ ਮੇਰੇ ਇਸ ਬਚਾਉਣ ਲਈ ਆਪਣੇ ਪੁੱਤਰ ਯੀਸ਼ੂ ਨੂੰ ਸਲੀਬ ਤੇ ਚੜ੍ਹ ਕੇ ਮਰਵਾਇਆ, ਜਿਨੇ ਸਾਡੇ ਲਈ ਮੇਰੇ ਇਜ਼ੋ ਉਹਨੂੰ ਕਬਰ 'ਚ ਦਫਨ ਕਰਵਾਇਆ, ਜਿਨੇ ਸਾਡੇ ਲਈ ਉਹਨੂੰ ਕਬਰ 'ਚੋਂ ਤੀਜੇ ਦਿਨ ਮੁਰਦੇ 'ਚੋਂ ਜਿੰਦਾ ਕਰਕੇ ਬਾਹਰ ਕੱਢਿਆ, ਉਹ ਅੱਜ ਸਾਨੂੰ ਮੇਰੇ ਇਜ਼ੋ ਬਹੁਤ ਕੁਝ ਦੇਣਾ ਚਾਹੁੰਦਾ ਆ, ਪਰ ਜ਼ਰੂਰ ਤਾਂ ਕਿ ਭਰੋਸਾ ਉਸ ਉੱਤੇ ਹੋਵੇ। ਅਸੀਂ ਪਰਮੇਸ਼ਵਰ ਤੋਂ ਚੰਗਾ ਜੀਵਨ ਲੈਣਾ ਤਾਂ ਚਾਹੁੰਦੇ, ਲੇਕਿਨ ਪਰਮੇਸ਼ਵਰ ਤੇ ਭਰੋਸਾ ਰੱਖਣਾ ਨਹੀਂ ਚਾਹੁੰਦੇ। ਅਸੀਂ ਪਰਮੇਸ਼ਵਰ ਤੋਂ ਜ਼ਿੰਦਗੀ ਦਾ ਲੈਣਾ ਚਾਹੁੰਦੇ ਹਾਂ, ਖੁਸ਼ੀ ਦਾ ਲੈਣਾ ਚਾਹੁੰਦੇ, ਆਨੰਦ ਦਾ ਲੈਣਾ ਚਾਹੁੰਦੇ, ਲੇਕਿਨ ਭਰੋਸਾ ਨਹੀਂ ਰੱਖਣਾ ਚਾਹੁੰਦੇ। ਬਹੁਤ ਸਾਰੇ ਲੋਕਾਂ ਦਾ ਚਰਚ ਉੱਤੇ ਭਰੋਸਾ ਆ, ਬਹੁਤ ਸਾਰੇ ਲੋਕਾਂ ਦਾ ਇੱਕ ਪਾਸਟਰ ਉੱਤੇ, ਮਨੁੱਖ ਉੱਤੇ ਭਰੋਸਾ ਆ, ਪਰ ਜਿਹਨੇ ਦੇਣਾ ਆ ਉਹਦੇ ਉੱਤੇ ਭਰੋਸਾ ਨਹੀਂ ਆ। ਜੇ ਆਪਣੇ ਜੀਵਨ ਦੇ ਵਿੱਚ ਕੁਝ ਪ੍ਰਾਪਤ ਕਰਨਾ ਆ ਤੇ ਆਪਣੀ ਸਮਝ ਨੂੰ ਇੱਕ ਪਾਸੇ ਰੱਖ ਕੇ ਪਰਮੇਸ਼ਵਰ ਉੱਤੇ ਭਰੋਸਾ ਲੈ ਆਓ। ਹਾਲੇਲੂਇਆ। ਇਹ ਸਿਰਫ ਇੱਕ ਪਾਸੇ ਸੁਣ ਕੇ ਦੂਜੇ ਪਾਸੇ ਕੱਢਣ ਵਾਲੀ ਗੱਲ ਨਹੀਂ ਆ। ਵਚਨ ਨੂੰ ਸੁਣ ਕੇ ਪੂਰੀ ਤਰ੍ਹਾਂ ਮੰਨਣ ਕਰਨਾ ਤੇ ਇਸ ਵਚਨ ਦੇ ਅਨੁਸਾਰ ਜੀਵਨ ਨੂੰ ਬਤੀਤ ਕਰਨਾ ਕਿ ਪਰਮੇਸ਼ਵਰ ਸਾਡੇ ਲਈ ਬਹੁਤ ਵੱਡੇ ਸਫਲ ਰਸਤੇ ਖੋਲਣੇ ਚਾਹੁੰਦਾ ਆ, ਸਫਲ ਮਾਰਗ ਸਾਡੇ ਲਈ ਖੋਲਣਾ ਚਾਹੁੰਦਾ, ਦਰਵਾਜ਼ੇ ਖੋਲਣਾ ਚਾਹੁੰਦਾ ਹੈ। ਉਹ ਸਾਨੂੰ ਗੁਲਾਮੀ ਤੋਂ ਆਜ਼ਾਦੀ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ। ਉਹ ਸਾਨੂੰ ਰੋਣ ਦੇ ਹੰਝੂਆਂ ਤੋਂ ਬਚਾ ਕੇ ਖੁਸ਼ੀ ਦੇ ਹੰਝੂਆਂ 'ਚ ਲੈ ਕੇ ਜਾਣਾ ਚਾਹੁੰਦਾ ਆ। ਖੁਸ਼ੀ ਦੇ ਹੰਝੂ ਉਦੋਂ ਨਿਕਲਦੇ ਆ ਜਦੋਂ ਜ਼ਿਆਦਾ ਬਿਤੋਂ ਵਾਰੀ ਖੁਸ਼ੀ ਆ ਜਾਂਦੀ ਹੈ, ਜਿਹਦੇ ਬਾਰੇ ਸੋਚਿਆ ਨਹੀਂ ਹੁੰਦਾਗਾ, ਉਹ ਖੁਸ਼ੀ ਜਦੋਂ ਆ ਜਾਂਦੀ ਆ ਉਦੋਂ ਫਿਰ ਮੇਰੇ ਤੋਂ ਖੁਸ਼ੀ ਦੇ ਹੰਝੂ ਹੁੰਦੇ ਆ। ਖੁਸ਼ੀ ਤਾਂ ਅਸੀਂ ਰੋਜ਼ ਮਨਾਉਂਦੇ ਆ, ਲੇਕਿਨ ਹੰਝੂ, ਖੁਸ਼ੀਆਂ ਦੇ ਹੰਝੂ ਕਦੀ ਨਹੀਂ ਹੁੰਦੇ। ਪਰ ਕਦੋਂ ਹੁੰਦੇ ਆ? ਜਦੋਂ ਬਾਹਲੀ ਡਾਢੀ ਖੁਸ਼ੀ ਆ ਜਾਂਦੀ ਆ, ਜਿਹੜੀ ਜਿਹਦੇ ਬਾਰੇ ਸੋਚਿਆ ਹੀ ਨਹੀਂ ਹੁੰਦਾ, ਇਮੇਜਿਨ ਨਹੀਂ ਕਰ ਸਕਦੇ ਜਿਹੜੀ ਖੁਸ਼ੀ ਵਾਸਤੇ, ਉਦੋਂ ਸਾਡੀ ਅੱਖਾਂ 'ਚ ਹੰਝੂ ਹੁੰਦੇ ਆ। ਉਹ ਰੋਣੇ ਦੇ ਹੰਝੂਆਂ ਨੂੰ ਖੁਸ਼ੀ ਦੇ ਹੰਝੂਆਂ 'ਚ ਬਦਲਣ ਵਾਸਤੇ ਸਾਨੂੰ ਬੁਲਾ ਰਿਹਾ। ਇਸੇ ਲਈ ਪ੍ਰਭੂ ਦਾਸ ਕਹਿੰਦਾ ਆਪਣੀ ਸਮਝ ਉੱਤੇ ਇਤਬਾਰ ਨਾ ਕਰ। ਕਈ ਮਨੁੱਖ ਆਪਣੀ ਸਮਝ ਨਾਲ ਚੱਲ ਕੇ ਪਰਮੇਸ਼ਵਰ 'ਚ ਵਚਨ ਨੂੰ ਜਾਣਨ ਤੋਂ ਬਾਅਦ ਵੀ ਆਪਣੀ ਸਮਝ ਦੇ ਘੋੜੇ ਦੌੜਾਉਂਦੇ ਆ। ਕਈ ਲੋਕ ਆਪਣੀ ਸਮਝ ਦੇ ਘੋੜੇ ਦੌੜਾਉਂਦੇ ਆ, ਆਪਣੀ ਸਮਝ ਨਾਲ ਚੱਲਣਾ ਚਾਹੁੰਦੇ ਆ ਕਿ ਜਿੱਦਾਂ ਮੈਂ ਚੱਲ ਰਹੀ ਆ, ਜਿੱਦਾਂ ਮੈਂ ਚੱਲ ਰਿਹਾ ਬਸ ਇਹੀ ਵਧੀਆ ਆ। ਪਰ ਧਿਆਨ ਦਿਓ, ਸਾਡੀ ਸੋਚ ਤੋਂ ਵੱਧ ਪਰਮੇਸ਼ਵਰ ਸਾਡੇ ਲਈ ਸੋਚ ਕੇ ਬੈਠਾ ਹੈ। ਸਾਡੀ ਮੰਗ ਤੋਂ ਜ਼ਿਆਦਾ ਪਰਮੇਸ਼ਵਰ ਸਾਨੂੰ ਦੇਣ ਲਈ ਤਿਆਰ ਆ। ਪਰ ਉਹਦੇ ਲਈ ਅਤੀ ਜ਼ਿਆਦਾ ਜ਼ਰੂਰੀ ਆ ਕਿ ਅਸੀਂ ਪੂਰੇ ਦਿਲ ਦੇ ਨਾਲ ਆਪਣੇ ਪਰਮੇਸ਼ਵਰ ਤੇ ਭਰੋਸਾ ਰੱਖੀਏ, ਜਿਹਦੇ ਤੋਂ ਅਸੀਂ ਕੁਝ ਲੈਣ ਦੀ ਆਸ ਵਿੱਚ ਆਏ ਆ। ਅਸੀਂ ਜਿਹਦੇ ਕੋਲੋਂ ਮੇਰੇ ਕੁਝ ਆਸ ਰੱਖਦੇ ਆ, ਸਾਡਾ ਕੇਵਲ ਆਪਣੇ ਪੂਰੇ ਦਿਲ ਤੋਂ ਉਹਦੇ ਉੱਤੇ ਭਰੋਸਾ ਹੋਣਾ ਚਾਹੀਦਾ ਆ। ਤੇ ਜੇ ਉਹਦੇ ਉੱਤੇ ਭਰੋਸਾ ਆ ਤਾਂ ਫਿਰ ਦਾएं ਬਾएं, ਖੱਬੇ ਪਿੱਛੇ ਨਾ, ਅੱਗੇ ਪਿੱਛੇ ਨਾ ਦੇਖੋ, ਸਿਰਫ ਪਰਮੇਸ਼ਵਰ ਦੇ ਵਚਨ ਵੱਲ ਦੇਖੋ ਕਿ ਪਰਮੇਸ਼ਵਰ ਸਾਡੇ ਲਈ ਕੀ ਕਰਨਾ ਚਾਹੁੰਦਾ ਹੈ। ਹਾਲੇਲੂਇਆ। ਪਧਾੜੀਆਂ ਭਰਨ ਵਾਲੀਆਂ ਰਸਮਾਂ ਛੱਡ ਦਿਓ ਕਿ ਪਧਾੜੀ ਭਰ ਲਈਏ ਤੇ ਸਾਨੂੰ ਕੁਝ ਮਿਲ ਜਾਣਾ ਆ। ਪਰਮੇਸ਼ਵਰ ਨੇ ਸਾਨੂੰ ਪਧਾੜੀ ਭਰਨ ਵਾਸਤੇ ਨਹੀਂ ਸੱਦਿਆ ਕਿ ਤੁਸੀਂ ਜੀ ਆ ਗਏ ਆ, ਇੱਕ ਐਤਵਾਰ ਆ ਗਏ ਆ, 5 ਐਤਵਾਰ ਆ ਗਏ, 7 ਐਤਵਾਰ ਆ ਗਏ ਆ। ਬਾਈਬਲ 'ਚ ਕੁਝ ਨਹੀਂ ਲਿਖਿਆ ਏਦਾਂ ਦਾ।
ਪਰਮੇਸ਼ਰ ਸਾਡੇ ਤੋਂ ਜੀਵਨ ਚਾਹੁੰਦਾ ਹੈ, ਮੇਰੇ ਤੋਂ ਜ਼ਿੰਦਗੀ ਚਾਹੁੰਦਾ ਹੈ ਕਿ ਤੁਸੀਂ ਆਪਣਾ ਜੀਵਨ ਸਮਰਪਿਤ ਕਰੋ, ਮੈਂ ਸਦਾ ਦਾ ਜੀਵਨ ਦਵਾਂਗਾ। ਅਸੀਂ 60-70 ਸਾਲ ਦੀ ਉਮਰ ਆਪਣੀ ਜ਼ਿੰਦਗੀ ਜਿਹੜੀ ਪਰਮੇਸ਼ਰ ਨੂੰ ਦਵਾਂਗੇ ਤਾਂ ਮੇਰੇ ਜੋ ਖੁਦਾ ਸਾਨੂੰ ਸਦੀਪਕ ਜੀਵਨ ਵਾਪਸ ਮੋੜ ਕੇ ਦੇਵੇਗਾ। ਹਾਲੇਲੂਇਆ। ਇਹ ਜ਼ਿੰਦਗੀ ਜਿਹੜੀ ਹੈ 60 70 80 90 ਸਾਲ ਦੀ ਹੋਏਗੀ, 100 ਸਾਲ ਦੀ ਹੋ ਜਾਵੇਗੀ। ਪ੍ਰਭੂ ਇਹ ਸਾਰੀ ਜ਼ਿੰਦਗੀ ਕਹਿੰਦਾ ਕਿ ਮੈਨੂੰ ਦੇ ਦਿਓ ਤੇ ਮੈਂ ਫਿਰ ਤੁਹਾਨੂੰ ਸਦੀਪਕ ਜੀਵਨ ਦਵਾਂਗਾ। ਉਹ ਸਾਡੇ ਲਈ ਵਧੀਆ ਜ਼ਿੰਦਗੀ ਲੈ ਕੇ ਬੈਠਾ ਆ, ਪਰ ਉਦੋਂ ਹੀ ਮਿਲੇਗੀ ਜਦੋਂ ਸਾਡਾ ਪੂਰੇ ਦਿਲ ਨਾਲ ਉਸ ਦੇ ਉੱਤੇ ਭਰੋਸਾ ਹੋਵੇਗਾ, ਜਦੋਂ ਅਸੀਂ ਉਹਦੇ ਉੱਤੇ ਭਰੋਸਾ ਕਰਾਂਗੇ। ਤੇ ਮੇਰੇ ਜੋ ਜਦੋਂ ਉਹਦੇ ਉੱਤੇ ਭਰੋਸਾ ਕਰਾਂਗੇ ਤੇ ਕਦੀ ਮਨ 'ਚ ਸ਼ੰਕਾ ਇਹ ਨਾ ਰੱਖੋ ਕਿ ਮੈਨੂੰ ਘਾਟਾ ਪੈ ਗਿਆ, ਮੈਨੂੰ ਥੋੜ ਆ ਜਾਏਗੀ, ਮੈਨੂੰ ਕਮੀ ਹੋਵੇਗੀ, ਮੇਰੇ ਤੋਂ ਕੋਈ ਛੁੱਟ ਜਾਵੇਗਾ, ਕੋਈ ਰਿਸ਼ਤਾ ਟੁੱਟ ਜਾਵੇਗਾ। ਨਹੀਂ, ਜਿਹੜੇ ਲੋਕ ਆਪਣੀ ਮਰਜ਼ੀ ਨਾਲ ਆਪਣੀ ਇੱਛਾ ਨਾਲ ਤੁਰੇ ਜਾਂਦੇ ਫਿਰਦੇ ਆ, ਮੇਰੇ ਜੋ ਹਮੇਸ਼ਾ ਘਾਟਿਆਂ 'ਚ ਰਹਿੰਦੇ ਆ, ਚਾਹੇ ਉਹਨਾਂ ਦੀ ਪ੍ਰੇਅਰ ਲਾਈਫ ਕਿੰਨੀ ਵੀ ਸਟਰੋਂਗ ਕਿਉਂ ਨਾ ਹੋਵੇ, ਕਿੰਨੀ ਵੀ ਸਟਰੋਂਗ ਕਿਉਂ ਨਹੀਂ ਹੈ ਪ੍ਰੇਅਰ ਲਾਈਫ, ਲੇਕਿਨ ਉਹ ਘਾਟਿਆਂ ਦੇ ਵਿੱਚ ਆ। ਮੈਂ ਇੱਥੇ ਪੁੱਛਦਾ ਹਾਂ ਕਿ ਜੇ ਕੋਈ ਐਦਾਂ ਦਾ ਬੰਦਾ ਹੈ ਜਿਹੜਾ ਕਹਿੰਦਾ ਕਿ ਮੇਰੀ ਪ੍ਰੇਅਰ ਲਾਈਫ ਜਿਹੜੀ ਬਹੁਤ ਸਟਰੋਂਗ ਆ, ਕੋਈ ਹੈ ਐਦਾਂ ਦਾ ਜਿਹਨੂੰ ਵਿਸ਼ਵਾਸ ਆਪਣੀ ਪ੍ਰੇਅਰ ਦੇ ਉੱਤੇ, ਜਿਹਨੂੰ ਵਿਸ਼ਵਾਸ ਆਪਣੀ ਪ੍ਰੇਅਰ ਦੇ ਉੱਤੇ ਕਿ ਮੇਰੀ ਪ੍ਰੇਅਰ ਲਾਈਫ ਜਿਹੜੀ ਬਹੁਤ ਵਧੀਆ ਆ, ਮੇਰੀ ਪ੍ਰੇਅਰ ਬਹੁਤ ਸਟਰੋਂਗ ਆ ਔਰ ਮੈਂ ਜਿਹੜੀ ਪ੍ਰਾਰਥਨਾ ਕਰਦਾ ਆ ਉਹ ਪਰਮੇਸ਼ਰ ਪ੍ਰਵਾਨ ਕਰਦਾ ਆ, ਕੋਈ ਹੈ ਐਦਾਂ ਦਾ? ਅਸੀਂ ਅੱਜ ਤੱਕ ਇਸੇ ਬਰੇਜ ਭੁਲੇਖੇ 'ਚ ਤੁਰੇ ਫਿਰਦੇ ਆ ਕਿ ਬਸ ਜੀ ਮੈਂ 4 ਘੰਟੇ ਪ੍ਰਾਰਥਨਾ ਕਰ ਲਈ, ਮੈਂ 5 ਘੰਟੇ ਪ੍ਰਾਰਥਨਾ ਕਰ ਲਈ, ਮੈਂ 8 ਘੰਟੇ ਦਿਨ ਦੀ ਪ੍ਰਾਰਥਨਾ ਕਰ ਲਈ। ਸਾਨੂੰ ਲੱਗਦਾ ਕਿ ਬਸ ਇਹੀ ਸਭ ਕੁਝ ਆ, ਇਹੀ ਸਭ ਕੁਝ ਆ। ਵਚਨ ਪ੍ਰੇਅਰ ਨੂੰ ਸਟਰੋਂਗ ਕਰਦਾ ਆ, ਵਚਨ ਪ੍ਰੇਅਰ ਨੂੰ ਸਟਰੋਂਗ ਕਰਦਾ। ਜਦੋਂ ਸਰੀਰ ਚੋਂ ਆਤਮਾ ਨਿਕਲ ਜਾਂਦਾ, ਜਦੋਂ ਸਰੀਰ ਚੋਂ ਆਤਮਾ ਨਿਕਲ ਜਾਂਦਾ, ਸਰੀਰ ਬੇਕਾਰ ਆ, ਕਿਸੇ ਕੰਮ ਦਾ ਨਹੀਂ ਆ, ਕਿਸੇ ਕੰਮ ਦਾ ਨਹੀਂ। ਜੇ ਤੁਹਾਡੀ ਪ੍ਰੇਅਰ ਦੇ ਵਿੱਚ ਵਚਨ ਨਹੀਂ ਆ, ਪਰ ਤੁਹਾਡੀ ਲਾਈਫ ਪ੍ਰੇਅਰ ਵਾਲੀ ਹੈਗੀ ਲੇਕਿਨ ਤੁਹਾਡੀ ਲਾਈਫ ਵਚਨ ਵਾਲੀ ਨਹੀਂ ਆ, ਸੇਮ ਇਸੇ ਤਰ੍ਹਾਂ ਆ ਸਰੀਰ ਆਤਮਾ ਤੋਂ ਬਗੈਰ ਜਾਂ ਆਤਮਾ ਸਰੀਰ ਤੋਂ ਬਗੈਰ ਜ਼ੀਰੋ ਆ। ਤੇ ਜੇ ਤੁਹਾਡੀ ਜ਼ਿੰਦਗੀ ਤੁਸੀਂ ਪ੍ਰੇਅਰ ਕਰਦੇ ਆ, ਤੁਹਾਡੀ ਲਾਈਫ 'ਚ ਵਚਨ ਪੂਰਾ ਹੋ ਰਿਹਾ, ਤੁਹਾਡੀ ਛੋਟੀ ਤੋਂ ਛੋਟੀ ਪ੍ਰੇਅਰ ਵੀ ਜਿਹੜੀ ਹੈ ਨਾ ਸਟਰੋਂਗ ਆ, ਔਰ ਸਟਰੋਂਗ ਪ੍ਰੇਅਰ ਹੀ ਪਰਮੇਸ਼ਰ ਪ੍ਰਵਾਨ ਕਰਦਾ ਆ। ਕੱਲੀ ਪ੍ਰੇਅਰ ਨੂੰ ਲੈ ਕੇ ਨਾ ਚੱਲੋ, ਕੱਲੀ ਦੇਹ ਨੂੰ ਲੈ ਕੇ ਨਾ ਚੱਲੋ। ਜੇ ਦੇਹ 'ਚ ਆਤਮਾ ਨਹੀਂ ਆ ਤੇ ਉਹ ਦੇਹ ਕਿਸੇ ਕੰਮ ਦੀ ਨਹੀਂ। 2-4 ਦਿਨਾਂ ਬਾਅਦ ਸੜਿਆਨ ਮਾਰਨ ਲੱਗ ਪਵੇਗੀ, ਮਹੀਨੇ ਬਾਅਦ ਮੇਰੇ ਤੋਂ ਕੀੜੇ ਪੈ ਜਾਣਗੇ। ਐਦਾਂ ਹੀ ਸਾਡੀ ਜ਼ਿੰਦਗੀ ਦੀ ਪ੍ਰੇਅਰ ਆ। ਅਸੀਂ ਇੱਕ ਦਿਨ ਕੀਤੀ ਹੈ, ਇੱਕ ਹਫ਼ਤਾ ਕੀਤੀ, ਇੱਕ ਮਹੀਨਾ ਕੀਤੀ ਹੈ, ਪ੍ਰੇਅਰ ਦਾ ਕੋਈ ਅਸਰ ਤਾਂ ਆਇਆ ਨਹੀਂਗਾ। ਹੁਣ ਕੀ ਆ, ਜਿਵੇਂ ਇੱਕ ਦੇਹ ਤੋਂ 4-5 ਦਿਨ ਬਾਅਦ ਸੜਿਆਣ ਆਉਂਦੀ, ਐਦਾਂ ਹੀ ਸਾਨੂੰ ਲੱਗਦਾ ਹੁੰਦਾ ਕਿ ਸਾਡੀ ਪ੍ਰਾਰਥਨਾ ਬੇਕਾਰ ਆ। ਅਸੀਂ ਆਪਣੀ ਪ੍ਰਾਰਥਨਾ ਨੂੰ ਕੋਸਣ ਲੱਗ ਪੈਂਦੇ ਆ, ਅਸੀਂ ਆਪਣੇ ਆਪ ਨੂੰ ਨਹੀਂ ਕੋਸਦੇ ਕਿ ਮੇਰੀ ਜੇ ਪ੍ਰੇਅਰ ਦਾ ਉੱਤਰ ਨਹੀਂ ਆ ਰਿਹਾ, ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹ ਨਹੀਂ ਆ ਕਿ ਤੁਹਾਡਾ ਲਿੰਕ ਨਹੀਂ ਪਰਮੇਸ਼ਰ ਨਾਲ ਬਣ ਰਿਹਾ, ਜਾਂ ਤੁਹਾਡੀ ਪ੍ਰਾਰਥਨਾ ਛੋਟੀ ਆ, ਜਾਂ ਤੁਹਾਡੀ ਪ੍ਰਾਰਥਨਾ ਹੌਲੀ ਹੋਈ ਹੈ। ਨਹੀਂ, ਤੁਹਾਡੀ ਪ੍ਰਾਰਥਨਾ 'ਚ ਵਚਨ ਨਹੀਂ ਆ। ਜਿਸ ਜ਼ਿੰਦਗੀ 'ਚੋਂ ਤੁਸੀਂ ਪ੍ਰਾਰਥਨਾ ਕਰ ਰਹੇ ਹੋ ਉਸ ਜ਼ਿੰਦਗੀ 'ਚ ਵਚਨ ਨਹੀਂ ਆ। ਹਾਲੇਲੂਇਆ। ਆਪਣੇ ਪੂਰੇ ਦਿਲ ਨਾਲ ਪਰਮੇਸ਼ਰ ਤੇ ਭਰੋਸਾ ਕਰੋ। ਜੇ ਤੁਹਾਨੂੰ ਲੱਗੇ ਕਿ ਐਤਵਾਰ ਨੂੰ ਕੰਮ ਮਿਲ ਗਿਆ, ਜੇ ਐਤਵਾਰ ਨੂੰ ਤੁਹਾਨੂੰ ਡਿਊਟੀ ਮਿਲ ਗਈ, ਐਤਵਾਰ ਨੂੰ ਤੁਹਾਨੂੰ ਜੌਬ ਤੇ ਸੱਦ ਲਿਆ, ਤਾਂ ਤੁਸੀਂ ਕਹਿੰਦੇ ਕਿ ਮੇਰਾ ਪੂਰੇ ਦਿਲ ਨਾਲ ਪਰਮੇਸ਼ਰ ਤੇ ਭਰੋਸਾ ਰੱਖਦਾ ਆ, ਸਬਤ ਤੋੜ ਕੇ ਤੁਸੀਂ ਦਾएं ਬਾएं ਤੁਰੇ ਫਿਰੋ। ਇਹ ਗੱਲਾਂ ਦਾ ਸਬਤ ਆ ਮੇਰੇ ਜੋ, ਫਿਰ ਗੱਲਾਂ ਦਾ ਹੀ ਦਿਲ ਤੋਂ ਭਰੋਸਾ ਆ, ਫਿਰ ਕੋਈ ਭਰੋਸਾ ਨਹੀਂ ਆ। ਪੂਰੇ ਦਿਲ ਨਾਲ ਭਰੋਸੇ ਦਾ ਮਤਲਬ ਪਰਮੇਸ਼ਰ ਦੇ ਹਰੇਕ ਵਚਨ ਦੇ ਲਈ ਆਪਣੇ ਜੀਵਨ ਨੂੰ ਸਮਰਪਣ ਕਰਨਾ, ਕਿ ਹਰੇਕ ਵਚਨ ਮੈਂ ਆਪਣੇ ਜੀਵਨ 'ਚ ਪੂਰਾ ਕਰਨਾ, ਦਾएं ਬਾएं ਵੱਲ ਧਿਆਨ ਨਹੀਂ ਦੇਣਾ ਮੈਂ। ਤੇ ਸਾਨੂੰ ਜਦੋਂ ਛੁੱਟੀ ਹੁੰਦੀ ਆ ਅਸੀਂ ਉਦੋਂ ਚਰਚ ਆਉਂਦੇ ਆ ਤੇ ਫੇਰ ਕਹਿੰਦੇ ਸਾਡਾ ਸਾਰਾ ਹੀ ਭਰੋਸਾ ਪ੍ਰਭੂ ਤੇ ਆ। ਕਿਉਂ ਨਹੀਂ ਉੱਤਰ ਆ ਰਿਹਾ, ਕਿਉਂ ਨਹੀਂ ਕੰਮ ਹੋ ਰਿਹਾ, ਕਿਉਂ ਨਹੀਂ ਆਸ਼ੀਸ਼ ਸਾਡੇ ਜੀਵਨ ਦੇ ਵਿੱਚ? ਉਹਦਾ ਕਾਰਨ ਕੀ ਆ? ਕਿ ਸਾਡਾ ਭਰੋਸਾ ਸਾਡੇ ਆਪਣੇ ਆਪ ਦੇ ਉੱਤੇ ਆ। ਔਰ ਬਾਈਬਲ ਸੰਤ ਸੁਲੇਮਾਨ ਨੇ ਕੀ ਕਿਹਾ ਆ, ਆਪਣੇ ਹੀ ਉੱਤੇ ਇਤਬਾਰ ਨਾ ਕਰ, ਆਪਣੀ ਸਮਝ ਤੇ ਇਤਬਾਰ ਨਾ ਕਰੀ। ਹੋ ਸਕਦਾ ਤੂੰ ਆਪਣੀ ਸਮਝ ਨਾਲ ਬਹੁਤ ਵਧਣ ਦੀ ਕੋਸ਼ਿਸ਼ ਕਰੇ। ਪਰਮੇਸ਼ਰ ਨਕੰਮੀ ਬੁੱਧ ਵਾਲਾ ਪਰਮੇਸ਼ਰ ਨਹੀਂ ਆ ਕਿ ਉਹਨੇ ਤੁਹਾਨੂੰ ਸੱਦ ਲਿਆ। ਉਹਨੇ ਕਿਉਂ ਸੱਦਿਆ? ਕਿ ਤੁਸੀਂ ਆਪਣੀ ਸਮਝ ਤੋਂ ਫੇਲ ਆ। ਤੁਸੀਂ ਕਹਾਂ ਵੀ ਜਦੋਂ ਬਦਲੋਗੇ ਤੁਸੀਂ ਫੇਲ ਆ। 500 ਰੁਪਈਆ ਕਮਾ ਕੇ ਤੁਸੀਂ ਮੇਰੇ ਜੋ ਇੱਕ ਦਿਨ ਦਾ ਵਚਨ ਤੋੜ ਕੇ 500 ਰੁਪਈਆ ਕਮਾ ਕੇ ਤੁਸੀਂ ਆਪਣੇ ਪਰਿਵਾਰ ਨੂੰ ਸ਼ਾਂਤੀ ਨਹੀਂ ਦੇ ਸਕਦੇ, ਆਨੰਦ ਨਹੀਂ ਦੇ ਸਕਦੇ, ਕਿਉਂਕਿ ਇਨਸਾਨ ਦੀ ਬੁੱਧ, ਇਨਸਾਨ ਦੀ ਜਿਹੜੀ ਸਮਝ ਆ, ਪਰਮੇਸ਼ਰ ਕਹਿੰਦਾ ਬੇਕਾਰ ਆ, ਇਹਦੇ ਉੱਤੇ ਇਤਬਾਰ ਨਾ ਕਰੋ।
ਅਸੀਂ ਘਰ 'ਚ ਜਿੰਨੇ ਵੀ ਘਾਟੇ ਖਾਂਦੇ ਆ, ਜਿੰਨੇ ਦੁੱਖ ਚੱਲਦੇ ਆ, ਕਹਿੰਦੇ ਨੇ ਕਿ ਕਾਸ਼ ਮੈਂ ਆ ਨਾ ਕੀਤਾ ਹੁੰਦਾ, ਕਾਸ਼ ਮੈਂ ਆ ਨਾ ਕੀਤਾ ਹੁੰਦਾ, ਕਾਸ਼ ਕਿ ਆ ਮੈਂ ਗੱਲ ਨਾ ਕੀਤੀ ਹੁੰਦੀ, ਕਾਸ਼ ਮੈਂ ਉੱਥੇ ਨਾ ਗਿਆ ਹੁੰਦਾ। ਆਪ ਹੀ ਕੱਲ ਆਪ ਸਭ ਕੁਝ ਕਰਕੇ ਆਪ ਹੀ ਘਾਟੇ ਉਹਨਾਂ ਚੀਜ਼ਾਂ ਨਾਲ ਖਾ ਕੇ ਅਸੀਂ ਫਿਰ ਉਹਨੇ ਕੋਸਦੇ ਆ। ਦਾ ਮਤਲਬ ਕਿ ਜੋ ਕੁਝ ਅਸੀਂ ਆਪਣੀ ਸਮਝ ਨਾਲ ਕੀਤਾ ਸੀ ਉਹ ਬੇਕਾਰ ਹੋ ਗਿਆ, ਉਹਦੇ ਨਾਲ ਸਾਨੂੰ ਘਾਟਾ ਪਿਆ, ਰੋਣਾ ਸਾਡੀ ਜ਼ਿੰਦਗੀ 'ਚ ਆ ਗਿਆ, ਸਾਡੀ ਜ਼ਿੰਦਗੀ 'ਚ ਦੁੱਖ ਆਇਆ ਜੋ ਅਸੀਂ ਕੀਤਾ। ਇੱਕ ਮੈਂ ਨਿਊਜ਼ ਸੁਣ ਰਿਹਾ ਸੀ ਫੇਸਬੁੱਕ ਦੇ ਉੱਤੇ, 4 ਨੌਜਵਾਨ ਇੱਕ ਗੱਡੀ ਵਿੱਚ, ਮਗਵੀਂ ਗੱਡੀ ਦੇ ਵਿੱਚ ਸਫ਼ਰ ਕਰ ਰਹੇ ਸੀ। ਜਿਹੜਾ ਪਿੱਛੇ ਬੈਠਾ ਸੀ ਉਹ ਲਾਈਵ ਕਰ ਰਿਹਾ ਸੀ, ਫੋਨ ਤੋਂ ਫੇਸਬੁੱਕ ਲਾਈਵ ਚਲਾ ਰਿਹਾ ਸੀ। ਉਹ ਜਿਹੜਾ ਡਰਾਈਵਰ ਸੀ ਉਹਦਾ ਧਿਆਨ ਉਹਦੇ ਵੱਲ ਚਲਾ ਗਿਆ ਕਿ ਲਾਈਵ ਚੱਲਦਾ ਪਿਆ, ਚਲੋ ਮੈਂ ਆਪਣੀ ਸ਼ਕਲ ਦਿਖਾ ਦਿੰਦਾ ਆ। ਔਰ ਗੱਡੀ ਇੰਨੀ ਸਪੀਡ ਦੇ ਵਿੱਚ ਸੀ, ਅਗਾਂਹ ਜਾ ਕੇ ਪਤਾ ਨਹੀਂ ਕਾਹਦੇ ਵਿੱਚ ਵੱਜੀ, 3 ਤਾਂ ਉੱਥੇ ਹੀ ਮਰ ਗਏ। ਜਿਹੜਾ ਇਹ ਚੌਥਾ ਲਾਈਵ ਕਰਦਾ ਪਿਆ ਸੀ, ਇਹ ਮੁੰਡਾ, ਇਹਦੇ ਚੂਲੇ ਦੀਆਂ ਦੋਨੇ ਅੱਡੀਆਂ ਟੁੱਟ ਗਈਆਂ, ਦੋਨੇ ਲੱਤਾਂ ਟੁੱਟ ਗਈਆਂ, ਔਰ ਹਾਲਾਤ ਉਹਦੇ ਸੀਰੀਅਸ ਸੀ। ਉਹਦੀ ਇੰਟਰਵਿਊ ਲੈ ਰਿਹਾ ਸੀ ਇੱਕ ਰਿਪੋਰਟਰ ਨਿਊਜ਼ ਚੈਨਲ 'ਚ, ਔਰ ਉਹਨੂੰ ਪੁੱਛਿਆ ਗਿਆ ਕਿ ਗੱਡੀ ਕਿਹਦੀ ਸੀ, ਕਹਿੰਦਾ ਮੰਗਵੀਂ ਸੀ। ਉਹਨੇ ਕਿਹਾ ਕਿੰਨੇ ਮੰਗ ਕੇ ਲਿਆਂਦੀ ਸੀ, ਉਹ ਕਹਿੰਦਾ ਮੈਂ ਹੀ ਮੰਗ ਕੇ ਲਿਆਂਦੀ ਸੀ। ਧਿਆਨ ਦਿਓ, ਜਿਹੜੇ 3 ਮਾਰ ਗਏ ਉਹ ਤਾਂ ਖਤਮ ਹੋ ਗਈ ਗੱਲ, ਪਰ ਇਹਦੇ ਗੱਲ ਕੀ ਪੈ ਗਿਆ, ਟੁੱਟੇ ਚੂਲੇ, ਟੁੱਟੀਆਂ ਲੱਤਾਂ ਪੈ ਗਈਆਂ ਇਹਦੇ ਗੱਲ। ਦੂਜੀ ਜਿਹਦੀ ਗੱਡੀ ਮੰਗ ਕੇ ਲਿਆਂਦੀ ਸੀ ਉਹ ਵੀ ਇਹਦੀ ਗੱਲ ਪੈ ਗਈ। ਹੁਣ ਕੀ ਆ, ਹੁਣ ਦਿਮਾਗ 'ਚ ਇੱਕੋ ਹੀ ਗੱਲ ਆ, ਕਾਸ਼ ਮੈਂ ਗੱਡੀ ਨਾ ਲਿਆਂਦੀ ਹੁੰਦੀ, ਕਾਸ਼ ਮੈਂ ਆਪਣੇ ਦੋਸਤਾਂ ਨਾਲ ਗਿਆ ਹੁੰਦਾ, ਕਾਸ਼ ਕਿ ਮੈਂ ਲਾਈਵ ਨਾ ਕਰਦਾ ਹੁੰਦਾ, ਕਾਸ਼ ਕਿ ਮੇਰਾ ਧਿਆਨ ਫੋਨ ਵੱਲ ਨਾ ਹੁੰਦਾ, ਕਾਸ਼ ਕਿ ਮੈਂ ਡਰਾਈਵਰ ਆਪਣੇ ਦੋਸਤ ਨੂੰ ਪਿੱਛੇ ਨੂੰ ਨਾ ਦੇਖਣ ਨੂੰ ਕਹਿੰਦਾ। ਹੁਣ ਕੀ ਰਹਿ ਗਿਆ, ਭਾਵ ਜੋ ਕੁਝ ਉਹਨੇ ਆਪਣੀ ਜ਼ਿੰਦਗੀ 'ਚ ਕਮਾ ਲਿਆ ਉਹ ਆਪਣੀ ਬੁੱਧ ਨਾਲ, ਆਪਣੀ ਸਮਝ ਨਾਲ ਕਮਾਇਆ ਉਹਨੇ, ਆਪਣੀ ਬੁੱਧ ਨਾਲ। ਹੁਣ ਮੈਨੂੰ ਨਹੀਂ ਪਤਾ ਕਿ ਸ਼ਾਇਦ ਮੇਰੇ ਨਾਲ ਫੇਸਬੁੱਕ ਤੇ ਜੁੜਿਆ ਜਾਂ ਕਿੱਦਾਂ ਹੈਗੀ ਹੈ, ਪਰ ਉਹ ਇਹ ਕਿ ਮੈਂ ਖਬਰ ਆਪਣੀ ਹੀ ਫੇਸਬੁੱਕ ਆਈਡੀ ਤੋਂ ਚੈੱਕ ਕੀਤੀ ਹੈ, ਖਬਰ ਆਪਣੀ ਫੇਸਬੁੱਕ ਆਈਡੀ ਤੋਂ, ਸ਼ਾਇਦ ਮੇਰੀ ਫੇਸਬੁੱਕ ਮੇਰਾ ਅੱਜ ਬਚਨ ਸੁਣ ਲਵੇ। ਪਰ ਉਹ ਸਾਰਾ ਘਾਟਾ ਜਿਹੜਾ ਉਹਨੂੰ ਪਿਆ ਉਹ ਆਪਣੀ ਸਮਝ ਉੱਤੇ ਇਤਬਾਰ ਕਰਕੇ ਪਿਆ। ਤੇ ਅਸੀਂ ਵੀ ਬਹੁਤ ਸਾਰੇ ਲੋਕ ਇਦਾਂ ਦੇ ਆ, ਬੜੇ ਘਾਟੇ ਖਾਦੇ ਆ ਤੇ ਘਾਟੇ ਗੁਆਂਢੀਆਂ ਨੇ ਨਹੀਂ ਪਾਏ। ਆਪਣੀ ਸੋਚ ਉੱਤੇ, ਆਪਣੀ ਸਮਝ ਉੱਤੇ ਇਤਬਾਰ ਕਰਕੇ ਅਸੀਂ ਚੱਲੇ ਤੇ ਚੱਲਣ ਕਰਕੇ ਮੇਰੇ ਇਜ਼ੋ ਘਾਟਿਆਂ ਦੇ ਵਿੱਚ ਤਾਂ ਫਿਰ ਮੂੰਹ ਲਮਕਾ ਕੇ ਅਸੀਂ ਪ੍ਰਭੂ ਨੂੰ ਕਹਿੰਦੇ, ਪ੍ਰਭੂ ਤੂੰ ਸਾਨੂੰ ਬਚਾਉਂਦਾ ਨਹੀਂ, ਤੂੰ ਸਾਡਾ ਉੱਤਰ ਨਹੀਂ ਦਿੰਦਾ, ਤੂੰ ਸਾਡੀਆਂ ਗੱਲਾਂ ਨਹੀਂ ਸੁਣਦਾ, ਸਾਡੀ ਪ੍ਰੇਅਰ ਦੇ ਉੱਤੇ ਧਿਆਨ ਨਹੀਂ ਦਿੰਦਾ ਹੈਗਾ। ਪਹਿਲਾਂ ਜੇ ਇੱਕ ਇਸ ਆਇਤ ਦੇ ਉੱਤੇ ਅਸੀਂ ਧਿਆਨ ਲਾਈਏ, ਪੂਰੀ ਬਾਈਬਲ ਪੂਰੀ ਹੋ ਜਾਂਦੀ ਜੀਵਨ 'ਚ। ਆਪਣੇ ਪੂਰੇ ਦਿਲ ਨਾਲ ਯਹੋਵਾ ਦੇ ਉੱਤੇ ਭਰੋਸਾ ਰੱਖ ਤੇ ਆਪਣੀ ਹੀ ਸਮਝ ਉੱਤੇ ਇਤਬਾਰ ਨਾ ਕਰ। ਅਸੀਂ ਆਪਣੇ ਸਰੀਰ ਦੇ ਆਨੰਦ ਨੂੰ ਪੂਰਾ ਕਰਨ ਦੇ ਲਈ, ਆਪਣੀ ਫੈਮਿਲੀ ਦੇ ਆਨੰਦ ਨੂੰ ਪੂਰਾ ਕਰਨ ਦੇ ਲਈ ਕਈ ਵਾਰ ਪਰਮੇਸ਼ਰ ਦੇ ਵਚਨ ਨੂੰ ਤੋੜਦੇ ਹਾਂ। ਜਦੋਂ ਵਚਨ ਨੂੰ ਤੋੜਦੇ ਹਾਂ ਤਾਂ ਮਤਲਬ ਕਿ ਅਸੀਂ ਆਪਣੀ ਸਮਝ ਦੇ ਉੱਤੇ ਇਤਬਾਰ ਕੀਤਾ ਆ ਤੇ ਪ੍ਰਭੂ ਦੇ ਵਚਨ ਦੇ ਉੱਤੇ ਇਤਬਾਰ ਨਹੀਂ ਕੀਤਾ, ਉਹਨੂੰ ਛੱਡ ਦਿੱਤਾ। ਪਰਮੇਸ਼ਰ ਨੇ ਆਦਮ ਨੂੰ ਇੱਕ ਸਮਝ ਦਿੱਤੀ, ਪਰਮੇਸ਼ਰ ਨੇ ਆਦਮ ਨੂੰ ਸਮਝ ਦਿੱਤੀ। ਕਿਹੜੀ ਸਮਝ ਦਿੱਤੀ? ਅਦਨ ਦੀ ਵਾਟਿਕਾ ਦੇ ਵਿੱਚ ਉਹਨੇ ਇੱਕੋ ਹੀ ਸਮਝ ਵਾਲੀ ਗੱਲ ਕੀ ਦੱਸੀ ਉਹਨੂੰ, ਕਹਿੰਦਾ ਇਸ ਬਾਗ ਦੇ ਸਾਰੇ ਰੁੱਖਾਂ ਤੋਂ ਨਿਸੰਗ ਖਾਈ, ਪਰ ਇਸ ਵਿਚਕਾਰਲੇ ਰੁੱਖ ਤੋਂ ਕਦੀ ਨਾ ਖਾਈ। ਇਹ ਪਰਮੇਸ਼ਰ ਨੇ ਉਹਨੂੰ ਸਮਝ ਦਿੱਤੀ ਸੀ। ਪਰ ਸ਼ੈਤਾਨ ਨੇ ਆ ਕੇ ਔਰਤ ਨੂੰ ਕਿਹਾ ਕੀ ਤੁਹਾਨੂੰ ਕਿਸੇ ਰੁੱਖ ਤੋਂ ਖਾਣ ਤੋਂ ਵਰਜਿਆ? ਕਹਿੰਦੀ ਹਾਂ ਸਾਨੂੰ ਵਰਜਿਆ। ਤੇ ਹੁਣ ਸ਼ੈਤਾਨ ਨੇ ਆਪਣੀ ਸਮਝ ਦਿੱਤੀ, ਕਹਿੰਦਾ ਨਹੀਂ ਤੁਸੀਂ ਇਸ ਰੁੱਖ ਤੋਂ ਖਾਓ ਤੇ ਤੁਸੀਂ ਪ੍ਰਭੂ ਵਰਗੇ ਬਣ ਜਾਓਗੇ। ਹੁਣ ਪਰਮੇਸ਼ਰ ਨੇ ਸਮਝ ਦਿੱਤੀ, ਉਧਰੋਂ ਸ਼ੈਤਾਨ ਨੇ ਸਮਝ ਦਿੱਤੀ ਆ। ਪਰਮੇਸ਼ਰ ਸਾਨੂੰ ਪਵਿੱਤਰਤਾ ਵਿੱਚ, ਪਰਮੇਸ਼ਰ ਸਾਨੂੰ ਆਤਮਿਕ ਕੰਮਾਂ ਦੇ ਵਿੱਚ, ਪਰਮੇਸ਼ਰ ਸਾਨੂੰ ਵਚਨ ਦੇ ਵਿੱਚ ਖੜਾ ਹੋਣ ਲਈ ਕਹਿ ਰਿਹਾ। ਜੇ ਤੁਸੀਂ ਮੇਰੇ ਵਿੱਚ, ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ, ਜੋ ਚਾਹੋ ਸੋ ਮੰਗੋ ਤੁਹਾਡੇ ਲਈ ਹੋ ਜਾਵੇਗਾ। ਪਰ ਅੱਜ ਦਾ ਇਨਸਾਨ, ਅੱਜ ਦਾ ਭਗਤ ਮੇਰੇ ਤੋਂ ਪਰਮੇਸ਼ਰ ਦੀਆਂ ਗੱਲਾਂ ਤਾਂ ਜ਼ਰੂਰ ਸੁਣਦਾ, ਲੇਕਿਨ ਪਰਮੇਸ਼ਰ ਦੇ ਵਚਨਾਂ ਦੇ ਵਿੱਚ ਰਹਿੰਦਾ ਨਹੀਂ ਆ, ਕਿਉਂਕਿ ਉਹ ਆਪਣੀ ਸਮਝ ਦੇ ਘੋੜੇ ਜ਼ਿਆਦਾ ਦੜਾਉਂਦਾ ਆ। ਉਹ ਆਪਣੀ ਸਮਝ ਦੇ ਘੋੜੇ ਜ਼ਿਆਦਾ ਦੜਾਉਂਦਾ ਆ। ਤੇ ਮੇਰੇ ਤੋਂ ਧਿਆਨ ਦਿਓ, ਦੋਨੇ ਹੀ ਗੱਲਾਂ ਨੂੰ ਸੁਣਿਆ। ਆਦਮ ਨੇ ਆਪਣੀ ਪਤਨੀ ਨਾਲ ਗੱਲ ਕੀਤੀ ਹੋਈ, ਕਿਉਂਕਿ ਪਤਨੀ ਨੇ ਸ਼ੈਤਾਨ ਨੂੰ ਦੱਸਿਆ ਕਿ ਸਾਨੂੰ ਰੋਕਿਆ ਹੋਇਆ ਹੈ ਇਸ ਖਾਣ ਨੂੰ, ਤੇ ਸ਼ੈਤਾਨ ਨੇ ਕਿਹਾ ਨਹੀਂ ਜੇ ਤੁਸੀਂ ਖਾਓਗੇ ਪ੍ਰਭੂ ਵਰਗੇ ਬਣ ਜਾਓਗੇ। ਮੈਂ ਉਤਪਤ ਦੇ ਵਿੱਚ ਜਾਵਾਂਗਾ, ਆਈਏ ਉਤਪਤ ਦੇ ਵਿੱਚ ਵੇਖਦੇ ਹਾਂ। ਤਿੰਨ ਦੀ 3 ਪੜ੍ਹਦਾ ਹਾਂ। ਪਰ ਜਿਹੜਾ ਬ੍ਰਿਸ਼ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ਰ ਨੇ ਆਖਿਆ ਤੁਸੀਂ ਨਾ ਖਾਓ, ਤਾਂ ਨਾ ਉਸ ਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ। ਪਰਮੇਸ਼ਰ ਨੂੰ ਸਮਝ ਦਿੱਤੀ ਕਿ ਇਸ ਰੁੱਖ ਨੂੰ ਨਾ ਹੱਥ ਲਗਾਉਣਾ, ਫਲ ਨੂੰ ਨਾ ਇਹਨੂੰ ਖਾਣਾ, ਅਜਿਹਾ ਨਾ ਹੋਵੇ ਕਿ ਤੁਸੀਂ ਇਹਨੂੰ ਹੱਥ ਲਗਾਓ ਜਾਂ ਖਾ ਲਵੋ ਤੇ ਤੁਸੀਂ ਮਰ ਜਾਣਾ ਆ। ਪਰਮੇਸ਼ਰ ਨੇ ਸਮਝ ਦਿੱਤੀ।
ਪਰਮੇਸ਼ਰ ਨੇ ਸਮਝ ਦਿੱਤੀ, ਭਰੋਸਾ ਕਰਕੇ ਤੁਰੇ ਗਏ, ਰੱਬ ਦੀ ਕਿਰਪਾ ਸੀ। ਪਰ ਉਸ ਤੋਂ ਬਾਅਦ ਸ਼ੈਤਾਨ ਨੇ ਕੀ ਕਿਹਾ? ਪਰ ਸੱਪ ਨੇ ਤੀਮੀ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ, ਕਿ ਤੁਸੀਂ ਨਹੀਂ ਮਰਨਾ। ਹੁਣ ਇੱਕ ਸਮਝ ਸ਼ੈਤਾਨ ਨੇ ਪਾਤੀ। ਰੱਬ ਦੀ ਗੱਲ ਜਿਹੜੀ ਉਹ ਵੱਡੀ ਆ, ਆਪਣੀ ਸਮਝ ਆ ਉਹ ਵੱਡੀ ਆ। ਅਸੀਂ ਕਈ ਵਾਰੀ ਆਪਣੀ ਸਮਝ ਨੂੰ ਕਹਿੰਦੇ ਆ ਕਿ ਸਾਡੀ ਸਮਝ ਵੱਡੀ ਆ। ਦੇਖਿਆ, ਮੈਂ ਆਪਣੇ ਅਕਲ ਦਿਮਾਗ ਲੜਾਇਆ ਤਾਂ ਮੈਂ ਜਿੱਤ ਗਿਆ ਨਾ। ਮੈਂ ਆਪਣੇ ਦਿਮਾਗ ਨਾਲ ਕੰਮ ਕੀਤਾ, ਦੇਖਿਆ ਸਫਲ ਹੋ ਗਿਆ ਨਾ। ਪਰ ਇਹ ਨਹੀਂ ਪਤਾ ਕਿ ਜਿਹੜਾ ਤੁਸੀਂ ਦਿਮਾਗ ਵਰਤਿਆ ਖੁਦਾ ਦੇ ਵਿਰੋਧ ਕੰਮ ਕਰ ਗਿਆ, ਪਰਮੇਸ਼ਰ ਦੇ ਵਚਨ ਚ, ਬਾਈਬਲ ਦੇ ਵਿਰੋਧ ਵਿੱਚ ਕੰਮ ਕਰ ਗਿਆ ਤੁਹਾਡਾ ਦਿਮਾਗ। ਹੁਣ ਇੱਥੇ ਇਸ ਔਰਤ ਨੇ ਕੀ ਕਿਹਾ? ਦੋਨਾਂ ਦੀਆਂ ਗੱਲਾਂ ਸੁਣ ਲਈਆਂ, ਪ੍ਰਭੂ ਦੀ ਵੀ ਸੁਣੀ ਆ, ਸ਼ੈਤਾਨ ਦੀ ਵੀ ਸੁਣੀ ਆ। ਤੇ ਬਾਈਬਲ 'ਚ ਕੀ ਲਿਖਿਆ ਗਿਆ? ਉਹਨੇ ਕਿਹਾ ਤੂੰ ਆਪਣੇ ਪੂਰੇ ਦਿਲ ਨਾਲ ਯਹੋਵਾ ਤੇ ਭਰੋਸਾ ਰੱਖ, ਆਪਣੀ ਸਮਝ ਉੱਤੇ ਇਤਬਾਰ ਨਾ ਕਰੀ। ਜੋ ਪਰਮੇਸ਼ਰ ਨੇ ਤੈਨੂੰ ਕਿਹਾ ਬਸ ਉਹਦੇ ਉੱਤੇ ਮਨਨ ਕਰ, ਉਹਦੇ ਉੱਤੇ ਚੱਲ, ਆਪਣੀ ਸਮਝ ਨਾਲ ਕੁਝ ਵੀ ਨਵਾਂ ਕਰਨ ਦੀ ਕੋਸ਼ਿਸ਼ ਨਾ ਕਰੀ। ਉਹਨੇ ਜਦੋਂ 6 ਨੂੰ ਪੜ੍ਹਦੇ ਆ, ਲਿਖਿਆ ਤਾਂ ਤੀਮੀ ਨੇ ਵੇਖਿਆ ਕਿ ਉਹ ਬ੍ਰਿਸ਼ ਖਾਣ ਲਈ ਚੰਗਾ ਤੇ ਅੱਖੀਆਂ ਨੂੰ ਭਾਉਂਦਾ ਆ, ਅਤੇ ਇਹ ਬ੍ਰਿਸ਼ ਬੁੱਧ ਦੇਣ ਦੇ ਲਈ ਲੋੜੀਂਦਾ ਆ। ਵੀ ਇਹ ਫਲ ਜਿਹੜਾ ਹੈ ਨਾ, ਇਹ ਜ਼ਰੂਰੀ ਹੈ ਮੇਰੇ ਜੀਵਨ ਲਈ, ਮੇਰੇ ਤੇ ਮੇਰੇ ਪਤੀ ਦੇ ਲਈ ਬਹੁਤ ਜ਼ਰੂਰੀ ਹੈ ਫਲ। ਜਦ ਪਰਮੇਸ਼ਰ ਤੋਂ ਭਰੋਸਾ ਛੱਡ ਕੇ ਆਪਣੀ ਸਮਝ ਉੱਤੇ ਇਤਬਾਰ ਕੀਤਾ ਕਿ ਜਿਹੜੀ ਰੱਬ ਨੇ ਗੱਲ ਕਹੀ ਹੈ ਮੈਂ ਇਹ ਨਹੀਂ ਪੂਰੀ ਕਰਨੀ, ਜਿਹੜੀ ਆਹ ਗੱਲ ਨਵੀਂ ਕੰਨਾਂ 'ਚ ਪਈ ਹੈ ਨਾ ਇਹ ਕਰਨੀ ਆ। ਜਦ 6 ਦਿਨ ਲਗਾਤਾਰ ਵਿਹਲਾ ਹੀ ਰਿਹਾ ਆ, ਹੁਣ 7ਵੇਂ ਦਿਨ ਕੰਮ ਮਿਲ ਗਿਆ। ਚਲੋ ਰੱਬ ਨੂੰ ਵੀ ਪਤਾ ਹੀ ਆ ਬੜਾ ਔਖਾ ਜੀਵਨ ਪਾਸ ਕਰਨਾ, ਨਿਆਣੇ ਪਾਲਣੇ ਆ, ਕਰਨਾ ਉਹ ਕਰਨਾ। 6 ਦਿਨ ਵਿਹਲੇ ਆ, 7ਵੇਂ ਦਿਨ ਸ਼ੈਤਾਨ ਨੇ ਕੰਮ ਦੇਣਾ ਹੈ, ਰੱਬ ਨੇ ਕੰਮ ਨਹੀਂ ਦੇਣਾ। ਹਾਲੇਲੂਇਆ। ਔਰ ਮੈਂ ਇੱਕ ਗੱਲ ਕਲੀਅਰ ਕਰਦਾ ਆ, ਧਿਆਨ ਨਾਲ ਸੁਣੋ ਸਾਰੇ ਜਾਣੇ। ਤੁਹਾਡੀਆਂ ਪ੍ਰਾਰਥਨਾ ਤੋਂ ਬਾਅਦ ਤੁਹਾਨੂੰ ਕੋਈ ਜੌਬ ਮਿਲਦੀ ਹੈ, ਤੁਹਾਨੂੰ ਕੋਈ ਕੰਮ ਮਿਲਦਾ ਹੈ, ਤੁਹਾਡਾ ਕੋਈ ਜੀਵਨ 'ਚ ਕੁਝ ਵੀ ਹੋ ਰਿਹਾ ਜੋ ਤੁਸੀਂ ਚਾਹੁੰਦੇ ਆ, ਉਹਨੂੰ ਜਾਂਚਣਾ ਕਿ ਰੱਬ ਵੱਲੋਂ ਆ ਜਾਂ ਸ਼ੈਤਾਨ ਦੇ ਵੱਲੋਂ। ਉਹਨੂੰ ਜਾਂਚਣਾ ਕਿੱਦਾਂ ਜਾਂਚਣਾ ਹੈ? ਕਿ ਜਦੋਂ ਤੁਹਾਨੂੰ ਤੁਹਾਡੀ ਪ੍ਰੇਅਰ ਦੇ ਨਾਲ ਜਾਂ ਤੁਹਾਡੀ ਆਤਮਿਕ ਲਾਈਫ ਦੇ ਵਿੱਚ ਕੋਈ ਕੰਮ ਹੋਇਆ, ਉਹਨੂੰ ਪਹਿਲਾਂ ਜਾਂਚੋ ਕਿ ਕਿਹਦੇ ਵੱਲੋਂ ਆ। ਜੇ ਉਸ ਕੰਮ ਜਾਂ ਬਰਕਤ ਦੇ ਨਾਲ ਤੁਹਾਡੀ ਭਗਤੀ ਦੇ ਵਿੱਚ ਥੋੜੀ ਵੀ ਕਮੀ ਆਉਂਦੀ ਆ, ਥੋੜੀ ਵੀ ਕਮੀ ਆਉਂਦੀ ਆ ਭਗਤੀ 'ਚ, ਤੇ ਸਮਝ ਲਓ ਇਹ ਕੰਮ ਰੱਬ ਵੱਲੋਂ ਨਹੀਂ, ਸ਼ੈਤਾਨ ਵੱਲੋਂ। ਕਿਉਂਕਿ ਰੱਬ ਭਗਤੀ ਵਧਾਉਂਦਾ ਆ, ਸ਼ੈਤਾਨ ਭਗਤੀ ਘਟਾਉਂਦਾ ਆ। ਜੇ ਕੋਈ ਵੀ ਕੰਮ, ਜੌਬ ਜਾਂ ਕੋਈ ਐਦਾਂ ਦਾ ਸਿਸਟਮ ਜਿਹੜਾ ਤੁਹਾਨੂੰ ਪ੍ਰਾਰਥਨਾ ਤੋਂ ਬਾਅਦ, ਭਗਤੀ ਤੋਂ ਬਾਅਦ ਮਿਲਿਆ, ਪਰ ਉਹਦੇ ਵਿੱਚ ਤੁਹਾਡੀ ਜ਼ਿੰਦਗੀ ਦੁੱਖ ਆਇਆ, ਉਹਦੇ ਕਾਰਨ ਤੰਗੀ ਆਈ, ਉਹਦੇ ਕਾਰਨ ਪੀੜਾ ਆਈ ਆ, ਤਾਂ ਮੇਰੇ ਇਹੋ ਸਮਝ ਲਓ ਕਿ ਸ਼ੈਤਾਨ ਦੇ ਵੱਲੋਂ ਆ। ਕਿਉਂਕਿ ਲਿਖਿਆ ਬਾਈਬਲ 'ਚ, ਜਦੋਂ ਅਸੀਂ ਸੰਤ ਸੁਲੇਮਾਨ ਨੂੰ ਪੜ੍ਹਦੇ ਹਾਂ 10:22 ਦੇ ਵਿੱਚ ਲਿਖਿਆ ਗਿਆ ਹੈ ਕਿ ਯਹੋਵਾ ਦੀ ਬਰਕਤ ਇਨਸਾਨ ਨੂੰ ਧਨੀ ਬਣਾਉਂਦੀ ਆ। ਕਈ ਵਾਰ ਲੋਕ ਗਵਾਹੀਆਂ ਦਿੰਦੇ ਆ ਤੇ ਖੜੇ ਹੋ ਕੇ ਅਸੀਂ ਗਵਾਹੀਆਂ ਕਿਉਂ ਬੰਦ ਕੀਤੀਆਂ? ਕਿਉਂਕਿ ਗਵਾਹੀਆਂ ਦਾ ਸਿਸਟਮ ਠੀਕ ਆ, ਰੱਬ ਦੀ ਮਹਿਮਾ ਜ਼ਰੂਰੀ ਆ, ਪਰ ਕਈ ਵਾਰੀ ਲੋਕ ਸ਼ੈਤਾਨ ਦੀਆਂ ਮਹਿਮਾ ਕਰ ਜਾਂਦੇ ਆ। ਕਈ ਵਾਰ ਲੋਕ ਸ਼ੈਤਾਨ ਦੀ ਮਹਿਮਾ ਕਰ ਜਾਂਦੇ ਆ, ਕੰਮ ਸ਼ੈਤਾਨ ਨੇ ਕੀਤਾ ਹੁੰਦਾ ਆ। ਕਈ ਵਾਰ ਸਾਨੂੰ ਕੁਝ ਐਦਾਂ ਦਾ ਹਾਸਲ ਹੁੰਦਾ ਆ, ਇੱਕ ਪਾਸੇ ਸਾਨੂੰ ਖੁਸ਼ੀ ਮਿਲਦੀ ਪਰ ਦੂਜੇ ਪਾਸੇ ਦੁੱਖ ਆ ਜਾਂਦਾ ਆ। ਤਾਂ ਮੇਰੇ ਜੋ ਦੁੱਖ ਦਾ ਕਾਰਨ ਕੀ ਆ? ਕਈ ਲੋਕ ਕਹਿੰਦੇ ਪ੍ਰਭੂ ਯਿਸੂ ਮਸੀਹ ਨੂੰ ਮੰਨਣ ਨਾਲ ਦੁੱਖ ਹੈਗੇ ਆ। ਹਾਂ, ਉਹ ਦੁੱਖ ਜਿਹੜੇ ਸਰੀਰ ਦੇ ਦੁੱਖ ਆ ਇਹ ਨਹੀਂ ਹੁੰਦੇ। ਯਿਸੂ ਮਸੀਹ ਦਾ ਸਰੀਰਾਂ ਚੋਂ ਦੁੱਖ ਕੱਢ ਦਿੰਦਾ। ਇੱਕ ਪਾਸੋਂ ਤੁਸੀਂ ਮੇਰੇ ਜੋ ਖੁਸ਼ੀ ਕਰ ਰਹੇ ਆ, ਦੂਜੇ ਪਾਸੇ ਤੁਹਾਡੇ ਹੱਥੋਂ ਕੁਝ ਨਿਕਲ ਰਿਹਾ ਆ। ਕਈ ਵਾਰ ਕਹਿੰਦਾ ਕਿ ਮੇਰੇ ਜੋ ਅਸੀਂ ਅੱਗੇ ਨੂੰ ਦੌੜਦੇ ਆ, ਪਿੱਛੇ ਖਲਾਰਾ ਪਿਆ ਹੁੰਦਾ ਆ। ਰੱਬ ਖਲਾਰਾ ਪਾਉਣ ਵਾਲਾ ਨਹੀਂ, ਰੱਬ ਸਮੇਟਣ ਵਾਲਾ ਹੁੰਦਾ ਆ। ਧਿਆਨ ਦਿਓ, ਰੱਬ ਸਮੇਟਣ ਵਾਲਾ ਹੁੰਦਾ। ਕਈ ਵਾਰ ਕਹਿੰਦੇ ਕਿ ਪਰਮੇਸ਼ਰ ਨੇ ਮੇਰੇ ਯਾਰ ਰਸਤਾ ਖੋਲਿਆ, ਪਰਮੇਸ਼ਰ ਨੇ ਮੇਰੇ ਯਾਰ ਕੰਮ ਖੋਲਿਆ, ਪਰਮੇਸ਼ਰ ਨੇ ਮੇਰੇ ਯਾਰ ਕੀਤਾ। ਧਿਆਨ ਦਿਓ, ਜਾਂਚੋ ਕਿ ਜੋ ਤੁਹਾਨੂੰ ਮਿਲਿਆ ਆ ਕਿ ਉਹ ਪਰਮੇਸ਼ਰ ਦੇ ਵੱਲੋਂ ਆ। ਜੇ ਪਰਮੇਸ਼ਰ ਦੇ ਵੱਲੋਂ ਆ ਤੇ ਬਾਈਬਲ ਦੀ ਇਹ ਆਇਤ ਧਿਆਨ ਦਿਓ, ਯਹੋਵਾ ਦੀ ਬਰਕਤ ਇਨਸਾਨ ਨੂੰ ਧਨੀ ਬਣਾਉਂਦੀ ਆ, ਉਹ ਉਸ ਵਿੱਚ ਸੋਗ ਨਹੀਂ ਮਿਲਾਉਂਦਾ। ਤੁਸੀਂ ਅੱਗੇ ਨੂੰ ਵਧਦੇ ਲੇਕਿਨ ਪਿੱਛੇ ਖਲਾਰਾ ਪੈ ਜਾਂਦਾ। ਤੁਸੀਂ ਇੱਕ ਵਾਰ ਸੱਜੇ ਪਾਸੇ ਨੂੰ ਵਧਦੇ, ਖੱਬੇ ਪਾਸੇ ਖਲਾਰਾ ਪਿਆ ਹੁੰਦਾ। ਤੁਸੀਂ ਸੱਜੇ ਪਾਸੇ ਵਧਦੇ, ਖੱਬੇ ਪਾਸੇ ਖਲਾਰਾ ਪਿਆ ਹੁੰਦਾ। ਕੀ ਪਿਆ ਆ? ਇੱਕ ਪਾਸੇ ਸ਼ੈਤਾਨ ਵਧਾਈ ਜਾਂਦਾ, ਦੂਜੇ ਪਾਸੇ ਤੁਹਾਨੂੰ ਖਿਲਾਰੀ ਜਾਂਦਾ ਆ। ਬੈਲੈਂਸ ਉੱਥੇ ਕੀ ਰਹਿ ਜਾਂਦਾ? ਬੈਲੈਂਸ ਉੱਥੇ ਕੀ? ਕਹਿੰਦਾ ਧਨੀ ਬਣਾਉਂਦੀ ਆ। ਧਨੀ ਜ਼ਰੂਰੀ ਨਹੀਂ ਪੈਸੇ ਨਾਲ, ਧਨੀ ਜ਼ਰੂਰੀ ਨਹੀਂ ਧਨ ਦੇ ਨਾਲ, ਧਨੀ ਖੁਸ਼ੀ ਦੇ ਨਾਲ, ਧਨੀ ਆਨੰਦ ਦੇ ਨਾਲ, ਧਨੀ ਮੇਰੇ ਜੋ ਸ਼ਾਂਤੀ ਦਾ, ਧਨੀ ਮੇਰੇ ਜੋ ਤਰੱਕੀ ਦਾ, ਧਨੀ ਆਤਮਿਕਤਾ ਦਾ, ਧਨੀ ਪ੍ਰਾਰਥਨਾ ਦਾ। ਭਾਵ ਹਰ ਇੱਕ ਚੀਜ਼ ਦੇ ਵਿੱਚ ਅਸੀਂ ਵੱਧਦੇ ਹਾਂ ਬਾਈਬਲ ਦੇ ਅਨੁਸਾਰ। ਫਿਰ ਜਦੋਂ ਪ੍ਰਭੂ ਸਾਨੂੰ ਬਰਕਤ ਦਿੰਦਾ ਆ, ਅਸੀਂ ਬਾਈਬਲ ਦੇ ਅਨੁਸਾਰ ਵੱਧਦੇ ਹਾਂ, ਨਾ ਕਿ ਘਟਦੇ। ਆਦਮ ਤੇ ਹਵਾ ਵੱਧਦੇ ਸੀ,
ਪਰ ਜਦੋਂ ਸ਼ੈਤਾਨ ਦੇ ਪਿੱਛੇ ਲੱਗੇ ਆਪਣੀ ਸਮਝ ਉੱਤੇ ਇਤਬਾਰ ਕੀਤਾ ਉਹ ਘਟਣੇ ਸ਼ੁਰੂ ਹੋ ਗਏ। ਬੇਸ਼ੱਕ ਫੈਮਿਲੀ ਮੈਂਬਰ ਵੱਧ ਗਏ ਲੇਕਿਨ ਜ਼ਿੰਦਗੀ 'ਚ ਘਟ ਗਏ, ਜ਼ਿੰਦਗੀ 'ਚ ਘਟ ਗਏ। ਹਾਲੇਲੂਇਆ। ਹੁਣ ਇੱਥੇ ਪਰਮੇਸ਼ਰ ਦਾ ਦਾਸ ਕੀ ਕਹਿੰਦਾ ਕਿ ਆਪਣੇ ਪੂਰੇ ਦਿਲ ਨਾਲ ਯਹੋਵਾ ਤੇ ਭਰੋਸਾ ਰੱਖ। ਪਰਮੇਸ਼ਰ ਤੇ ਭਰੋਸਾ ਰੱਖੋ। ਜਿਹਨੇ ਸੱਦਿਆ ਆ ਤੁਹਾਡੇ ਲਈ ਕੁਝ ਅੱਛਾ ਕਰਨ ਜਾ ਰਿਹਾ। ਜਿਹਨੇ ਤੁਹਾਨੂੰ ਸੱਦਿਆ ਆ ਪਰਮੇਸ਼ਰ ਤੁਹਾਨੂੰ ਅੱਛਾ ਵਧਾਉਣ ਜਾ ਰਿਹਾ। ਜਿਹਨੇ ਸੱਦਿਆ ਆ ਉਹ ਤੁਹਾਡੇ ਨਾਲ ਮਿਲਾਪ ਕਰਨ ਜਾ ਰਿਹਾ। ਉਹ ਤੁਹਾਡੇ ਕਦਮਾਂ ਨੂੰ ਸਫਲਤਾ ਦੇ ਮਾਰਗ ਉੱਤੇ ਪਾਉਣ ਜਾ ਰਿਹਾ। ਜਿਹਨੇ ਸੱਦਿਆ ਆ ਉਹ ਤੁਹਾਨੂੰ ਤਰੱਕੀ ਦੇਣ ਜਾ ਰਿਹਾ। ਜਿਹਨੇ ਸੱਦਿਆ ਆ ਉਹ ਤੁਹਾਡੇ ਵਸੀਲੇ ਆਪਣੇ ਆਪ ਨੂੰ ਪ੍ਰਗਟ ਕਰਨ ਜਾ ਰਿਹਾ। ਜਿਹਨੇ ਸੱਦਿਆ ਆ ਉਹ ਤੁਹਾਡੇ ਵਸੀਲੇ ਮੇਰੇ ਜੋ ਲੋਕਾਂ ਨੂੰ ਤਾਂ ਘਰਾਣਿਆਂ ਨੂੰ ਬਰਕਤ ਦੇਣ ਜਾ ਰਿਹਾ। ਇਸੇ ਲਈ ਕਿਹਾ ਕਿ ਪੂਰੇ ਦਿਲ ਨਾਲ ਪਰਮੇਸ਼ਰ ਤੇ ਭਰੋਸਾ ਰੱਖ, ਆਪਣੀ ਸਮਝ ਨਾਲ ਨਾ ਚੱਲ। ਪਰਮੇਸ਼ਰ ਦਾ ਕਰੋਧ ਇਸ ਧਰਤੀ ਉੱਤੇ ਪਹਿਲਾਂ ਜਿਹੜਾ ਆਇਆ, ਕਿਉਂ ਆਇਆ? ਜਦੋਂ ਅਸੀਂ ਉਤਪਤ 6 ਅਧਿਆਇ ਨੂੰ ਪੜ੍ਹਦੇ ਹਾਂ, ਨੂਹ ਦੇ ਬੇਲੇ ਨੂੰ, ਕਿਉਂ ਪਰਮੇਸ਼ਰ ਨੇ ਜਲ ਪਰਲੋ ਦੇ ਨਾਲ ਸਭ ਕੁਝ ਤੈਸ਼ ਨੈਸ਼ ਕਰਨ ਦਾ ਫੈਸਲਾ ਲਿਆ? ਉਤਪਤ ਦੀ ਕਿਤਾਬ 6 ਅਧਿਆਇ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਬਿਆਨ ਕੀਤਾ ਗਿਆ ਤਾਂ ਪਰਮੇਸ਼ਰ ਨੇ 12 ਆਇਤ ਵਿੱਚ 6 ਦੀ 12 ਪਰਮੇਸ਼ਰ ਨੇ ਧਰਤੀ ਨੂੰ ਡਿੱਠਾ ਤੇ ਵੇਖੋ ਉਹ ਬਿਗੜੀ ਹੋਈ ਸੀ, ਕਿਉਂ ਜੋ ਸਾਰੇ ਸਰੀਰਾਂ ਨੇ ਆਪਣੇ ਮਾਰਗ ਨੂੰ ਧਰਤੀ ਉੱਤੇ ਵਿਗਾੜ ਲਿਆ ਸੀ। ਸਾਰੇ ਸਰੀਰਾਂ ਨੇ, ਜਿੰਨੇ ਵੀ ਲੋਕ ਸੀ, ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਦੇ ਲਈ ਉਹ ਰਸਤੇ ਚੁਣ ਲਏ ਸੀ ਜਿਹੜੇ ਮੌਤ ਵੱਲ ਨੂੰ ਜਾ ਰਹੇ ਸੀ, ਜਿਹੜੇ ਖੁਦਾ ਤੋਂ ਦੂਰ ਜਾ ਰਹੇ ਸੀ, ਜਿਹੜੇ ਪਰਮੇਸ਼ਰ ਦੀ ਹਜ਼ੂਰੀ ਤੋਂ ਬਾਹਰ ਜਾਂਦੇ ਸੀ। ਕਿਉਂ ਪਰਮੇਸ਼ਰ ਨੇ ਕ੍ਰੋਧ ਕੀਤਾ ਇਸ ਧਰਤੀ ਉੱਤੇ? ਪਰਮੇਸ਼ਰ ਨੇ ਖੁਦ ਇਹ ਗੱਲ ਆਖੀ ਆ ਕਿ ਇਹਨਾਂ ਦਾ ਚਾਲ ਚਲਣ ਵਿਗੜ ਗਿਆ। ਇਹਨਾਂ ਨੇ ਮੇਰੇ ਉੱਤੇ ਭਰੋਸਾ ਰੱਖਣ ਦੀ ਬਜਾਏ ਆਪਣੀ ਸਮਝ ਉੱਤੇ ਇਤਬਾਰ ਕਰਨਾ ਸ਼ੁਰੂ ਕਰ ਲਿਆ। ਸਭ ਤੋਂ ਪਹਿਲਾਂ ਔਰਤ ਨੇ ਪਰਮੇਸ਼ਰ ਤੇ ਭਰੋਸਾ ਰੱਖਣ ਦੀ ਬਜਾਏ, ਉਹ ਪਰਮੇਸ਼ਰ ਜਿਹਨੇ ਆਦਮ ਤੇ ਹਵਾ ਨੂੰ ਇਹ ਗੱਲ ਕਹੀ ਆ, ਕਹਿੰਦਾ ਜਾਓ ਤੇ ਪੂਰੀ ਧਰਤੀ ਤੇ ਵਧੋ ਫੁੱਲੋ ਤੇ ਧਰਤੀ ਨੂੰ ਆਪਣੇ ਕਬਜ਼ੇ 'ਚ ਲੈ ਲਵੋ। ਧਿਆਨ ਦੇਣਾ, ਧਿਆਨ ਦਿਓ। ਇੱਕ ਬੰਦੇ ਤੋਂ ਇੱਕ ਦੇਸ਼ ਚਲਾਉਣਾ ਔਖਾ ਆ। ਇੱਕ ਬੰਦੇ ਤੋਂ ਇੱਕ ਦੇਸ਼ ਨੂੰ ਚਲਾਉਣਾ ਔਖਾ। ਇਸੇ ਲਈ ਕਿੰਨੇ ਐਮਪੀ ਕਿੰਨੇ ਐਮਐਲਏ ਰੱਖੇ ਜਾਂਦੇ ਆ। ਇੱਕ ਸਟੇਟ ਚਲਾਉਣੀ ਔਖੀ ਆ। ਕਿੰਨੇ ਮਹਿਕਮੇ ਤਿਆਰ ਕਰਨੇ ਪੈਂਦੇ ਆ। ਇੱਕ ਡਿਸਟ੍ਰਿਕਟ ਇੱਕ ਤਹਿਸੀਲ ਚਲਾਉਣੀ ਔਖੀ ਹੈ ਇੱਕ ਬੰਦੇ ਤੋਂ। ਜੇ ਅਸੀਂ ਇਹ ਕਹੀਏ ਕਿ ਇੱਕ ਡੀਸੀ ਇੱਕ ਡਿਸਟ੍ਰਿਕਟ ਨੂੰ ਚਲਾ ਲਊਗਾ, ਕਦੀ ਹੋ ਨਹੀਂ ਸਕਦਾ। ਉਹਨੇ ਸਾਰੇ ਮਹਿਕਮੇ ਮੇਰੇ ਤੋਂ ਤਾਇਨਾਤ ਕੀਤੇ ਹੁੰਦੇ ਆ। ਇੱਕ ਐਸਡੀਐਮ ਇੱਕ ਤਹਿਸੀਲ ਨੂੰ ਚਲਾ ਨਹੀਂ ਸਕਦਾ। ਉਹਨੇ ਵੀ ਬਹੁਤ ਸਾਰੇ ਮਹਿਕਮੇ ਰੱਖੇ ਹੁੰਦੇ ਆ ਕਿ ਹਰ ਇੱਕ ਮਹਿਕਮਾ ਆਪੋ ਆਪਣਾ ਕੰਮ ਕਰੇ, ਕਿਉਂਕਿ ਇੱਕ ਬੰਦਾ ਇੱਕ ਡਿਸਟ੍ਰਿਕਟ ਨੂੰ, ਇੱਕ ਤਹਿਸੀਲ ਨੂੰ, ਇੱਕ ਸਟੇਟ ਨੂੰ ਨਹੀਂ ਚਲਾ ਸਕਦਾ, ਇੱਕ ਕੰਟਰੀ ਨੂੰ ਨਹੀਂ ਚਲਾ ਸਕਦਾ। ਧਿਆਨ ਦੇਣਾ। ਤੇ ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਕੀ ਕਿਹਾ? ਕਹਿੰਦਾ ਧਰਤੀ ਤੇ ਵਧੋ ਫੁੱਲੋ ਤੇ ਧਰਤੀ ਨੂੰ ਆਪਣੇ ਕਬਜ਼ੇ 'ਚ ਲੈ ਲਵੋ, ਪੂਰੀ ਧਰਤੀ ਤੇ ਰਾਜ ਕਰੋ। ਹਾਲੇਲੂਇਆ। ਕਿੱਦਾਂ ਧਰਤੀ ਤੇ ਰਾਜ ਕਰਨਾ ਸੀ? ਪਰਮੇਸ਼ਰ ਨੇ ਬੁੱਧ ਬਖਸ਼ਣੀ ਸੀ, ਪਰਮੇਸ਼ਰ ਨੇ ਅਕਲ ਦੇਣੀ ਸੀ। ਪਰ ਇਹ ਔਰਤ ਨੇ ਕੀ ਕੀਤਾ? ਇਸ ਔਰਤ ਨੇ ਆਪਣੀ ਸਮਝ ਦੇ ਘੋੜੇ ਦੜਾਏ। ਇਸ ਔਰਤ ਨੇ ਆਪਣੇ ਪਤੀ ਦੀ ਜਵਾਬ ਹੀ ਨਹੀਂ ਲਈ। ਇਸ ਔਰਤ ਨੇ ਪਰਮੇਸ਼ਰ ਦੇ ਉੱਤੇ ਭਰੋਸਾ ਨਹੀਂ ਰੱਖਿਆ, ਬਲਕਿ ਇਸ ਔਰਤ ਨੇ ਆਪਣੀ ਸਮਝ ਨੂੰ ਵਧਾਉਣ ਦੇ ਲਈ, ਆਪਣੇ ਆਪ ਨੂੰ ਹੋਰ ਅੱਗੇ ਵਧਾਉਣ ਦੇ ਲਈ, ਮਜ਼ਬੂਤ ਕਰਨ ਦੇ ਲਈ ਕਹਿੰਦੀ ਇਹ ਫਲ ਬੁੱਧ ਦੇਣ ਦੇ ਲਈ ਭਲਾ ਆ। ਜ਼ਰੂਰ ਅਜੇ ਮੇਰੇ ਨਾਲ ਮਿਲੂੰਗੀ, ਮੈਨੂੰ ਬੁੱਧ ਮਿਲੇਗੀ। ਜੇ ਇਹਦੇ ਨਾਲ ਚੱਲੂੰਗਾ ਤੇ ਜ਼ਰੂਰ ਆ ਕਿ ਮੈਨੂੰ ਕਾਮਯਾਬੀ ਮਿਲੇਗੀ। ਜੇ ਇਹਦੇ ਨਾਲ ਤੁਰੂੰਗੀ ਜ਼ਰੂਰ ਆ ਕਿ ਮੇਰੇ ਰਿਸ਼ਤੇ ਵਧਣਗੇ। ਮੇਰੇ ਅਸੀਂ ਅੱਜ ਆਹੀ ਚੱਲ ਰਿਹਾ ਚਰਚਾਂ 'ਚ, ਆਹੀ ਚੱਲ ਰਿਹਾ ਮਸੀਹੀ ਜ਼ਿੰਦਗੀਆਂ 'ਚ, ਆਹੀ ਚੱਲ ਰਿਹਾ ਮੇਰੇ ਜੋ ਸਭ ਜਿਹੜੇ ਬਾਈਬਲ ਨੂੰ ਜਾਣਨ ਵਾਲੇ ਆ ਆਪਣੀ ਸਮਝ ਨਾਲ ਤੁਰੇ ਫਿਰਦੇ ਆ। ਤੇ ਪਰਮੇਸ਼ਰ ਨੇ ਕੀ ਕੀਤਾ? ਕਹਿੰਦਾ ਧਰਤੀ ਵਿਗੜੀ ਪਈ ਆ, ਕਿਉਂਕਿ ਧਰਤੀ ਦੇ ਵਾਸੀਆਂ ਨੇ ਆਪਣੇ ਆਪਣੇ ਲਈ ਮਾਰਗ ਆਪਣੇ ਆਪਣੇ ਚੁਣ ਲਏ ਆ। ਕਿਉਂ ਮਿਸਰ ਦੇ ਵਿੱਚੋਂ ਗੁਲਮਰੇ ਤੋਂ ਪਰਮੇਸ਼ਰ ਇਜ਼ਰਾਈਲੀ ਲੋਕਾਂ ਨੂੰ ਕੱਢਣਾ ਚਾਹੁੰਦਾ ਸੀ। ਪਰਮੇਸ਼ਰ ਨੇ ਬਿਉਂਤ ਬਣਾਈ ਸੀ ਕਿ ਮੈਂ ਇਹਨਾਂ ਨੂੰ ਇੱਕ ਸੁਖਮਈ ਥਾਂ ਤੇ ਲੈ ਕੇ ਜਾਵਾਂਗਾ। ਪਰਮੇਸ਼ਰ ਨੇ ਕੇਵਲ ਉਹਨਾਂ ਨੂੰ ਗੁਲਾਮੀ ਦੇ ਬੰਦਰਾਂ ਤੋਂ ਆਜ਼ਾਦ ਕਰਨ ਲਈ ਨਹੀਂ ਸੱਦਿਆ ਸੀ। ਮੂਸਾ ਨੂੰ ਇਸ ਲਈ ਨਹੀਂ ਕਿਹਾ ਸੱਦਿਆ ਸੀ ਕਿ ਇਹਨਾਂ ਦੇ ਸਿਰਫ ਗੁਲਾਮੀ ਦੇ ਬੰਧਨ ਤੋੜਨੇ ਆ। ਪਰਮੇਸ਼ਰ ਉੱਥੇ ਹੀ ਉਸੇ ਦੇਸ਼ ਵਿੱਚ ਆਪਣੀ ਇਜ਼ਰਾਈਲੀ ਲੋਕਾਂ ਨੂੰ ਅਮੀਰ ਕਰ ਸਕਦਾ ਸੀ, ਉੱਥੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਸੀ। ਲੇਕਿਨ ਪਰਮੇਸ਼ਰ ਸਿਰਫ ਥੋੜੇ ਸਮੇਂ ਲਈ, ਥੋੜੀ ਵਸਤੂ ਲਈ ਨਹੀਂ ਆ, ਬਲਕਿ ਪਰਮੇਸ਼ਰ ਸਦਾ ਦੇ ਆਨੰਦ ਤੇ ਸਦਾ ਦੀ ਜ਼ਿੰਦਗੀ ਦੇ ਲਈ ਆ। ਹਾਲੇਲੂਇਆ। ਇਜ਼ਰਾਈਲੀਆਂ ਨੂੰ ਕਹਿੰਦਾ ਕਿ ਇੱਥੋਂ ਕੱਢਾਂਗਾ, ਗੁਲਾਮੀ ਦੇ ਸਿਰਫ ਦੇਸ਼ ਚੋਂ ਕੱਢਾਂਗਾ ਹੀ ਨਹੀਂ, ਮੈਂ ਕਹਿੰਦਾ ਕਿ ਐਸੀ ਧਰਤੀ ਉੱਤੇ ਲੈ ਕੇ ਜਾਵਾਂਗਾ ਜਿੱਥੇ ਇਹ ਜਾ ਕੇ ਕਹਿੰਦਾ ਵਸਣਗੇ ਤੇ ਉਸ ਧਰਤੀ ਉੱਤੇ ਰਾਜ ਕਰਨਗੇ। ਉਹ ਧਰਤੀ ਸੀ ਕਨਾਨ ਦੀ ਦੇਸ਼। ਪਰਮੇਸ਼ਰ ਕੇਵਲ ਗੁਲਾਮੀ ਦੇ ਬੰਧਨਾਂ ਤੋਂ ਨਹੀਂ ਆਜ਼ਾਦ ਕਰਨਾ ਚਾਹੁੰਦਾ ਸੀ, ਇੱਕ ਐਸੇ ਦੇਸ਼ ਵਿੱਚ ਲੈ ਕੇ ਜਾਣਾ ਚਾਹੁੰਦਾ ਸੀ ਜਿਸ ਦੇਸ਼ ਦੇ ਵਿੱਚ ਉਹ ਰਾਜ ਕਰਨ।
ਤੇ ਉਸ ਦੇਸ਼ ਵਿੱਚ ਪਹੁੰਚ ਵੀ ਨਹੀਂ ਸਕੇ ਜਿੱਥੇ ਰਾਜ ਕਰਨ ਲਈ ਪ੍ਰਭੂ ਨੇ ਉਹਨਾਂ ਲਈ ਠਹਿਰਾਇਆ ਸੀ। ਕਿਉਂ ਨਹੀਂ ਪਹੁੰਚ ਸਕੇ? ਕਿਉਂਕਿ ਜਦੋਂ ਮਿਸਰ ਦੇਸ਼ ਵਿੱਚੋਂ ਨਿਕਲੇ, ਬਚਨ ਨੂੰ ਸੁਣਿਆ, ਰੱਬ ਦੀਆਂ ਗੱਲਾਂ ਨੂੰ ਸੁਣਿਆ, ਰੱਬ ਦੇ ਹੁਕਮਾਂ ਨੂੰ ਸੁਣਿਆ ਮੂਸਾ ਦੇ ਜ਼ਰੀਏ, ਅੱਗੇ ਜਾ ਕੇ ਉਹਨਾਂ ਲੋਕਾਂ ਨੇ ਆਪਣੇ ਲਈ ਆਪ ਹੀ ਮਾਰਗ ਤਿਆਰ ਕਰਨੇ ਸ਼ੁਰੂ ਕਰ ਲਏ। ਆਪਣੀ ਸਮਝ ਦੇ ਇਤਵਾਰ ਦੇ ਕਰਕੇ, ਆਪਣੀ ਸਮਝ ਦੇ ਅਨੁਸਾਰ ਉਹ ਚੱਲਣਾ ਸ਼ੁਰੂ ਕਰਨ ਲੱਗ ਪਏ, ਜਿਹਦੇ ਕਰਕੇ ਕਈ ਤਰ੍ਹਾਂ ਦੀਆਂ ਮੌਤਾਂ ਦਾ ਉਹਨਾਂ ਨੇ ਸਾਹਮਣਾ ਕੀਤਾ। ਕਈ ਤਰ੍ਹਾਂ ਨਾਲ ਮਰੇ ਆ, ਕਈ ਤਰ੍ਹਾਂ ਨਾਲ ਖਤਮ ਹੋ ਗਏ। ਟੱਬਰਾਂ ਦੇ ਟੱਬਰ, ਘਰਾਣੇ ਦੇ ਘਰਾਣੇ, ਕੁਰਬਿਆਂ ਦੇ ਕੁਰਬੇ ਹੀ ਖਤਮ ਹੋ ਗਏ। ਤੁਰੇ ਮੇਰੇ ਜੋ ਲੱਖਾਂ ਲੋਕ ਤੁਰੇ ਸੀ ਤੇ ਪਹੁੰਚੇ ਕਿੰਨੇ ਕ ਸੈਂਕੜੇ ਵੀ ਨਹੀਂ। ਕਿਉਂ? ਕਿਉਂਕਿ ਹਰੇਕ ਇਨਸਾਨ ਆਪਣੀ ਸਮਝ ਉੱਤੇ ਇਤਬਾਰ ਕਰਦਾ ਹੈ। ਭਗਤੀ ਕਰਨ ਲੱਗਾ ਵੀ ਇਨਸਾਨ ਆਪਣੀ ਸਮਝ ਨਾਲ ਕਰਦਾ ਆ। ਭਗਤੀ ਕਰਨ ਲੱਗਾ ਵੀ ਇਨਸਾਨ ਆਪਣੀ ਸਮਝ ਨਾਲ ਭਗਤੀ ਕਰਦਾ ਆ ਕਿ ਬਸ ਮੈਂ ਇੰਨਾ ਹੀ ਕਰਨਾ ਜੋ ਕਰਨਾ। ਤੇ ਜੇ ਆਪਣੀ ਸਮਝ ਨਾਲ ਭਗਤੀ ਕਰਦੇ ਤਾਂ ਮਤਲਬ ਤੁਸੀਂ ਆਪਣੀ ਸਮਝ ਤੇ ਇਤਬਾਰ ਕਰਦੇ ਆ, ਤੁਹਾਡਾ ਭਰੋਸਾ ਪਰਮੇਸ਼ਵਰ ਤੇ ਨਹੀਂ ਆ। ਪਰਮੇਸ਼ਵਰ ਤੇ ਭਰੋਸਾ ਰੱਖੋ। ਪਰਮੇਸ਼ਵਰ ਨੇ ਤੁਹਾਡੇ ਲਈ ਇੱਕ ਐਸਾ ਜੀਵਨ ਰੱਖਿਆ ਆ ਜਿਹੜਾ ਧਰਤੀ ਦਾ ਸਾਰਾ ਧਨ ਦੇ ਕੇ ਵੀ ਨਹੀਂ ਲਿਆ ਜਾ ਸਕਦਾ। ਐਸਾ ਸੁੱਖ ਰੱਖਿਆ ਆ ਜਿਹੜਾ ਧਰਤੀ ਦੇ ਸਾਰਾ ਧਨ ਜਾਇਦਾਦ ਵੇਚ ਕੇ ਵੀ ਨਹੀਂ ਖਰੀਦਿਆ ਜਾ ਸਕਦਾ। ਉਹਨੇ ਐਸੀ ਸ਼ਾਂਤੀ ਸਾਡੇ ਲਈ ਰੱਖੀ ਆ ਜਿਹੜੀ ਧਰਤੀ ਦਾ ਸਭ ਕੁਝ ਲੁਟਾਉਣ ਤੋਂ ਬਾਅਦ ਵੀ ਮੇਰੇ ਤੁਸੀਂ ਉਸ ਨੂੰ ਖਰੀਦ ਨਹੀਂ ਸਕਦੇ। ਪਰ ਪਰਮੇਸ਼ਵਰ ਫ੍ਰੀ ਚ ਸਾਡੇ ਲਈ ਬੈਠਾ ਆ, ਕਿਉਂਕਿ ਉਹਨੇ ਕਿਹਾ ਕਿ ਯਹੋਵਾ ਤੇ ਭਰੋਸਾ ਰੱਖ। ਤੁਹਾਡਾ ਭਰੋਸਾ ਤੁਹਾਨੂੰ ਇੱਕ ਐਸੇ ਜੀਵਨ ਚ ਲੈ ਕੇ ਜਾਵੇਗਾ ਜਿੱਦਾਂ ਦਾ ਇਹੋ ਜਿਹਾ ਜੀਵਨ ਤੁਸੀਂ ਸੋਚਿਆ ਵੀ ਨਾ ਹੋਵੇ। ਹਾਲੇਲੂਇਆ। ਮਰੀਮ ਤੇ ਮਾਰਥਾ ਦਾ ਇਕਲੌਤਾ ਭਰਾ ਮਰ ਚੁੱਕਾ ਆ। 4 ਦਿਨ ਹੋ ਗਏ ਕਬਰ ਚ ਦੱਬੇ ਹੋਏ ਨੂੰ। ਤੇ ਦੋਨੋਂ ਭੈਣਾਂ ਜਦੋਂ ਵਾਪਸ ਮੇਰੇ ਯਿਸੂ ਜੀ ਨੂੰ ਮਿਲਣ ਆਈਆਂ ਤਾਂ ਦੋਨਾਂ ਨੇ ਅਲੱਗ-ਅਲੱਗ ਟਾਈਮ ਦੇ ਉੱਤੇ ਇੱਕੋ ਹੀ ਗੱਲ ਕਹੀ। ਪਹਿਲਾਂ ਮਾਰਥਾ ਆਈ, ਕਹਿੰਦੀ ਹੇ ਪ੍ਰਭੂ ਜੇ ਤੂੰ ਇੱਥੇ ਹੁੰਦਾ ਮੇਰਾ ਵੀਰਾ ਨਾ ਮਰਦਾ। ਫਿਰ ਘਰ ਚਲੀ ਗਈ ਆ। ਘਰ ਜਾ ਕੇ ਫਿਰ ਉਹਨੇ ਮੇਰੇ ਨੂੰ ਮਰੀਮ ਦੱਸਿਆ ਕਿ ਵੇਖ ਯਿਸੂ ਬਾਹਰ ਆਇਆ ਹੈ, ਨਗਰ ਤੋਂ ਬਾਹਰ ਆ। ਉਹ ਵੀ ਦੌੜੀ ਆ ਗਈ। ਪਿੱਛੇ ਹੀ ਮਾਰਥਾ, ਪਿੱਛੇ ਹੀ ਘਰ ਦੇ ਸਾਕ ਸੰਬੰਧੀ ਰਿਸ਼ਤੇਦਾਰ ਜਿਹੜੇ ਸੋਗ ਵਿੱਚ ਬੈਠੇ ਸੀ, ਅਫਸੋਸ ਚ ਬੈਠੇ ਸੀ। ਤੇ ਜੋ ਗੱਲ ਮਾਰਥਾ ਨੇ ਕਹੀ ਸੀ ਮੇਰੇ ਮਰੀਮ ਨੂੰ ਨਹੀਂ ਪਤਾ ਸੀ ਕਿ ਇਹਨੇ ਕੀ ਕਿਹਾ ਯਿਸੂ ਨੂੰ ਆ ਕੇ। ਪਰ ਆਉਂਦੀ ਲਿਖਿਆ ਗਿਆ ਮਰੀਮ ਉਹਦੇ ਪੈਰ ਯਿਸੂ ਦੇ ਪੈਰੀ ਪਈ, ਕਹਿੰਦੀ ਹੇ ਪ੍ਰਭੂ ਜੇ ਤੂੰ ਇੱਥੇ ਹੁੰਦਾ ਸਾਡਾ ਵੀਰਾ ਨਾ ਮਰਦਾ। ਦੋਨਾਂ ਨੇ ਅਲੱਗ-ਅਲੱਗ ਸਮਿਆਂ ਉੱਤੇ ਆਪਣੇ ਭਰੋਸੇ ਨੂੰ ਪ੍ਰਗਟ ਕੀਤਾ ਕਿ ਸਾਡਾ ਭਰੋਸਾ ਤੇਰੇ ਉੱਤੇ ਆ ਕਿ ਜੇ ਤੂੰ ਸਾਡੇ ਕੋਲ ਹੁੰਦਾ ਤਾਂ ਸਾਡਾ ਭਰਾ ਨਾ ਮਰਦਾ। ਅੱਜ ਕਿਉਂ ਨਹੀਂ ਸਾਡੀ ਜ਼ਿੰਦਗੀ 'ਚ ਕੰਮ ਹੋ ਰਿਹਾ? ਕਿਉਂਕਿ ਯਿਸੂ ਨਹੀਂ ਆ। ਜੇ ਪ੍ਰਭੂ ਤੂੰ ਇੱਥੇ ਹੁੰਦਾ ਸਾਡਾ ਭਰਾ, ਉੱਚੀ ਬੋਲੋ, ਹੁਣ ਆਪਣੀ ਪ੍ਰੋਬਲਮ ਵੱਲ ਧਿਆਨ ਦੇ ਕੇ ਦੇਖੋ ਕਿ ਪ੍ਰਭੂ ਤੂੰ ਤਾਂ ਮੁਰਦਿਆਂ ਜਾਨ ਪਾਈ ਆ। ਜੇ ਮੇਰੇ ਕੋਲ ਹੁੰਦਾ ਤੇ ਮੈਂ ਅੱਜ ਇਸ ਪ੍ਰੋਬਲਮ 'ਚ ਨਾ ਹੁੰਦਾ। ਪ੍ਰਭੂ ਜੇ ਤੂੰ ਮੇਰੇ ਕੋਲ ਹੁੰਦਾ ਤੇ ਅੱਜ ਮੈਂ ਇਸ ਬਿਮਾਰੀ ਵਿੱਚ ਨਾ ਹੁੰਦੀ। ਕਿਉਂ ਨਹੀਂ ਆ ਪ੍ਰਭੂ ਸਾਡੇ ਕੋਲ? ਕਿਉਂ ਨਹੀਂ ਆ? ਜੋ ਜੈਰਸ ਦੇ ਘਰ ਦੇ ਵਿੱਚ ਚਲਾ ਗਿਆ, ਜੋ ਉਹਦੀ ਮਰੀ ਹੋਈ ਧੀ ਨੂੰ ਚਿੰਤਾ ਕਰ ਸਕਦਾ ਆ। ਜੇ ਵਿਧਵਾ ਦੇ ਇਕਲੌਤੇ ਪੁੱਤਰ ਦੀ ਸੀੜੀ ਨੂੰ ਮੇਰੇ ਉਹਦੀ ਅਰਥੀ ਉਹਨੂੰ ਹੱਥ ਨਾਲ ਲਾਉਂਦਾ ਉਹਦੀ ਦੇਹ ਨੂੰ, ਤੇ ਮੇਰੇ ਉਹ ਵੀ ਜਿੰਦਾ ਨਾ ਹੁੰਦਾ। ਭਾਵੇਂ ਦਾ ਮਤਲਬ ਕਿ ਯਿਸੂ ਮਸੀਹ ਜਿੱਥੇ ਜਿੱਥੇ ਗਿਆ ਉੱਥੇ ਉੱਥੇ ਵੱਡੇ ਕੰਮ ਕੀਤੇ। ਤੇ ਹੁਣ ਆਪਣੀ ਜ਼ਿੰਦਗੀ ਚ ਹੱਥ ਮਾਰ ਕੇ ਦੇਖੋ ਕਿ ਸਾਡੀ ਜ਼ਿੰਦਗੀ ਚੋਂ ਦੁੱਖ ਜਾਂਦਾ ਕਿਉਂ ਨਹੀਂ ਆ? ਕਿਉਂਕਿ ਸਾਡਾ ਭਰੋਸਾ ਸਾਡੀ ਸਮਝ ਤੇ ਆ, ਨਾ ਕਿ ਪਰਮੇਸ਼ਵਰ ਤੇ। ਇਸੇ ਲਈ ਪਰਮੇਸ਼ਵਰ ਕੰਮ ਨਹੀਂ ਕਰ ਰਿਹਾ। ਤੇ ਮਰੀਮ ਤੇ ਮਾਰਥਾ ਨੇ ਅਲੱਗ-ਅਲੱਗ ਟਾਈਮ ਦੇ ਉੱਤੇ ਥੋੜੇ ਜਿਹੇ ਟਾਈਮ 'ਚ, ਇੱਕ ਦਿਨ ਦੇ ਵਿੱਚ, ਥੋੜੇ ਜਿਹੇ ਗੈਪ ਦੇ ਵਿੱਚ, 1 ਘੰਟੇ, ਅੱਧੇ ਘੰਟੇ, ਪੌਣੇ ਘੰਟੇ ਦੇ ਗੈਪ ਦੇ ਵਿੱਚ ਹੀ ਇਹ ਗੱਲ ਅਲੱਗ-ਅਲੱਗ ਰੂਪ 'ਚ ਕਹੀ ਆ, ਪ੍ਰਭੂ ਜੇ ਤੂੰ ਇੱਥੇ ਹੁੰਦਾ ਮੇਰਾ ਵੀਰਾ ਨਾ ਮਰਦਾ। ਦੂਜੀ ਆਈ, ਕਹਿੰਦੀ ਜੇ ਪ੍ਰਭੂ ਜੇ ਇੱਥੇ ਹੁੰਦਾ ਸਾਡਾ ਵੀਰਾ ਨਾ ਮਰਦਾ। ਹੁਣ ਪ੍ਰਭੂ ਨੂੰ ਆਪਣੇ ਜੀਵਨ 'ਚ ਲਿਆਉਣਾ ਪੈਣਾ ਆ, ਤਦੇ ਹੀ ਸਾਡੇ ਜੀਵਨ ਦੇ ਮਸਲੇ ਹੱਲ ਹੋਣੇ ਆ। ਸਾਡੇ ਘਰਾਂ ਦੇ ਮਸਲੇ ਹੱਲ ਹੋਣੇ ਆ, ਸਰੀਰ ਦੇ ਮਸਲੇ ਹੱਲ ਹੋਣੇ ਆ, ਆਤਮਿਕ ਜ਼ਿੰਦਗੀ ਦੇ ਮਸਲੇ ਹੱਲ ਹੋਣੇ ਆ। ਹਾਲੇਲੂਇਆ। ਤੇ ਇਹ ਉਦੋਂ ਹੋਵੇਗਾ ਸਾਡੇ ਕੋਲ ਜਦੋਂ ਸਾਡਾ ਭਰੋਸਾ ਸਾਡੇ ਪਰਮੇਸ਼ਵਰ ਤੇ ਹੋਵੇਗਾ। ਜਦੋਂ ਸਾਡਾ ਭਰੋਸਾ ਪਰਮੇਸ਼ਵਰ ਤੇ ਹੋਵੇਗਾ ਕਿ ਜੋ ਪਰਮੇਸ਼ਵਰ ਸਾਨੂੰ ਕਹਿ ਰਿਹਾ, ਜਿੱਧਰ ਨੂੰ ਸਾਨੂੰ ਮੋਲਡ ਕਰ ਰਿਹਾ, ਸਾਨੂੰ ਉਧਰ ਨੂੰ ਮੁੜਨਾ ਪੈਣਾ ਆ। ਹਾਲੇਲੂਇਆ। ਜੋ ਸਾਨੂੰ ਕਰਨ ਲਈ ਕਹਿ ਰਿਹਾ ਸਾਨੂੰ ਉਹ ਕਰਨਾ ਪੈਣਾ ਆ। ਫਿਰ ਸਾਡਾ ਭਰੋਸਾ ਪਰਮੇਸ਼ਵਰ ਦੇ ਉੱਤੇ ਬਣਦਾ ਆ। ਤੇ ਫਿਰ ਪਰਮੇਸ਼ਵਰ 4 ਦਿਨ ਦੇ ਕੀ 1000 ਦਿਨ ਦੇ ਮਰਿਆਂ ਨੂੰ ਵੀ ਜਿੰਦਾ ਕਰਨ ਦੀ ਸ਼ਕਤੀ ਰੱਖਦਾ ਹੈ। ਉਹ ਕਰਕੇ ਦਿਖਾਵੇਗਾ। ਹਿਜ਼ਕੀਏਲ 37 ਜਾਏ ਪੜ੍ਹ ਕੇ ਦੇਖ ਲਿਓ। ਗਲੀਆਂ ਸੜੀਆਂ ਸੁੱਕੀਆਂ ਹੱਡੀਆਂ 'ਚ ਜਾਨ ਪਾ ਕੇ ਰੱਖ ਦਿੱਤੀ ਖੁਦਾ ਨੇ। 4 ਦਿਨ ਦੀ ਨਹੀਂ, ਉਹ 1000 ਦਿਨ ਦੀ ਗੱਲ ਹੋ ਸਕਦੀ ਆ। 1000 ਦਿਨ ਦੀ ਗੱਲ ਹੋ ਸਕਦੀ ਆ ਕਿ ਕਿੰਨੇ ਸਾਲਾਂ ਦੀਆਂ ਹੱਡੀਆਂ ਜਿਹੜੀਆਂ ਸੁੱਕੀਆਂ ਸੜੀਆਂ ਪਈਆਂ ਸੀ ਤੇ ਉਹ ਕਿੱਦਾਂ ਚੰਗੀਆਂ ਹੋ ਗਈਆਂ। ਹਾਲੇਲੂਇਆ। ਇਸ ਲਈ ਪਰਮੇਸ਼ਵਰ ਤੇ ਭਰੋਸਾ ਰੱਖੋ। ਜੇ
ਪ੍ਰਭੂ ਦੇ ਦਾਸ ਸੁਲੇਮਾਨ ਨੇ ਗੱਲ ਕੀਤੀ ਆ, ਕਿਉਂ ਕੀਤੀ ਆ? ਕਿਉਂਕਿ ਇਸ ਦੇ ਪਿਤਾ, ਸਰੀਰਕ ਪਿਤਾ, ਆਤਮਿਕ ਪਿਤਾ ਜਿਹੜਾ, ਉਹਨੇ ਵੀ ਮੇਰੇ ਇਹ ਗੱਲ ਜ਼ਬੂਰਾਂ ਦੇ ਵਿੱਚ ਕਹੀ ਆ। ਸੁਲੇਮਾਨ ਦੇ ਪਿਤਾ ਦਾਊਦ ਨੇ ਗੱਲ ਕਹੀ ਆ। ਪੜਾਂਗੇ ਅਸੀਂ ਦਾਊਦ ਦੀ ਗੱਲ ਨੂੰ। ਜ਼ਬੂਰ 22 ਅਧਿਆਏ 4 ਆਇਤ ਪੜ੍ਹੀਏ। ਸਾਡੇ ਪਿਓ ਦਾਦਿਆਂ ਨੇ ਤੇਰੇ ਉੱਤੇ ਭਰੋਸਾ ਕੀਤਾ, ਉਹਨਾਂ ਨੇ ਭਰੋਸਾ ਕੀਤਾ ਅਤੇ ਤੈਂ ਉਹਨਾਂ ਨੂੰ ਛੁਡਾਇਆ। ਸਾਡੇ ਪਿਓ ਦਾਦਿਆਂ ਨੇ ਤੇਰੇ ਉੱਤੇ ਭਰੋਸਾ ਕੀਤਾ, ਉਹਨਾਂ ਨੇ ਭਰੋਸਾ ਕੀਤਾ ਤੇ ਤੈਂ ਉਹਨਾਂ ਨੂੰ ਛੁਡਾਇਆ। ਦਾਊਦ ਕਰ ਰਿਹਾ ਗੱਲ ਇਜ਼ਰਾਈਲੀ ਕੌਮ ਦੀ, ਲੋਕਾਂ ਦੀ, ਆਪਣੇ ਪਿਓ ਦਾਦਿਆਂ ਦੀ, ਮੂਸਾ ਦੇ ਵੇਲੇ ਦੀ, ਕਿ ਜੇ ਇਹ ਪਰਮੇਸ਼ਵਰ ਉਸ ਵੇਲੇ ਸਾਡੇ ਪਿਓ ਦਾਦਿਆਂ ਨੇ ਤੇਰੇ ਤੇ ਭਰੋਸਾ ਕੀਤਾ, ਮਿਸਰ ਚੋਂ ਨਿਕਲੇ ਤੇ ਰਸਤੇ 'ਚ ਜਾਂਦਿਆਂ ਆਕਾਸ਼ੋਂ ਮੰਨਾ ਤੁਸੀਂ ਦਿੱਤਾ, ਚਟਾਨਾਂ ਚੋਂ ਪਾਣੀ ਕੱਢ ਕੇ ਤੁਸੀਂ ਦਿੱਤਾ, ਸਮੁੰਦਰਾਂ ਨੂੰ ਚੀਰ ਕੇ ਰਸਤਾ ਤੁਸੀਂ ਦਿੱਤਾ, ਉਹ ਧਰਤੀ ਜਿੱਥੇ ਉਹ ਗੁਲਾਮੀ ਦੇ ਵਿੱਚ ਸੀ ਉੱਥੋਂ ਕੱਢ ਕੇ ਕਨਾਨ ਦੇਸ਼ ਦੀ ਉਹ ਧਰਤੀ ਜਿੱਥੇ ਸੁੱਖ, ਦੁੱਧ ਤੇ ਆਨੰਦ ਦੀਆਂ, ਸ਼ਹਿਦ ਦੀਆਂ ਨਦੀਆਂ ਵਗਦੀਆਂ, ਉਹ ਦੇਸ਼ ਤੂੰ ਉਹਨਾਂ ਨੂੰ ਦਿੱਤਾ। ਕਿਉਂ ਦਿੱਤਾ? ਕਿਉਂਕਿ ਉਹਨਾਂ ਨੇ ਤੇਰੇ ਤੇ ਭਰੋਸਾ ਕੀਤਾ। ਤੇ ਅੱਜ ਪ੍ਰਭੂ ਦੇ ਉੱਤੇ ਭਰੋਸਾ ਕਰਨ ਵਾਲੇ ਬਹੁਤ ਥੋੜੇ ਰਹਿ ਗਏ ਆ। ਜਿਨ੍ਹਾਂ ਦਾ ਭਰੋਸਾ ਪ੍ਰਭੂ ਦੇ ਉੱਤੇ, ਉਹਨਾਂ ਦੀ ਜ਼ਿੰਦਗੀ 'ਚ ਗਵਾਹੀ ਆ। ਜਿਨ੍ਹਾਂ ਦਾ ਭਰੋਸਾ ਪਰਮੇਸ਼ਰ ਦੇ ਉੱਤੇ ਆ, ਉਹਨਾਂ ਦੀ ਜ਼ਿੰਦਗੀ 'ਚ ਵੱਡੀ ਗਵਾਹੀ ਹੈ, ਟੈਸਟੀਮਨੀ ਆ। ਤੇ ਅੱਜ ਆਪਣੀ ਭਗਤੀ ਦਾ ਵੱਡਾ ਹਿੱਸਾ ਭਰੋਸੇ ਦੇ ਉੱਤੇ ਲੈ ਕੇ ਆਓ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਸਭ ਤੋਂ ਵੱਡਾ ਹਿੱਸਾ ਭਗਤੀ ਦਾ ਜਿਹੜਾ ਆ ਅਸੀਂ ਭਰੋਸੇ ਦੇ ਉੱਤੇ ਰੱਖਣਾ, ਕਿਉਂਕਿ ਪੂਰੀ ਬਾਈਬਲ ਭਰੋਸੇ ਤੇ ਡਿੱਗੀ ਹੋਈ ਆ। ਰੱਬ ਦੀ ਕਿਰਪਾ ਭਰੋਸੇ ਤੇ ਡਿੱਗੀ ਹੋਈ ਆ। ਇਸੇ ਲਈ ਕਿਹਾ ਆ, ਨਿਸ਼ਚਾ ਕਰਨ ਵਾਲੇ ਦੇ ਲਈ ਸਭੋ ਕੁਝ ਸੰਭਵ ਆ। ਜਿਹੜਾ ਨਿਸ਼ਚਾ ਕਰਦਾ ਪਰਮੇਸ਼ਰ ਉੱਤੇ, ਉਹਦੇ ਲਈ ਸਭ ਕੁਝ ਸੰਭਵ ਹੋ ਜਾਂਦਾ ਹੈ। ਤੇ ਅਸੰਭਵ ਕਿਹਦੇ ਲਈ ਆ? ਧਿਆਨ ਦਿਓ, ਜੇ ਤੁਹਾਡੀ ਕੋਈ ਪ੍ਰੋਬਲਮ ਤੁਹਾਡੇ ਤੋਂ ਨਿਕਲ ਨਹੀਂ ਰਹੀ, ਵਾਪਸ ਖਤਮ ਨਹੀਂ ਹੋ ਰਹੀ, ਤੁਸੀਂ ਕਿਸੇ ਮਾੜੇ ਹਾਲਾਤ ਚੋਂ ਬਾਹਰ ਨਹੀਂ ਨਿਕਲ ਪਾ ਰਹੇ, ਚਾਹੇ ਆਪਣੀ ਪ੍ਰੇਅਰ ਦੁਆਰਾ, ਚਾਹੇ ਪਾਸਟਰ ਦੀ ਪ੍ਰੇਅਰ ਦੁਆਰਾ, ਚਾਹੇ ਗਰੁੱਪ ਦੀ ਪ੍ਰੇਅਰ ਦੁਆਰਾ, ਚਾਹੇ ਟੀਮ ਦੀ ਪ੍ਰੇਅਰ ਦੁਆਰਾ ਤੁਸੀਂ ਆਜ਼ਾਦ ਨਹੀਂ ਹੋ ਪਾ ਰਹੇ, ਤਾਂ ਮੇਰੇ ਇਸ ਤੋਂ ਧਿਆਨ ਦੇਣਾ, ਤੁਹਾਡਾ ਗਰੁੱਪ ਵੀ ਵਧੀਆ ਆ, ਤੁਹਾਡੇ ਪਤਾ ਲਈ ਪ੍ਰਾਰਥਨਾ ਕਰਨ ਵਾਲੇ ਵੀ ਵਧੀਆ ਆ, ਪਰ ਤੁਸੀਂ ਭਰੋਸੇ ਵਿੱਚ ਵਧੀਆ ਨਹੀਂ ਆ। ਤੁਸੀਂ ਭਰੋਸੇ ਵਿੱਚ ਵਧੀਆ ਨਹੀਂ ਆ। ਭਰੋਸਾ ਕਿਹਦਾ ਨਹੀਂ? ਪਰਮੇਸ਼ਰ ਨੂੰ ਪਸੰਦ, ਜਿਹੜਾ ਇਨਸਾਨ ਆਪਣੀ ਸਮਝ ਉੱਤੇ ਇਤਬਾਰ ਕਰਦਾ ਹੈ ਕਿ ਮੈਂ ਕਰਕੇ ਦਿਖਾ ਦਊਂ, ਮੇਰੇ ਵਿੱਚ ਬਲ, ਤਾਕਤ, ਬੁੱਧ ਹੈਗੀ, ਮੈਂ ਕਰਾਂਗਾ। ਨਹੀਂ, ਸ਼ਰਾਪੀ ਉਹ ਇਨਸਾਨ ਜਿਹਦਾ ਭਰੋਸਾ ਮਨੁੱਖ ਉੱਤੇ ਆ, ਸੰਸਾਰ ਦੇ ਬਸ਼ਰ ਉੱਤੇ। ਜਿਹੜਾ ਇਨਸਾਨ ਆਪਣੀ ਤਾਕਤ ਉੱਤੇ ਭਰੋਸਾ ਰੱਖਦਾ ਹੈ ਕਿ ਮੈਂ ਕਰ ਲਵਾਂ, ਕੋਈ ਗੱਲ ਨਹੀਂ, ਮੈਨੂੰ ਜਾਣ ਦੀ ਲੋੜ ਨਹੀਂ ਆ, ਮੈਨੂੰ ਪ੍ਰਭੂ ਦੀ ਲੋੜ ਨਹੀਂ ਆ। ਧਿਆਨ ਦਿਓ ਮੇਰੇ, ਜਿਹੜਾ ਪ੍ਰਭੂ 4-4 ਦਿਨ ਦੇ ਮੁਰਦਿਆਂ ਨੂੰ ਜਿੰਦਾ ਕਰਦਾ ਹੈ, ਤੁਹਾਡੀਆਂ ਇਹ ਪ੍ਰੋਬਲਮਸ ਬਹੁਤ ਛੋਟੀਆਂ ਆ। ਜਿਹੜਾ ਪਰਮੇਸ਼ਵਰ ਸੁੱਕੀਆਂ ਸੜੀਆਂ ਗਲੀਆਂ ਹੱਡੀਆਂ ਦੇ ਵਿੱਚ ਜਾਨ ਪਾਉਣ ਦੀ ਸ਼ਕਤੀ ਰੱਖਦਾ ਹੈ, ਤਾਂ ਉਹਨਾਂ ਨੂੰ ਇੱਕ ਸੈਨਾ ਦਾ ਰੂਪ ਦੇ ਸਕਦਾ ਆ। ਉਹਦੇ ਅੱਗੇ ਤੁਹਾਡੀ ਪ੍ਰੋਬਲਮ ਕੁਝ ਵੀ ਨਹੀਂ ਆ। ਤੇ ਜੇ ਕੁਝ ਹੈ ਮਾਇਨੇ ਰੱਖਣ ਵਾਲਾ, ਤੁਹਾਡਾ ਭਰੋਸਾ, ਤੁਹਾਡਾ ਭਰੋਸਾ, ਆਪਣਾ ਭਰੋਸਾ ਪਰਮੇਸ਼ਰ ਉੱਤੇ ਲੈ ਕੇ ਆਓ। ਜ਼ਰੂਰੀ ਨਹੀਂ ਹੈ ਕਿ ਅਸੀਂ ਜਿਸ ਚੀਜ਼ ਨੂੰ ਅਸੀਂ ਦੌੜੇ ਆ, ਜਿਹੜੀ ਚੀਜ਼ ਅਸੀਂ ਪ੍ਰਾਪਤ ਕਰਨੀ ਆ, ਉਹ ਸਾਡੀ ਜ਼ਿੰਦਗੀ ਦੇ ਵਿੱਚ ਆਵੇ। ਜੇ ਤੁਹਾਡਾ ਭਰੋਸਾ ਪਰਮੇਸ਼ਰ ਤੇ ਆ, ਜੋ ਤੁਹਾਡੇ ਲਾਭ ਦੇ ਲਈ ਆ, ਉਹ ਜ਼ਰੂਰ ਤੁਹਾਡੀ ਜ਼ਿੰਦਗੀ 'ਚ ਆਵੇਗਾ। ਤੇ ਜਿਹਦੇ ਲਈ ਤੁਸੀਂ ਮਿਹਨਤ ਕਰ ਰਹੇ ਆ ਪਰ ਤੁਹਾਨੂੰ ਮਿਲ ਨਹੀਂ ਰਿਹਾ, ਜਿਹਦਾ ਭਰੋਸਾ ਪਰਮੇਸ਼ਰ ਤੇ, ਉਹ ਇਹ ਗੱਲ ਕਹਿੰਦਾ ਆ, ਪ੍ਰਭੂ ਸ਼ਾਇਦ ਜੋ ਮੈਂ ਮੰਗ ਰਿਹਾ ਆ ਇਹ ਮੇਰੇ ਲਾਭ ਲਈ ਨਹੀਂ ਆ, ਇਸੇ ਲਈ ਤੂੰ ਮੈਨੂੰ ਦੇ ਨਹੀਂ ਰਿਹਾ। ਸਾਡੀ ਕੋਈ ਖੁਆਇਸ਼ ਪੂਰੀ ਨਹੀਂ ਹੁੰਦੀ, ਅਸੀਂ ਉਹ ਖੁਆਇਸ਼ ਨੂੰ ਕੀ ਕਹਿੰਦੇ ਆ? ਪਰਮੇਸ਼ਰ ਸ਼ਾਇਦ ਇਹ ਵਸਤੂ, ਇਹ ਚੀਜ਼, ਇਹ ਸਮਾਂ ਸਾਡੇ ਲਾਭ ਦਾ ਨਹੀਂ, ਇਸੇ ਲਈ ਤੂੰ ਇਹ ਸਾਡੀ ਜ਼ਿੰਦਗੀ 'ਚ ਲੈ ਕੇ ਨਹੀਂ ਆਇਆ। ਤੁਸੀਂ ਆਪਣੇ ਬੱਚਿਆਂ ਨੂੰ ਪਾਲਦੇ ਆ, ਬਹੁਤ ਵਧੀਆ ਪਾਲਦੇ ਆ। ਕਈ ਵਾਰ ਬੱਚਾ ਕੋਈ ਏਦਾਂ ਦੀ ਚੀਜ਼ ਦੀ ਮੰਗ ਕਰਦਾ, ਅੜੀ ਕਰਦਾ ਆ, ਜਿਹਦੇ ਬਾਰੇ ਉਹਨੂੰ ਪਤਾ ਨਹੀਂ ਹੁੰਦਾ। ਉਹ ਰੂਪ ਰੰਗ ਦੇਖ ਕੇ ਅੜੀ ਕਰਦਾ, ਲੇਕਿਨ ਤੁਸੀਂ ਸਮਝਦਾਰ ਆ, ਤੁਹਾਨੂੰ ਪਤਾ ਹੈ ਕਿ ਇਸ ਬੱਚਾ ਅਣਜਾਣ ਆ, ਇਹਨੂੰ ਇਹ ਪਤਾ ਨਹੀਂ ਆ ਕਿ ਇਸ ਚੀਜ਼ ਨਾਲ ਕਿੰਨਾ ਨੁਕਸਾਨ ਹੋ ਜਾਣਾ ਇਹਦਾ। ਉਹ ਅੜੀ ਕਰਦਾ, ਲੇਕਿਨ ਤੁਸੀਂ ਉਹ ਚੀਜ਼ ਦਿੰਦੇ ਨਹੀਂ ਆ, ਉਹ ਵਸਤੂ ਦਿੰਦੇ ਨਹੀਂ ਆ। ਕਿਉਂ? ਕਿਉਂਕਿ ਤੁਸੀਂ ਸਮਝਦਾਰ ਆ। ਐਦਾਂ ਹੀ ਪਰਮੇਸ਼ਵਰ
ਸਾਡੀਆਂ ਕਈ ਗੱਲਾਂ ਨੂੰ ਸਾਡੇ ਤੋਂ ਵੱਖ ਰੱਖਦਾ ਆ, ਕਈ ਚੀਜ਼ਾਂ ਨੂੰ ਸਾਡੇ ਤੋਂ ਵੱਖ ਰੱਖਦਾ, ਕਈ ਹਾਲਾਤਾਂ ਨੂੰ ਸਾਡੇ ਤੋਂ ਵੱਖ ਰੱਖਦਾ, ਕਈ ਸਮਿਆਂ ਨੂੰ ਸਾਡੇ ਤੋਂ ਵੱਖ ਰੱਖਦਾ ਆ, ਕਿਉਂਕਿ ਸਾਨੂੰ ਲੱਗਦਾ ਕਿ ਸਭ ਕੁਝ ਸਾਡੇ ਲਈ ਵਧੀਆ ਆ, ਲੇਕਿਨ ਪਰਮੇਸ਼ਰ ਨੂੰ ਪਤਾ ਹੁੰਦਾ ਕਿ ਇਹਦੇ ਜੀਵਨ ਦੇ ਵਿੱਚ ਵੱਡੇ ਘਾਟੇ ਦਾ ਕਾਰਨ ਬਣ ਸਕਦਾ। ਤੇ ਅਸੀਂ ਕੀ ਕਹਿੰਦੇ ਆ, ਪ੍ਰਭੂ ਤੂੰ ਤਾਂ ਮੇਰੀ ਸੁਣੀ ਨਹੀਂ, ਪ੍ਰਭੂ ਤੂੰ ਤਾਂ ਮੈਨੂੰ ਦਿੱਤਾ ਹੀ ਨਹੀਂ, ਪ੍ਰਭੂ ਤੂੰ ਤਾਂ ਮੇਰੇ ਲਈ ਕੰਮ ਕੀਤਾ ਹੀ ਨਹੀਂ। ਨਹੀਂ, ਜੇ ਨਹੀਂ ਹੋਇਆ ਕੰਮ ਤੇ ਕਹਿ ਦਿਓ ਪ੍ਰਭੂ ਇਹ ਚੀਜ਼ ਸਾਡੇ ਲਾਭ ਲਈ ਨਹੀਂ ਹੈ, ਇਸ ਲਈ ਤੂੰ ਰੋਕ ਦਿੱਤੀ ਹੈ। ਇਹ ਭਰੋਸੇ ਵਾਲੇ ਬੰਦਿਆਂ ਲਈ ਗੱਲ ਕਰ ਰਹੇ ਆ, ਜਿਹੜੇ ਆਪਣੀ ਸਮਝ ਉੱਤੇ ਇਤਬਾਰ ਕਰਦੇ ਹੋ ਤਾਂ ਵੈਸੇ ਹੀ ਫੇਲ ਆ। ਤਾਂ ਕਈ ਵਾਰੀ ਉਹ ਕਹਿ ਦਿੰਦੇ ਆ ਚੱਲ ਰਹਿਣ ਦੇ, ਦਾਸ ਕਹਿੰਦੇ ਸੀ ਇਹ ਤੇਰੇ ਲਾਇਕ ਨਹੀਂ ਆ, ਚੱਲ ਛੱਡੋ। ਇੱਕ ਪਾਪ ਕਰਨ ਵਾਲਾ ਵੀ ਕਹੂਗਾ ਜੀ ਦਾਸ ਨੇ ਕਿਹਾ ਸੀ ਤੇਰੇ ਇਹ ਚੀਜ਼ ਤੇਰੇ ਲਾਇਕ ਦੀ ਨਹੀਂ ਹੈ। ਪਾਪ ਕਰਨ ਵਾਲਾ ਬੰਦਾ ਹੀ ਪ੍ਰਭੂ ਦੇ ਲਾਇਕ ਨਹੀਂ ਆ ਤੇ ਉਹਦੀ ਜ਼ਿੰਦਗੀ ਕਿੱਥੋਂ ਲਾਇਕ ਹੋ ਜਾਏਗੀ। ਹਾਲੇਲੂਇਆ। ਇਸੇ ਲਈ ਮੇਰੇ ਤੋਂ ਪ੍ਰਭੂ ਦਾ ਦਾਸ ਦਾਊਦ ਹੁਣ ਗੱਲ ਕਹਿੰਦਾ ਸਾਡੇ ਪਿਓ ਦਾਦਿਆਂ ਨੇ ਤੇਰੇ ਤੇ ਭਰੋਸਾ ਕੀਤਾ, ਹਾਂ ਤੇਰੇ ਤੇ ਭਰੋਸਾ ਕੀਤਾ, ਇਸੇ ਲਈ ਤੂੰ ਛੁਡਾਇਆ। ਕਦੋਂ ਪਰਮੇਸ਼ਰ ਛੁਡਾਉਂਦਾ ਆ? ਜਦੋਂ ਮੇਰੇ ਜੋ ਇਨਸਾਨ ਦਾ ਭਰੋਸਾ ਪਰਮੇਸ਼ਰ ਤੇ ਹੋਵੇ। ਜਦੋਂ ਮਿਸਰ ਦੇ ਵਿੱਚੋਂ ਨਿਕਲੇ ਆ ਤੇ ਉਹ ਟਿਫਨ ਪੈਕ ਕਰਕੇ ਲੈ ਕੇ ਨਹੀਂ ਨਿਕਲੇ, ਪਾਣੀ ਦੀਆਂ ਥਰਮੋਸਾਂ ਲੈ ਕੇ ਨਹੀਂ ਨਿਕਲ ਪਏ ਕਿ ਰੱਬ ਨੇ ਸਾਨੂੰ ਸੱਦਿਆ। ਜਦੋਂ ਮੈਂ ਘਰੋਂ ਨਿਕਲਿਆ ਸੀ ਕੁਛ ਨਹੀਂ ਲੈ ਕੇ ਨਿਕਲਿਆ, ਜਦੋਂ ਮੈਂ ਘਰੋਂ ਤੁਰਿਆ ਸੀ ਕੁਛ ਨਹੀਂ ਲੈ ਕੇ ਤੁਰਿਆ ਕਿ ਪ੍ਰਭੂ ਜੇ ਤੂੰ ਲੈ ਕੇ ਚੱਲਾਂ ਤੂੰ ਆਪੇ ਇੰਤਜ਼ਾਮ ਕਰੇਗਾ, ਤੂੰ ਆਪੇ ਇੰਤਜ਼ਾਮ ਕਰੇਗਾ। ਫੌਜੀ ਫੌਜ ਦੇ ਵਿੱਚ ਜਾਂਦੇ 2 ਮਹੀਨੇ ਛੁੱਟੀ ਕਰਕੇ ਕੱਟ ਕੇ ਰੋਟੀ ਦਾ ਟਿਫਨ ਲੈ ਕੇ ਜਾਂਦੇ ਆ, ਬੋਰੀ ਕਣਕ ਦੀ ਆਟੇ ਦੀ ਲੈ ਕੇ ਜਾਂਦੇ। ਨਹੀਂ, ਹੁਣ ਪਤਾ ਜਿਹਨਾਂ ਨੇ ਸੱਦਿਆ ਉਹਨਾਂ ਨੇ ਆਪੇ ਦੇਣੀ ਆ। ਐਦਾਂ ਹੀ ਪਰਮੇਸ਼ਵਰ ਆ। ਤੇ ਜੇ ਉਹ ਇਸਰਾਇਲੀ ਲੋਕ ਟਿਫਨ ਲੈ ਕੇ ਜਾਂਦੇ ਤਾਂ ਆਕਾਸ਼ ਤੋਂ ਮੰਨਾ ਲਾਉਣ ਦੀ ਕੀ ਲੋੜ ਸੀ? ਰਸਤੇ ਵਿੱਚ ਇੰਨਾ ਮੀਟ ਖਿਲਾਉਣ ਦੀ ਕੀ ਲੋੜ ਸੀ? ਪਾਣੀ ਦੀਆਂ ਥਰਮੋਸਾਂ ਲੈ ਕੇ ਜਾਂਦੇ, ਬਿਸਲਰੀ ਲੈ ਕੇ ਜਾਂਦੇ ਤਾਂ ਚਟਾਨਾਂ ਚੋਂ ਪਾਣੀ ਕੱਢ ਕੇ ਪਿਲਾਉਣ ਦੀ ਕੀ ਲੋੜ ਸੀ? ਏਲੀਆ ਨੂੰ ਕਹਿੰਦਾ ਚੱਲ ਸਾਰਫਤ ਸ਼ਹਿਰ ਨੂੰ ਨਿਕਲ ਚੱਲ, ਜਿੱਥੇ ਮੈਂ ਤੇਰੇ ਲਈ ਇੰਤਜ਼ਾਮ ਕੀਤਾ ਆ। ਕਾਲ ਦੇ ਦਿਨਾਂ ਦਾ ਸਮਾਂ, ਤਾਂ ਏਲੀਆ ਨਿਕਲ ਪਿਆ। ਕਿੱਦਾਂ ਨਿਕਲਿਆ? ਪਰਮੇਸ਼ਰ ਤੇ ਭਰੋਸਾ ਰੱਖ ਕੇ ਕਿ ਮੇਰਾ ਪਰਮੇਸ਼ਰ ਮੈਨੂੰ ਉਸ ਸਥਾਨ ਤੇ ਲੈ ਕੇ ਜਾਣਾ ਚਾਹੁੰਦਾ, ਮੈਂ ਜਾਣਾ। ਸਵੇਰ ਤੇ ਸ਼ਾਮੀ ਪਹਾੜੀ ਕਾਮਾਂ ਦੇ ਹੱਥੀਂ ਰੋਟੀ ਤੇ ਮੀਟ ਪਰਮੇਸ਼ਰ ਨੂੰ ਭੇਜਦਾ ਸੀ। ਰੋਟੀ ਤੇ ਮੀਟ ਪਰਮੇਸ਼ਰ ਏਲੀਆ ਲਈ ਭੇਜਦਾ ਸੀ। ਜਿੰਨੇ ਦਿਨ ਏਲੀਆ ਉਸ ਜਰਦਨ ਨਦੀ ਦੇ ਸਾਹਮਣੇ ਕਰੀਦ ਦੇ ਨਾਲੇ ਦੇ ਵਿੱਚ ਟਿਕਿਆ ਰਿਹਾ, ਮੂੰਗੀ ਮਸਰਾਂ ਦੀ ਦਾਲ, ਗੋਭੀ ਸ਼ੋਭੀ ਨਹੀਂ ਖਾਧੀ ਉਹਨੇ। ਲਿਖਿਆ ਬਾਈਬਲ ਦੇ ਵਿੱਚ ਪਰਮੇਸ਼ਰ ਮੀਟ ਤੇ ਰੋਟੀ ਤਾਜ਼ੀ ਭੇਜਦਾ ਸੀ। ਤੇ ਜੇ ਪਰਮੇਸ਼ਰ ਐਦਾਂ ਕਰ ਸਕਦਾ ਆ ਤੇ ਫਿਰ ਸਾਨੂੰ ਆਪਣੀ ਸਮਝ ਦੇ ਘੋੜੇ ਦਰਾਉਣ ਦੀ ਕੀ ਲੋੜ ਆ? ਜੇ ਪਰਮੇਸ਼ਰ ਤੇ ਭਰੋਸਾ ਆ ਕਿ ਪਰਮੇਸ਼ਰ ਸਾਡਾ ਬਲਵੰਤ ਪਰਮੇਸ਼ਰ, ਸਭ ਕੰਮ ਕਰਨ ਦੀ ਸ਼ਕਤੀ ਰੱਖਣ ਵਾਲਾ ਪਰਮੇਸ਼ਰ ਆ, ਔਰ ਉਹ ਸਾਨੂੰ ਚੰਗਾ ਜੀਵਨ ਦੇਣ ਦਿਆ ਆ, ਤਾਂ ਫਿਰ ਮੇਰੇ ਜੋ ਆਪਣੀ ਸਮਝ ਨਾ ਦੜਾਓ, ਆਪਣੀ ਸਮਝ ਤੇ ਭਰੋਸਾ ਨਾ ਰੱਖੋ, ਬਲਕਿ ਖੁਦਾ ਤੇ ਭਰੋਸਾ ਰੱਖ ਕੇ ਖੁਦਾ ਦੇ ਪਿੱਛੇ ਤੁਰੇ ਚੱਲੋ। ਤੁਸੀਂ ਭਗਤੀ ਦੇ ਰੂਪ ਦੇ ਵਿੱਚ ਕੀ ਕਰ ਰਹੇ ਆ, ਇਹ ਨਾ ਸੋਚੋ ਕਿ ਕੀ ਘਾਟਾ ਪਵੇਗਾ, ਇਹ ਨਾ ਸੋਚੋ ਕਿ ਸਮਾਂ ਥੋੜਾ ਆ, ਇਹ ਨਾ ਸੋਚੋ ਕਿ ਮੇਰੇ ਰਿਸ਼ਤੇ ਟੁੱਟ ਗਏ, ਇਹ ਨਾ ਸੋਚੋ ਕਿ ਮੈਨੂੰ ਉਹਨੂੰ ਛੱਡਣਾ ਪੈ ਗਿਆ, ਇਹ ਸੋਚੋ ਕਿ ਮੇਰਾ ਰਿਸ਼ਤਾ ਖੁਦਾ ਨਾਲ ਬਣ ਗਿਆ। ਤੇ ਜਿਹਦਾ ਜਿਸ ਇਨਸਾਨ ਦਾ ਭਰੋਸੇ ਕਰਕੇ ਰਿਸ਼ਤਾ ਪਰਮੇਸ਼ਰ ਨਾਲ ਬਣਦਾ ਆ, ਦੁਨੀਆ ਆਪੇ ਹੀ ਰਿਸ਼ਤੇ ਬਣਾਉਣ ਦੇ ਲਈ ਤੁਹਾਡੇ ਕੋਲ ਆ ਜਾਏਗੀ। ਹਾਲੇਲੂਇਆ। ਦੁਨੀਆ ਆਪੇ ਹੀ ਤੁਹਾਡੇ ਕੋਲ ਆ ਜਾਵੇਗੀ, ਪਰ ਉਹਦੇ ਲਈ ਹੋਵੇਗਾ ਜਿਹੜਾ ਇਨਸਾਨ ਪਰਮੇਸ਼ਰ ਤੇ ਭਰੋਸਾ ਰੱਖਦਾ ਆ। ਤੇ ਜਿਹੜਾ ਆਪਣੀ ਸਮਝ ਨਾਲ ਦੌੜਾ ਭੱਜਾ ਫਿਰਦਾ ਆ, ਉਹਦੇ ਜੀਵਨ 'ਚ ਕਦੇ ਵੀ ਕੋਈ ਬਰਕਤ ਨਹੀਂ ਆ। ਜੁਨਾਹ ਕਿਉਂ ਮੌਤ ਦੇ ਮੂੰਹ 'ਚ ਗਿਆ? ਪਰਮੇਸ਼ਰ ਦੀ ਇੱਛਾ ਕੀ ਸੀ ਕਿ ਜਾ ਨੀਨਵਾ ਸ਼ਹਿਰ 'ਚ ਜਾ ਕੇ ਪ੍ਰਚਾਰ ਕਰ। ਉੱਠਿਆ, ਚੱਲਿਆ, ਰਸਤੇ 'ਚ ਜਾਂਦਿਆਂ ਉਹਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਨੀਨਵਾ ਸ਼ਹਿਰ ਦੇ ਲੋਕ ਤਾਂ ਪਾਪੀ ਬੜੇ ਆ, ਬੜੇ ਜ਼ਾਲਮ ਲੋਕ ਆ, ਫਿਰ ਤਾਂ ਕੰਮ ਖਰਾਬ ਹੋ ਜਾਣਾ। ਇੰਨੇ ਜ਼ਾਲਮ ਲੋਕਾਂ 'ਚ ਮੈਂ ਜਾਵਾਂਗਾ, ਮੈਂ ਪ੍ਰਚਾਰ ਕਰਾਂਗਾ, ਉਹਨਾਂ ਨੇ ਤਾਂ ਮੈਨੂੰ ਧੌਣ, ਮੇਰੀ ਧੌਣ ਫੜ ਲੈਣੀ ਆ, ਉਹਨਾਂ ਤਾਂ ਮੈਨੂੰ ਮਾਰ ਦੇਣਾ। ਦਿਮਾਗ ਦੇ ਵਿੱਚ ਜਦੋਂ ਇਹ ਗੱਲਾਂ ਆਈਆਂ, ਉਹ ਜੋ ਸਮੁੰਦਰ ਕੰਢੇ ਗਿਆ ਤਾਂ ਤਰਤੀਸ਼ ਵਾਲੇ ਜਹਾਜ਼ ਚੜ ਗਿਆ। ਘਰੋਂ ਤੁਰਿਆ ਪਰਮੇਸ਼ਰ ਤੇ ਭਰੋਸਾ ਰੱਖ ਕੇ ਸੀ, ਤੌਬਾ ਭਰੋਸਾ ਰੱਖ ਕੇ ਕੀਤੀ ਗਈ, ਬਪਤਿਸਮਾ ਭਰੋਸਾ ਰੱਖ ਕੇ ਲੈ ਲਿਆ। ਫਸਟ ਟਾਈਮ ਚਰਚ ਵਿੱਚ ਆਏ ਆ ਜਾਂ ਪਹਿਲਾਂ ਦੇ ਹੁੰਦੇ ਆ, ਭਰੋਸਾ ਰੱਖ ਕੇ ਆਉਂਦੇ ਆ। ਸੇਮ ਜੁਨਾਹ ਨਵੀ ਵਾਂਗ, ਕੱਲਾ ਜੁਨਾਹ ਨਹੀਂ, ਜੁਨਾਹ ਨਵੀ ਆ।
ਅੱਗੇ ਜਾ ਕੇ ਇਹਨੇ ਕੀ ਕੀਤਾ ਵੀ ਅੱਗੇ ਤਾਂ ਘਾਟਾ ਪੈਣਾ ਆ, ਰੱਬ ਦੇ ਵਿੱਚ ਚੱਲਣ ਨਾਲ ਘਾਟਾ ਆ, ਜਾਨ ਦਾ ਵੀ ਘਾਟਾ ਹੋਊਗਾ, ਮਾਲ ਦਾ ਵੀ ਘਾਟਾ ਪਊਗਾ, ਦਿਨ ਵੀ ਯਾਰ ਖਰਾਬ ਹੋ ਜਾਣੇ ਆ। ਕਈ ਵਾਰੀ ਅਸੀਂ ਸਮਝ ਨਾ ਕਰਦੇ ਆ ਯਾਰ, ਜਿਹੜੇ 2 ਘੰਟੇ ਚਰਚ ਜਾਣਾ, 4 ਘੰਟੇ ਚਰਚ ਜਾਣਾ ਆ, 400 ਰੁਪਈਆ ਕਮਾਉਨੇ ਆ, 500 ਰੁਪਈਆ ਕਮਾਉਨੇ ਆ, ਜਿਹੜਾ ਵਚਨ ਪੂਰਾ ਕਰਨਾ ਆ ਪੈਸੇ ਕਮਾਉਨੇ ਆ। ਇਹਦੇ ਮਨ ਚ ਵੀ ਇਹ ਆਈ ਜੇ ਉੱਥੇ ਜਾਊਂਗਾ ਮੇਰੀ ਜਾਨ ਨੂੰ ਖਤਰਾ, ਰੋਟੀ ਮਿਲਣੀ ਕਿ ਨਹੀਂ ਮਿਲਣੀ ਪਤਾ ਨਹੀਂ। ਤਰਤੀਸ਼ ਨੂੰ ਨਿਕਲਦੇ ਆ, ਨਾਲੇ ਮਾਮੇ ਨੂੰ ਮਿਲਿਆਉਂਗਾ, ਨਾਲੇ ਮਾਮੇ ਦੇ ਨਿਆਣਿਆਂ ਨੂੰ ਮਿਲਿਆਉਂਗਾ। ਨਿਕਲ ਪਿਆ ਤਰਤੀਸ਼ ਨੂੰ, ਤੂਫਾਨ ਆਇਆ, ਸਮੁੰਦਰ ਸੁੱਟਿਆ, ਮੱਛੀ ਦੇ ਮੂੰਹ ਚ ਗਿਆ। 3 ਦਿਨ 3 ਰਾਤਾਂ ਮੇਰੇ ਤੋਂ ਬਿਲਕਦਾ ਰਿਹਾ, 3 ਦਿਨ 3 ਰਾਤਾਂ ਮੌਤ ਦੇ ਸਾਏ ਹੇਠ ਪਿਆ ਰਿਹਾ। ਮੌਤ ਦੇ ਸਾਏ ਹੇਠ ਕਿਉਂ ਪਿਆ? ਕਿਉਂਕਿ ਰੱਖਿਆ ਭਰੋਸਾ ਪ੍ਰਭੂ ਤੇ ਸੀ। ਅੱਗੇ ਜਾ ਕੇ ਆਪਣੀ ਸਮਝ ਉੱਤੇ ਇਤਬਾਰ ਕੀਤਾ, ਆਪਣੀ ਸਮਝ ਨਾਲ ਚੱਲਿਆ। ਅਸੀਂ ਕਈ ਲੋਕ ਆਪਣੀ ਜ਼ਿੰਦਗੀ ਦੇ ਫੈਸਲੇ, ਆਪਣੇ ਪਰਿਵਾਰਾਂ ਦੇ ਫੈਸਲੇ ਅਸੀਂ ਸੰਸਾਰ 'ਚ ਕਰਦੇ ਆਂ, ਸੰਸਾਰ ਤੋਂ ਪੁੱਛ ਕੇ ਕਰਦੇ ਆਂ। ਜਦੋਂ ਅਸੀਂ ਸੰਸਾਰ ਤੋਂ ਸਲਾਹ ਲੈਂਦੇ ਤਾਂ ਮਤਲਬ ਕਿ ਤੁਹਾਨੂੰ ਪ੍ਰਭੂ ਤੇ ਭਰੋਸਾ ਨਹੀਂ, ਜਿਹਦੇ ਪਿੱਛੇ ਤੁਰੇ ਆਂ। ਤੁਹਾਨੂੰ ਸੰਸਾਰ ਤੇ ਭਰੋਸਾ ਆ ਜਿਹੜੇ ਪ੍ਰਭੂ ਤੋਂ ਨਫ਼ਰਤ ਕਰਦੇ ਆ। ਉਹ ਸੰਸਾਰ ਜਿਹੜਾ ਪੂਰੀ ਤਰ੍ਹਾਂ ਸ਼ੈਤਾਨੀ, ਜਿਹੜਾ ਤੁਹਾਨੂੰ ਵੀ ਪ੍ਰਭੂ ਤੋਂ ਦੂਰ ਕਰਨਾ ਚਾਹੁੰਦਾ, ਤੁਸੀਂ ਉਹ ਤੋਂ ਸਲਾਹ ਲੈਂਦੇ ਆ। ਤੇ ਜਦੋਂ ਸਲਾਹ ਲੈਂਦੇ ਆ ਤੇ ਯੂਨਾਹ ਨੇ ਵੀ ਸਲਾਹ ਹੀ ਲਈ ਸੀਗੀ। ਨਿਕਲ ਪਿਆ ਤਰਤੀਸ਼ ਨੂੰ, ਮੌਤ ਦੇ ਮੂੰਹ ਚਲਾ ਗਿਆ, ਮੌਤ ਦੇ ਮੂੰਹ ਚਲਾ ਗਿਆ। ਤੇ ਰੱਬ ਕਿੱਥੇ ਲੈ ਕੇ ਜਾਣਾ ਚਾਹੁੰਦਾ ਸੀ? ਨੀਨਵਾ ਨੂੰ। ਚਲਾ ਕਿੱਥੇ ਗਿਆ? ਤਰਤੀਸ਼ ਨੂੰ। ਰੱਬ ਕੀ ਕਰਨਾ ਚਾਹੁੰਦਾ ਸੀ? ਬਾਈਬਲ ਚੋਂ ਜੋ ਪੜ੍ਹ ਕੇ ਦੇਖਦੇ ਆ, ਹੈਰਾਨ ਕਰਨ ਵਾਲੇ ਕੰਮ, ਹੈਰਾਨ ਕਰਨ ਵਾਲੇ ਕੰਮ। ਤੇ ਜਿੱਧਰ ਨੂੰ ਆਪਣੀ ਸੋਚ ਨਾਲ ਗਿਆ ਉੱਥੇ ਵੀ ਹੈਰਾਨ ਕਰਨ ਵਾਲੇ ਕੰਮ ਹੀ ਸੀ ਕਿ ਸਿੱਧਾ ਮੌਤ ਦੇ ਮੂੰਹ ਚਲਾ ਗਿਆ, ਸਿੱਧਾ ਮੌਤ ਦੇ ਮੂੰਹ ਚਲਾ ਗਿਆ। ਆਪਣੀ ਸਮਝ ਚਲਾਈ, ਮੌਤ ਦੇ ਮੂੰਹ ਚਲਾ ਗਿਆ। ਕਹਿੰਦਾ ਹੇ ਪਰਮੇਸ਼ਵਰ, ਇੱਕ ਵਾਰੀ ਚਾਂਸ ਦੇ, ਮੈਂ ਉਸੇ ਭਰੋਸੇ ਨਾਲ ਤੇਰੀ ਹਜ਼ੂਰੀ ਚ ਆਵਾਂਗਾ ਜਿਸ ਭਰੋਸੇ ਦੇ ਨਾਲ ਪਹਿਲਾਂ ਚੱਲਿਆ ਸੀ। ਪਰਮੇਸ਼ਵਰ ਨੇ ਮੱਛੀ ਨੂੰ ਹੁਕਮ ਦਿੱਤਾ, ਮੱਛੀ ਨੇ ਗੁਲਛਿਆ ਤੇ ਮੇਰੇ ਜਦੋਂ ਨੀਨਵਾ ਦੇ ਕਿਨਾਰੇ ਉੱਤੇ ਪਹੁੰਚ ਗਿਆ। ਪ੍ਰਚਾਰ ਕੀਤਾ। ਪ੍ਰਚਾਰ ਕਰਨ ਤੋਂ ਬਾਅਦ ਬਾਈਬਲ ਬਿਆਨ ਕਰਦੀ ਆ ਕਿ ਨੀਨਵਾ ਸ਼ਹਿਰ ਦੇ ਰਾਜੇ ਨੇ, ਨੀਨਵਾ ਸ਼ਹਿਰ ਦੇ ਰਾਜੇ ਨੇ ਪੂਰੇ ਸ਼ਹਿਰ 'ਚ ਕਮਾਂਡ ਕਰ ਦਿੱਤੀ। ਕਹਿੰਦਾ ਕਿ ਕੋਈ ਵੀ ਮਨੁੱਖ ਖਾਣਾ ਨਾ ਖਾਵੇ ਹੁਣ, ਨਾ ਵੱਡਾ, ਨਾ ਜਾਨਵਰ, ਨਾ ਡੰਗਰ। ਸਭ ਲੋਕ ਆਪਣੇ ਬਸਤਰ ਲਾ ਕੇ ਤੱਪੜ ਪਾਉਣ, ਸੁਆਹ ਤੇ ਬਹਿ ਜਾਣ ਤੇ ਸਭ ਲੋਕ ਪਰਮੇਸ਼ਵਰ ਦੇ ਅੱਗੇ ਵਰਤ ਰੱਖ ਲੈਣ ਤਾਂ ਕਿ ਪਰਮੇਸ਼ਵਰ ਸਾਡੀਆਂ ਖਾਮੀਆਂ ਨੂੰ ਮਾਫ ਕਰ ਸਕੇ। ਧਿਆਨ ਦਿਓ, ਪਰਮੇਸ਼ਵਰ ਨੇ ਯੂਨਾਹ ਦੇ ਲਈ ਕੀ ਸੋਚਿਆ ਸੀ ਕਿ ਇੱਕ ਰਾਜਾ ਤੇਰੇ ਅੱਗੇ ਝੁਕਾਵਾਂਗਾ, ਇੱਕ ਸ਼ਹਿਰ ਦਾ ਰਾਜਾ ਤੇਰੇ ਅੱਗੇ ਝੁਕਾਵਾਂਗਾ। ਪਰ ਮੌਤ ਦੇ ਮੂੰਹ 'ਚ ਕਿਉਂ ਗਿਆ? ਆਪਣੀ ਨਕਮੀ ਸੋਚ ਕਰਕੇ। ਇਸੇ ਲਈ ਸੰਤ ਸੁਲੇਮਾਨ ਨੇ ਕਿਹਾ, ਯਹੋਵਾ ਤੇ ਪੂਰੇ ਦਿਲ ਨਾਲ ਭਰੋਸਾ ਰੱਖ, ਆਪਣੀ ਸਮਝ ਤੇ ਇਤਬਾਰ ਨਾ ਕਰੀ। ਤੇਰੀ ਸਮਝ ਤੈਨੂੰ ਮੌਤ ਵੱਲ ਲੈ ਜਾਏਗੀ, ਤੇਰੀ ਸਮਝ ਤੈਨੂੰ ਪਰਮੇਸ਼ਰ ਤੋਂ ਦੂਰ ਲੈ ਜਾਏਗੀ, ਤੇਰੀ ਸਮਝ ਤੈਨੂੰ ਪ੍ਰਭੂ ਦੀ ਹਜ਼ੂਰੀ ਤੋਂ ਦੂਰ ਲੈ ਜਾਏਗੀ। ਬੇਸ਼ੱਕ ਤੇਰੇ ਘੁਟਨੇ ਇੱਥੇ ਟਿਕੇ ਆ, ਲੇਕਿਨ ਪ੍ਰਭੂ ਦੀ ਹਜ਼ੂਰੀ ਤੇਰੇ ਕੋਲ ਨਾ ਰਹੇਗੀ। ਪਰ ਜੇ ਤੇਰਾ ਭਰੋਸਾ ਪਰਮੇਸ਼ਰ ਤੇ ਆ, ਫਿਰ ਹਰ ਕਦਮ ਦੇ ਨਾਲ ਕਦਮ ਮਿਲਾ ਕੇ ਤੇਰਾ ਪਰਮੇਸ਼ਰ ਤੇਰੇ ਨਾਲ ਚੱਲੇਗਾ। ਫਿਰ ਜਿੱਥੇ ਜਾਏਗਾ ਹਰ ਸਥਾਨ ਤੈਨੂੰ ਧਨੀ ਕਰੇਗਾ, ਸ਼ਾਂਤੀ ਆਨੰਦ ਦੇ ਨਾਲ। ਹਰ ਸਥਾਨ ਤੈਨੂੰ ਤਰੱਕੀ ਤੇ ਤਸੱਲੀ ਨਾਲ ਧਨੀ ਕਰ ਦੇਵੇਗਾ। ਪਰਮੇਸ਼ਰ ਕਿੱਥੇ ਲੈ ਕੇ ਜਾਣਾ ਚਾਹੁੰਦਾ ਸਾਨੂੰ? ਇੱਕ ਉਸ ਸਥਾਨ ਤੇ ਜਿੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ, ਇੱਕ ਉਹ ਸਥਾਨ ਜਿੱਥੇ ਚੰਗੀ ਜ਼ਿੰਦਗੀ ਆ। ਸਾਨੂੰ ਪਰਮੇਸ਼ਰ ਉੱਥੇ ਲੈ ਕੇ ਜਾਣਾ ਚਾਹੁੰਦਾ ਆ। ਪਰ ਚਾਹ ਕਿਉਂ ਨਹੀਂ ਪਾ ਰਹੇ? ਕਿਉਂਕਿ ਸਾਡੀ ਸਮਝ ਸਾਡੇ ਅੱਗੇ ਰੋੜਾ ਬਣੀ ਪਈ ਆ। ਸਾਡੀ ਸਮਝ ਸਾਡੇ ਅੱਗੇ ਮੇਰੇ ਜੋ ਰੁਕਾਵਟ ਆ। ਕਈ ਫੈਮਲੀਆਂ ਏਦਾਂ ਦੀਆਂ ਆ ਜਿਹੜੀ ਅਜੇ ਤੱਕ ਵੀ ਆਪਣੀ ਸਮਝ ਨਾਲ ਤੁਰੀਆਂ ਫਿਰਦੀਆਂ ਆ, ਅਜੇ ਵੀ ਆਪਣੀ ਸਮਝ ਨਹੀਂ ਛੱਡਦੀਆਂ। ਮੇਰੇ ਜੋ ਧਿਆਨ ਦੇਣਾ, ਬਾਈਬਲ ਦੇ ਵਿੱਚ ਨਿਕੋਦੇਮਸ ਨੂੰ ਯਿਸੂ ਮਸੀਹ ਨੇ ਉਸ ਵੇਲੇ ਗੱਲਾਂ ਕਹੀਆਂ ਜਦੋਂ ਉਹ ਪਰਮੇਸ਼ਰ ਦੀ ਸਾਮਰਥ ਸ਼ਕਤੀ ਨੂੰ ਦੇਖ ਕੇ ਅਚਰਜ ਹੋਇਆ ਤੇ ਇਹ ਕੰਮ ਏਦਾਂ ਨਹੀਂ ਹੋ ਸਕਦੇ ਜੇ ਰੱਬ ਨਾਲ ਨਾ ਹੋਵੇ। ਤੇ ਯਿਸੂ ਮਸੀਹ ਨੇ ਕੀ ਕਿਹਾ? ਮੈਂ ਤੈਨੂੰ ਸੱਚ ਸੱਚ ਆਖਦਾ ਹਾਂ, ਜੇ ਕੋਈ ਨਵੇਂ ਸਿਰਿਓਂ ਨਾ ਜੰਮੇ ਉਹ ਪਰਮੇਸ਼ਰ ਦੇ ਰਾਜ ਵਿੱਚ ਨੂੰ ਵੇਖ ਨਹੀਂ ਸਕਦਾ। ਮੈਂ ਤੈਨੂੰ ਸੱਚ ਸੱਚ ਆਖਦਾ ਹਾਂ
ਕਿ ਜੇ ਕੋਈ ਜਲ ਤੇ ਆਤਮਾ ਤੋਂ ਨਾ ਜੰਮੇ ਤਾਂ ਪਰਮੇਸ਼ਵਰ ਦੇ ਰਾਜ 'ਚ ਵੜ ਨਹੀਂ ਸਕਦਾ। ਹੁਣ ਧਿਆਨ ਦਿਓ, ਜਿਹੜਾ ਪ੍ਰਭੂ ਦੇ ਵਿੱਚ ਆਉਣ ਤੋਂ ਬਾਅਦ ਵੀ, ਬਪਤਿਸਮਾ ਲੈਣ ਤੋਂ ਬਾਅਦ ਵੀ ਆਪਣੀ ਸਮਝ ਨਾਲ ਚੱਲਦਾ ਆ, ਉਹ ਅਜੇ ਤੱਕ ਵੀ ਉਹਨੇ ਅਜੇ ਨਵਾਂ ਜਨਮ ਨਹੀਂ ਲਿਆ, ਕਿਉਂਕਿ ਉਹ ਪੁਰਾਣੇ ਹੀ ਜਾਮੇ 'ਚ ਤੁਰਿਆ ਫਿਰਦਾ ਹੈ। ਜਿਹੜਾ ਬਾਈਬਲ ਨੂੰ ਜਾਣਨ ਤੋਂ ਬਾਅਦ, ਤੌਬਾ ਕਰਨ ਤੋਂ ਬਾਅਦ, ਬਪਤਿਸਮਾ ਲੈਣ ਤੋਂ ਬਾਅਦ ਵੀ ਆਪਣੀ ਸਮਝ ਨਾਲ ਜ਼ਿੰਦਗੀ ਬਤੀਤ ਕਰ ਰਿਹਾ ਆ, ਉਹ ਬੰਦਾ ਅਜੇ ਬਪਤਿਸਮਾ ਲੈਣ ਤੋਂ ਬਾਅਦ ਵੀ ਉਹਨੇ ਅਜੇ ਨਵਾਂ ਜਨਮ ਨਹੀਂ ਲਿਆ ਹੋਇਆ। ਉਹਨੇ ਅਜੇ ਤੱਕ ਨਵਾਂ ਜਨਮ ਨਹੀਂ ਲਿਆ। ਤੇ ਜਿੰਨਾ ਚਿਰ ਨਵਾਂ ਜਨਮ ਨਹੀਂ ਆ, ਤਦ ਤੱਕ ਨਾ ਤੁਸੀਂ ਪਰਮੇਸ਼ਰ ਦੇ ਰਾਜ ਨੂੰ, ਕਿਰਪਾ ਨੂੰ ਵੇਖ ਸਕਦੇ, ਨਾ ਉਹਦੀ ਕਿਰਪਾ 'ਚ ਵੜ ਸਕਦੇ, ਨਾ ਉਹਦੀ ਹਜ਼ੂਰੀ ਦੇ ਵਿੱਚ ਵੜ ਸਕਦੇ, ਨਾ ਉਹਦੇ ਸਵਰਗ 'ਚ ਵੜ ਸਕਦੇ। ਕਿਉਂ? ਕਿਉਂਕਿ ਨਵਾਂ ਜਨਮ ਪਰਮੇਸ਼ਰ ਦੇ ਉੱਤੇ ਭਰੋਸੇ ਨੂੰ ਦਰਸਾਉਂਦਾ ਆ, ਤੇ ਆਪਣੀ ਸਮਝ ਦਾ ਅਤਵਾਰ ਪਾਪ ਵਾਲੀ ਜ਼ਿੰਦਗੀ ਨੂੰ ਦਰਸਾਉਂਦਾ ਆ ਕਿ ਮੈਂ ਆਪਣੀ ਸਮਝ ਨਾਲ ਚਲੀ ਜਾਂਦਾ। ਪ੍ਰਾਰਥਨਾ ਵੀ ਅਸੀਂ ਆਪਣੀ ਸਮਝ ਨਾਲ ਹੀ ਕਰਦੇ ਆ। ਜਦੋਂ ਜ਼ਰੂਰਤ ਹੁੰਦੀ ਆ ਉਦੋਂ ਅਸੀਂ ਵਚਨ ਨੂੰ ਪੂਰਾ ਕਰ ਦਿੰਦੇ ਆ, ਉਦੋਂ ਵਚਨ ਪੂਰਾ ਕਰਦੇ ਆ। ਜਦੋਂ ਜ਼ਰੂਰਤ ਨਹੀਂ ਹੁੰਦੀ ਉਦੋਂ ਵਚਨ ਨਹੀਂ ਪੂਰਾ ਕਰਦੇ। ਮੀਨਸ ਅਸੀਂ ਆਪਣੀ ਸਮਝ ਨਾਲ ਭਲੇ ਤੇ ਬੁਰੇ ਦੀ ਸਿਆਣ ਕਰਨਾ ਸਿੱਖ ਗਏ ਆ, ਭਲੇ ਤੇ ਬੁਰੇ ਦੀ ਪਹਿਚਾਨ ਕਰਨੀ ਸਿੱਖੇ ਹੋਏ ਆ। ਜੇ ਅਸੀਂ ਭਲੇ ਬੁਰੇ ਦੀ ਪਛਾਣ ਕਰਦੇ ਆ, ਆਹ ਗਰੀਬ ਹੈ ਇਹਦੇ ਲਾਗੇ ਨਹੀਂ ਪੈਣਾ, ਇਹਦੇ ਲਾਗੇ ਮੁਸ਼ਕ ਆਉਂਦਾ ਰਹਿੰਦਾ, ਇਹਦੇ ਲਾਗੇ ਨਹੀਂ ਪੈਣਾ, ਆਹ ਅਮੀਰ ਹੈ ਇਹਦੇ ਲਾਗੇ ਪੈਣਾ, ਤੂੰ ਤਾਂ ਲੱਗਦਾ ਮੇਰੀ ਸੁਸਾਇਟੀ ਵਾਲਾ, ਤੂੰ ਮੇਰੇ ਲਾਗੇ ਰਿਹਾ ਕਰ, ਤੂੰ ਮੇਰੀ ਕੁਰਸੀ ਲਾਗੇ ਬੈਠਿਆ ਕਰ, ਤੂੰ ਮੇਰੇ ਲਾਗੇ ਬੈਠਿਆ ਕਰ, ਆਪਾਂ ਇਕੱਠੇ। ਕਈਆਂ ਨੂੰ ਮੈਂ ਦੇਖਦਾ ਥਾਂ ਮੱਲੇ ਆ ਉਹਨਾਂ ਨੇ, ਕਈਆਂ ਨੂੰ ਇੱਥੇ ਵੀ ਸੇਲ ਪਾਉਣਾ ਨਹੀਂ ਛੁੱਟਦਾਗਾ। ਮਤਲਬ ਇੱਕ ਜਣੀ ਬਹਿ ਜਾਂਦੀ ਆ ਕਿ ਦੂਜੀ ਇੱਕ ਕੁਰਸੀ ਲੱਗ, ਬਾਈਬਲ ਰੱਖ ਦੋ, ਪਰਸ ਰੱਖ ਦੋ ਕਿ ਮੇਰੀ ਸਹੇਲੀ ਨਹੀਂ ਆਉਣਾ, ਮੈਂ ਉਹਨੂੰ ਦੇਣੀ ਕੁਰਸੀ। ਇਹ ਜਦੋਂ ਬੱਸ ਚੜ੍ਹਦੇ ਆ ਨਾ, ਏਦਾਂ ਹੀ ਕਰਦੇ ਆ, ਆਪਾਂ ਰੁਮਾਲ ਰੱਖ ਦੇਦਾ ਕਿ ਕੋਈ ਜਾਣ ਪਛਾਣ ਵਾਲਾ ਹੋਈ ਤਾਂ ਲਾਗੇ ਬਿਠਾ ਲਾਂਗੇ। ਏਦਾਂ ਹੀ ਆ ਕਾਲਜਾਂ ਤੋਂ, ਜਿਹੜੇ ਸਕੂਲਾਂ ਚੋਂ, ਕਾਲਜਾਂ ਤੋਂ ਆਉਂਦੇ ਆ, ਇੰਸਟੀਚਿਊਟ ਚ ਆਉਂਦੇ ਆ, ਉਹ ਵੀ ਆਪਣਾ ਰੁਮਾਲ ਲਾਗਦੀ ਸੀਟ ਤੇ ਰੱਖ ਦਿੰਦੇ ਆ। ਉਹਨੇ ਆਉਣਾ, ਉਹ ਬੈਠੂ ਇੱਥੇ ਆ ਕੇ। ਇਹ ਸਾਰਾ ਕੁਝ ਪਾਪ ਹੀ ਆ। ਮੈਂ ਕਦੋਂ ਤੋਂ ਦੇਖਦਾ ਪਿਆ ਆ ਵੀ ਇੱਕ ਨੇ ਆਪਣੇ ਲਈ ਇੱਕ ਥਾਂ ਮੰਨ ਲਈ ਆ, ਉਹ ਉਸ ਥਾਂ ਨੂੰ ਛੱਡਦਾ ਹੀ ਨਹੀਂ। ਜਿਹਨੇ ਗੇਟ 'ਚ ਥਾਂ ਮੰਨ ਲਈ, ਉਹਨੇ ਗੇਟ 'ਚ ਸਾਰੀ ਉਮਰ ਕੱਢ ਦੇਣੀ ਆ। ਜਿਹਨੇ ਮੋਹਰੇ ਰੱਖੀ ਆ, ਉਹਨੇ ਮੋਹਰੇ ਕੱਢ ਲੈਣੀ, ਜੀਵਨ ਨਹੀਂ ਬਦਲਣਾ। ਇੱਕ ਥਾਂ ਤੇ ਇੱਕ ਉਹਨੇ ਆਪਣੇ ਨਾਲ ਦੇ ਲਈ ਇੱਕ ਹੋਲਡ ਰੱਖ ਲੈਣੀ ਆ, ਇੱਥੇ ਉਹਨੇ ਅੱਗੇ ਬਹਿਣਾ, ਇਹ ਉਹਦੇ ਲਈ ਆ। ਜੇ ਕੋਈ ਮਰੀਜ਼ ਵੀ ਲੱਗ ਗਿਆ ਜਾਏ, ਉਹ ਕੁਰਸੀ ਬਹਿਣੋ, ਭੈਣ ਜੀ ਤੁਸੀਂ ਨਾਲ ਦੀ ਕੁਰਸੀ ਦੇ ਦਿਓ, ਇੱਥੇ ਕੋਈ ਬੈਠਾ ਆ, ਉਹਦੇ ਕਈ ਜਣਾ ਬੈਠਾ ਆ। ਕਹਿਣ ਦਾ ਮਤਲਬ ਆਪਣੀ ਸੋਚ ਤੇ ਆਪਣੀ ਸਮਝ ਨਾਲ ਬੰਦਗੀ ਤੇ ਬੰਦਗੀ 'ਚ ਬੈਠਨੇ ਅਸੀਂ। ਤੇ ਜੇ ਅਸੀਂ ਆਪਣੀ ਸੋਚ, ਆਪਣੀ ਸਮਝ ਨਾਲ ਬੈਠਨੇ ਤਾਂ ਮਤਲਬ ਸਾਨੂੰ ਆਪਣੀ ਸਮਝ ਉੱਤੇ ਇਤਬਾਰ ਆ, ਪਰਮੇਸ਼ਰ ਤੇ ਭਰੋਸਾ ਨਹੀਂ ਆ। ਤੇ ਜਿਹੜਾ ਭਰੋਸਾ ਪਰਮੇਸ਼ਰ ਤੇ ਆ, ਉਹ ਜਦੋਂ ਪ੍ਰਭੂ ਦੀ ਹਜ਼ੂਰੀ 'ਚ ਹੁੰਦਾ, ਜਿੱਥੇ ਉਹਦਾ ਜੀ ਕਰਦਾ ਘੁਟਨੇ ਟੇਕ ਕੇ ਬਹਿ ਜਾਂਦਾ ਕਿ ਮੈਂ ਤਾਂ ਰੱਬ ਨਾਲ ਰਿਸ਼ਤਾ ਬਣਾਉਣਾ, ਮੈਂ ਹੀ ਕਰਨਾ ਆ, ਰੱਬ ਨਾਲ ਰਿਸ਼ਤਾ ਬਣਾਉਣਾ ਆ। ਮੈਂ ਇੱਥੇ ਰਿਸ਼ਤਿਆਂ ਵਾਸਤੇ ਸੀਟਾਂ ਥੋੜਾ ਰੱਖਣਾ ਆ ਕਿ ਆ ਫਲਾਣੇ ਦੀ ਸੀਟ, ਇੱਥੇ ਮੇਰੀ ਮੰਮੀ ਆ ਕੇ ਬੈਠੂ, ਇੱਥੇ ਮੇਰਾ ਡੈਡੀ ਆ ਕੇ ਬੈਠੂ, ਇੱਥੇ ਮੇਰੀ ਮਾਸੀ ਆ ਕੇ ਬੈਠੂ, ਤੇ ਮਾਸੜ ਬੈਠੂ, ਇੱਥੇ ਭੂਈ ਬੈਠੂ, ਇੱਥੇ ਭੂਆ ਫੁੱਫੜ ਬੈਠੂ। ਫਿਰ ਤਾਂ ਤੁਸੀਂ ਮਾਮੇ ਮਾਸੀਆਂ 'ਚ ਹੀ ਫਸੇ ਫਿਰਦੇ ਆ, ਫਿਰ ਤਾਂ ਅਸੀਂ ਸਹੇਲ ਪੁਣੇ 'ਚ ਹੀ ਫਸੇ ਫਿਰਦੇ ਆ, ਫਰੈਂਡਸ਼ਿਪ 'ਚ ਹੀ ਫਸੇ ਫਿਰਦੇ ਆ, ਚਰਚ ਵਿੱਚ ਆ ਕੇ ਵੀ। ਜਿਹਦਾ ਭਰੋਸਾ ਪਰਮੇਸ਼ਰ ਤੇ, ਉਹਦਾ ਫਰੈਂਡ ਵੀ ਪਰਮੇਸ਼ਰ ਆ, ਉਹਦਾ ਮਾਂ ਵੀ ਪਰਮੇਸ਼ਰ, ਉਹਦੇ ਬਾਪ ਵੀ ਪਰਮੇਸ਼ਰ, ਉਹਦਾ ਭਾਈ ਵੀ ਪਰਮੇਸ਼ਰ, ਸਗਾ ਸੰਬੰਧੀ ਵੀ ਪਰਮੇਸ਼ਰ ਆ। ਉਹ ਕਹਿੰਦਾ ਮੈਨੂੰ ਇਹਨਾਂ ਨਾਲ ਨਹੀਂ, ਮੈਨੂੰ ਖੁਦਾ ਨਾਲ ਮਤਲਬ ਆ। ਹਾਲੇਲੂਇਆ। ਜਦੋਂ ਮੈਂ ਬਪਤਿਸਮਾ ਲਿਆ, ਥੋੜੇ ਸਮੇਂ ਬਾਅਦ ਵਚਨ ਦੀ ਮੰਗ ਸੀ ਕਿ ਮੈਂ ਸਭ ਕੁਝ ਛੱਡ ਕੇ ਚੱਲਾਂ। ਵਚਨ ਦੀ ਮੰਗ ਸੀ, ਤੇ ਜੇ ਮੈਂ ਆਪਣੀ ਸਮਝ ਨਾਲ ਚੱਲਦਾ ਤੇ ਮੈਂ ਆਪਣੀ ਫੈਮਿਲੀ ਨੂੰ ਛੱਡਦਾ ਹੀ ਨਾ। ਜੇ ਮੈਂ ਆਪਣੀ ਸਮਝ ਨਾਲ ਚੱਲਦਾ, ਮੈਂ ਆਪਣੀ ਫੈਮਿਲੀ ਨਹੀਂ ਛੱਡਣੀ ਸੀ, ਕਿਉਂਕਿ ਮੇਰੀ ਫੈਮਿਲੀ 'ਚ ਕੋਈ ਘਾਟ ਨਹੀਂ ਆ। ਮੈਂ ਆਪਣੀ ਇੰਡਸਟਰੀ ਨਹੀਂ ਛੱਡਣੀ ਸੀ, ਇੰਡਸਟਰੀ 'ਚ ਵੀ ਗਾਂ ਹੌਲੀ ਹੌਲੀ ਸਟੈਪ ਬਾਈ ਸਟੈਪ ਪ੍ਰਮੋਸ਼ਨ ਹੁੰਦੀ ਆ, ਕਰ ਸਕਦੇ ਸਭ ਕੁਝ। ਪਰ ਉਸ ਵਕਤ ਪਰਮੇਸ਼ਰ ਦੇ ਵਚਨ ਦੀ, ਆਤਮਾ ਦੀ ਅਗਵਾਈ ਦੀ ਮੰਗ ਸੀ ਕਿ ਸਭ ਤੋਂ ਵੱਖਰਾ ਹੋ ਜਾ। ਅਬਰਾਹਮ ਨੂੰ ਕਿਹਾ ਸਭ ਤੋਂ ਵੱਖਰਾ ਹੋ ਜਾ, ਹੋ ਗਿਆ। ਮੈਨੂੰ ਕਿਹਾ ਸਭ ਤੋਂ ਵੱਖਰਾ ਹੋ ਜਾ, ਹੋ ਗਿਆ। ਤੇ ਜੇ ਉਸ ਵੇਲੇ ਮੈਂ ਆਪਣੀ ਸਮਝ ਉੱਤੇ ਵਿਸ਼ਵਾਸ ਕਰਦਾ, ਤੇ ਸ਼ਾਇਦ ਅੱਜ ਮੈਂ 300-400 ਰੁਪਏ ਦਿਹਾੜੀ ਵਾਸਤੇ ਐਤਵਾਰ ਵੀ ਨਾ ਛੱਡਦਾ, ਐਤਵਾਰ ਵੀ ਕੰਮ ਤੇ ਜਾਣਾ ਸੀ। ਜੇ ਮੈਂ ਉਸ ਵੇਲੇ ਆਪਣੀ ਸਮਝ ਦੇ ਉੱਤੇ ਤੁਰ ਪੈਂਦਾ ਕਿ ਯਾਰ ਚਰਚ ਜਾਣਾ, ਘਰ ਬਾਰ ਛੱਡ ਕੇ ਚੱਲਾਂਗੇ, ਕੀ ਰਾਹ ਵਾ। ਤੇ ਜੇ ਪਰਮੇਸ਼ਰ ਦੇ ਪਿੱਛੇ ਚੱਲਿਆ, ਪ੍ਰਭੂ ਤੇ ਭਰੋਸਾ ਰੱਖਿਆ, ਤੇ ਪਰਮੇਸ਼ਰ ਨੇ ਸਭ ਕੁਝ ਮੁਹੱਈਆ ਕੀਤਾ। ਇੱਕ ਛੱਡਿਆ ਸੀ, ਸੈਂਕੜੇ ਦੇ ਦਿੱਤੇ। ਇੱਕ ਛੱਡਿਆ ਸੀ, ਸੈਂਕੜੇ ਦੇ ਦਿੱਤੇ, ਕਿਉਂਕਿ ਪਰਮੇਸ਼ਰ ਤੇ ਭਰੋਸਾ ਹੈ। ਆਪਣੀ ਸਮਝ ਨਾਲ ਚੱਲਣ ਵਾਲਾ ਇਨਸਾਨ ਹਮੇਸ਼ਾ ਘਾਟਿਆਂ 'ਚ ਰਹਿੰਦਾ ਆ। ਵਚਨ ਉਹ ਜਿਹੜਾ ਸਮੇਂ ਸਿਰ ਕੀਤਾ ਜਾਂਦਾ,
ਅੱਜ ਪਰਮੇਸ਼ਰ ਬਹੁਤਿਆਂ ਤੋਂ ਚਾਹੁੰਦਾ ਹੈ ਕਿ ਆਪਣੀ ਸਮਝ ਨੂੰ ਛੱਡ ਦਿਓ, ਜੁਨਾਹ ਵਾਂਗ ਆਪਣੀ ਸਮਝ ਨਾਲ ਨਾ ਚੱਲੋ। ਕਿਹੜੀ ਚੀਜ਼ ਚ ਲਾਭ ਆ ਤੇ ਕਿਹੜੀ ਚੀਜ਼ ਨੁਕਸਾਨ ਆ। ਜਦੋਂ ਅਸੀਂ ਇਹਨਾਂ ਚੀਜ਼ਾਂ ਲੈ ਕੇ ਤੁਰਾਂਗੇ ਜ਼ਰੂਰ ਅੱਗੇ ਘਾਟੇ ਪੈਣਗੇ, ਪਰ ਇਸ ਗੱਲ ਨੂੰ ਲੈ ਕੇ ਚੱਲੋ ਕਿ ਸਾਡਾ ਪਰਮੇਸ਼ਰ ਸਾਡੇ ਤੋਂ ਕੀ ਮੰਗ ਕਰਦਾ ਹੈ, ਵਚਨ ਕੀ ਮੰਗ ਕਰਦਾ ਹੈ, ਆਤਮਾ ਕੀ ਅਗਵਾਈ ਕਰਦਾ ਹੈ। ਜਦੋਂ ਉਸ ਅਨੁਸਾਰ ਚੱਲਾਂਗੇ ਤਾਂ ਸਾਡੀ ਤੇ ਸਾਡੇ ਆਉਣ ਵਾਲੀ ਘਰਾਣੀਆਂ ਤੋਂ ਪੁਸ਼ਤਾਂ ਜਿਹੜੇ ਆ ਮੇਰੇ ਤੋਂ ਬਚਾਏ ਜਾਣਗੇ। ਇਸੇ ਦੀ ਅਗਲੀ ਆਇਤ ਨੂੰ ਪੜਾਂਗੇ ਅਸੀਂ। ਸਾਡੇ ਪਿਓ ਦਾਦਿਆਂ ਨੇ ਤੇਰੇ ਤੇ ਭਰੋਸਾ ਕੀਤਾ, ਉਹਨਾਂ ਨੇ ਭਰੋਸਾ ਕੀਤਾ ਤੇ ਤੈਂ ਉਹਨਾਂ ਨੂੰ ਛੁਡਾਇਆ। ਉਹਨਾਂ ਨੇ ਤੇਰੀ ਦੁਹਾਈ ਦਿੱਤੀ ਅਤੇ ਛੁਟਕਾਰਾ ਪਾਇਆ। ਉਹਨਾਂ ਨੇ ਤੇਰੀ ਦੁਹਾਈ ਦਿੱਤੀ ਤਾਂ ਛੁਟਕਾਰਾ ਪਾਇਆ। ਭਰੋਸੇ ਤੋਂ ਬਾਅਦ ਦਿੱਤੀ ਹੋਈ ਦੁਹਾਈ ਦੇ ਨਾਲ ਛੁਟਕਾਰਾ ਮਿਲਦਾ। ਭਰੋਸੇ ਦਾ ਮਤਲਬ ਜੋ ਪਰਮੇਸ਼ਰ ਨੇ ਕਹਿ ਦਿੱਤਾ ਬਾਈਬਲ ਦੇ ਵਿੱਚ ਉਸ ਨੂੰ ਪੂਰਾ ਕਰਨਾ, ਬਾਣੀ ਦੇ ਅਨੁਸਾਰ ਚੱਲਣਾ, ਪਰਮੇਸ਼ਰ ਦੀ ਰਜ਼ਾ ਦੇ ਵਿੱਚ ਰਹਿਣਾ, ਪਰਮੇਸ਼ਰ ਦੀ ਮਰਜ਼ੀ ਦੇ ਵਿੱਚ ਰਹਿਣਾ। ਕਈ ਲੋਕ ਬੜੀ ਦੁਹਾਈ ਦਿੰਦੇ ਆ, ਪਰਮੇਸ਼ਰ ਸਾਡੀ ਅਗਵਾਈ ਕਰ, ਪਰਮੇਸ਼ਰ ਮੇਰੇ ਨਾਲ ਗੱਲ ਕਰ, ਪਰਮੇਸ਼ਰ ਮੇਰੇ ਨਾਲ ਗੱਲ ਕਰ। ਬਾਈਬਲ ਗੱਲਾਂ ਹੀ ਕਰਦੀ ਪਈ ਆ, ਬਾਈਬਲ ਗੱਲਾਂ ਹੀ ਕਰਦੀ ਪਈ। ਤੂੰ ਇਹਨਾਂ ਨੂੰ ਰੱਦ ਕਰਕੇ ਹੋਰ ਕਿਹੜੀ ਨਵੀਂ ਗੱਲ? ਇੰਨੀ ਕੁ ਬਾਈਬਲ ਆ ਨਹੀਂ ਤੁਸੀਂ ਪੂਰੀ ਕਰ ਸਕਦੇ ਤਾਂ ਹੋਰ ਨਵੀਆਂ ਗੱਲਾਂ ਰੱਬ ਤੋਂ ਮੰਗੀ ਜਾਂਦੇ ਆ। ਪ੍ਰਭੂ ਸਾਡੇ ਨਾਲ ਗੱਲ ਕਰ, ਪ੍ਰਭੂ ਸਾਡੇ ਨਾਲ ਗੱਲ ਕਰ। ਜਿਹੜੀਆਂ ਆ ਕੀਤੀਆਂ ਪਹਿਲਾਂ ਇਹਨਾਂ ਨੂੰ ਤਾਂ ਪੂਰਾ ਕਰ ਲਓ, ਇਹ ਤਾਂ ਸੁਣ ਲਓ। ਕਿੱਦਾਂ ਕਹਿੰਦੇ ਜਦੋਂ ਨਿਆਣਾ ਬੱਚੇ ਜਦੋਂ ਖਾਣ ਵਾਲੀ ਚੀਜ਼ ਚੰਗੀ ਦੇਖਦੇ ਨਾ ਜੇਬਾਂ ਹੀ ਭਰ ਲੈਂਦੇ ਆ, ਹੋਰ ਇਕੱਠੀ ਕਰੀ ਜਾਣਗੇ। ਮੈਨੂੰ ਉਹਨੂੰ ਪਤਾ ਹੈ ਕਿ ਨਾ ਜੇਬਾਂ 'ਚ ਹੁਣ ਆਉਣੀ ਨਾ ਮੈਂ ਬੁੱਕ 'ਚ ਪਾ ਸਕਦਾ, ਫਿਰ ਵੀ ਇਕੱਠੇ ਕਰੀ ਜਾਣੇ, ਇਕੱਠੇ ਕਰੀ ਜਾਣੇ, ਇਕੱਠੇ ਕਰੀ ਜਾਣੇ। ਇਹ ਵੀ ਇਕੱਠੇ ਕਰ ਲਾਂ, ਪਰ ਖੜਨੇ ਕਿੰਨੇ ਕ ਜਿੰਨੀ ਕੁ ਜੇਬ 'ਚ ਪੈਣੀ। ਆਹ ਸਾਡੇ ਤੋਂ ਪੂਰੀਆਂ ਨਹੀਂ ਹੁੰਦੀਆਂ, ਬਾਈਬਲ ਦੀਆਂ ਸਾਡੇ ਤੋਂ ਪੂਰੀਆਂ ਨਹੀਂ ਹੁੰਦੀਆਂ। ਤੇ ਸਵੇਰੇ ਦੁਪਹਿਰ ਤੇ ਸ਼ਾਮ ਦੀ ਪ੍ਰਾਰਥਨਾ ਕਹਿੰਦੇ ਪ੍ਰਭੂ ਸਾਡੇ ਨਾਲ ਗੱਲਾਂ ਕਰ, ਪ੍ਰਭੂ ਸਾਡੇ ਨਾਲ ਗੱਲਾਂ ਕਰ। ਪ੍ਰਭੂ ਕਹਿੰਦਾ ਜਿਹੜੀਆਂ ਦਿੱਤੀਆਂ ਉਹ ਤਾਂ ਸਾਂਭ ਲਾ, ਜਿਹੜੀਆਂ ਕੀਤੀਆਂ ਉਹ ਤਾਂ ਸੁਣ ਲਾ, ਉਹ ਤਾਂ ਮੰਨ ਲਾ। ਨਵੀਆਂ ਤਾਂ ਮੈਂ ਫੇਰ ਦਊਂਗਾ, ਨਵੀਆਂ ਤਾਂ ਫੇਰ ਮਿਲਣਗੀਆਂ। ਅਜੇ ਬਾਈਬਲ ਚੋਂ ਇੱਕ ਪੇਜ ਦੀਆਂ ਅਸੀਂ ਮੰਨਦੇ ਨਹੀਂ ਆ, ਹਜ਼ਾਰਾਂ ਅਜੇ ਪੇਜ ਰਹਿੰਦੇ ਆ, ਹਜ਼ਾਰਾਂ ਪੇਜ ਰਹਿੰਦੇ ਆ। ਇੱਕ ਪੇਜ ਪੂਰਾ ਨਹੀਂ ਕੀਤਾ, ਹਜ਼ਾਰਾਂ ਛੱਡੇ ਪਏ ਆ ਤੇ ਰੱਬ ਨੂੰ ਹੋਰ ਕਹਿੰਦੇ ਪ੍ਰਭੂ ਹੋਰ ਪੇਜ, ਹੋਰ ਪੇਜ, ਹੋਰ ਪੇਜ। ਕੀ ਕਰ ਲਓਗੇ? ਬੋਲੋ। ਇੱਕ ਦੋ ਜੇ ਆਇਆ ਨਹੀਂਗਾ ਤਾਂ ਪਹਾੜਿਆਂ ਦੀ ਕਿਤਾਬ ਪਹਿਲੇ ਨਿਆਣਾ ਕਹਿੰਦਾ ਮੈਨੂੰ ਵੀ ਪਹਾੜਿਆਂ ਦਾ ਕਾਇਦਾ ਲੈ ਕੇ ਦੇ, ਮੈਨੂੰ ਵੀ ਪਹਾੜਿਆਂ ਦਾ ਕਾਇਦਾ ਲੈ ਕੇ ਦੇ। ਅਜੇ ਇੱਕ ਦੋ ਆਇਆ ਨਹੀਂ ਤੇ ਪਹਾੜਿਆਂ ਦਾ ਕਾਇਦਾ ਪਹਿਲੇ ਮੰਗੀ ਜਾਂਦੇ। ਇਹੀ ਹਾਲ ਸਾਡਾ ਆ। ਬਾਈਬਲ ਦੇ ਬਾਰੇ ਅਸੀਂ ਅਜੇ ਜਾਣਿਆ ਨਹੀਂਗਾ ਤਾਂ ਰੱਬ ਤੋਂ ਹੋਰ ਗੱਲਾਂ ਪੁੱਛਣ ਦੀ ਗੱਲ ਕਰਦੇ ਪ੍ਰਭੂ ਦੇ। ਕਈ ਮੈਨੂੰ ਕਹਿੰਦੇ ਪਾਸਟਰ ਮੈਂ ਅੱਜ ਵਰਤ ਰੱਖਿਆ ਕਾਹਦੇ ਲਈ? ਪ੍ਰਭੂ ਨਾਲ ਗੱਲਾਂ ਕਰ ਲਈ, ਪ੍ਰਭੂ ਮੇਰੇ ਨਾਲ ਗੱਲਾਂ ਕਰੇ। ਯਾਰ ਬਾਈਬਲ ਪਰਮੇਸ਼ਵਰ ਬੋਲਦੇ ਆ ਸਾਡੇ ਨਾਲ, ਇਹਨੂੰ ਪੂਰਾ ਕਰੋ। ਜਦੋਂ ਇਹਨੂੰ ਪੂਰਾ ਕਰੋਗੇ ਪਰਮੇਸ਼ਰ ਨਵੀਆਂ ਚੀਜ਼ਾਂ ਤੁਹਾਨੂੰ ਦੇਵੇਗਾ। ਹਾਲੇਲੂਇਆ। ਆਪਣੇ ਦਿਲ ਦੇ ਨਾਲ, ਪੂਰੇ ਦਿਲ ਨਾਲ ਪਰਮੇਸ਼ਰ ਤੇ ਭਰੋਸਾ ਰੱਖ। ਆਪਣੀ ਸਮਝ ਨਾਲ ਕਿਸੇ ਪ੍ਰੋਬਲਮ ਚੋਂ, ਆਪਣੀ ਸਮਝ ਨਾਲ ਕਿਸੇ ਤੰਗੀ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਨਾ ਕਰ। ਪਰਮੇਸ਼ਰ ਤੇ ਭਰੋਸਾ ਰੱਖ ਤੇ ਪਰਮੇਸ਼ਰ ਜ਼ਰੂਰ ਤੇਰੇ ਜੀਵਨ 'ਚ ਕੰਮ ਕਰੇਗਾ। ਇੱਕ ਉਜਾੜੂ ਪੁੱਤਰ ਦੀ ਕਹਾਣੀ ਹੈ ਬਾਈਬਲ ਦੇ ਵਿੱਚ, ਲੂਕਾ 15 ਅਧਿਆਇ 11 ਤੋਂ। ਵਚਨ ਦੋ ਧਾਰੀ ਤਲਵਾਰ ਆ, ਸਮਝਾਉਣ ਵਾਸਤੇ ਕਈ ਤਰ੍ਹਾਂ ਨਾਲ ਬੋਲਦਾ, ਪਰ ਵਚਨ ਕਈ ਤਰ੍ਹਾਂ ਨਾਲ ਬੋਲਦਾ। ਪੜ੍ਹੀਏ 15 ਅਧਿਆਇ ਦੀ 11 ਤੋਂ। ਫਿਰ ਉਸਨੇ ਕਿਹਾ ਕਿ ਇੱਕ ਮਨੁੱਖ ਦੇ ਦੋ ਪੁੱਤਰ ਸਨ ਅਤੇ ਉਹਨਾਂ ਵਿੱਚੋਂ ਛੋਟੇ ਨੇ ਪਿਓ ਨੂੰ ਆਖਿਆ, ਪਿਤਾ ਜੀ ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦੇ ਦਿਓ। ਤਾਂ ਉਸਨੇ ਉਹਨਾਂ ਨੂੰ ਪੂੰਜੀ ਵੰਡ ਦਿੱਤੀ। ਥੋੜੇ ਦਿਨਾਂ ਪਿੱਛੋਂ ਛੋਟਾ ਪੁੱਤਰ ਸਭੋ ਕੁਝ ਇਕੱਠਾ ਕਰਕੇ ਦੂਰ ਦੇਸ਼ ਨੂੰ ਚਲਿਆ ਗਿਆ ਔਰ ਉੱਥੇ ਆਪਣਾ ਮਾਲ ਬਦਚਲਨੀ ਨਾਲ ਉਡਾ ਦਿੱਤਾ। ਜਦ ਉਹ ਸਭ ਖਰਚ ਕਰ ਚੁੱਕਿਆ ਤਾਂ ਉਸ ਦੇਸ਼ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ। ਤਾਂ ਉਹ ਉਸ ਦੇਸ਼ ਦੇ ਕਿਸੇ ਰਹਿਣ ਵਾਲੇ ਦੇ ਕੋਲ ਜਾ ਰਿਹਾ ਅਤੇ ਉਸਨੇ ਉਹਨੂੰ ਆਪਣੀਆਂ ਖੇਤਾਂ ਵਿੱਚ ਸੂਰਾਂ ਦੇ ਚਾਰਨ ਲਈ ਘੱਲਿਆ ਅਤੇ ਉਹ ਉਹਨਾਂ ਛਿਲੜਾਂ ਨਾਲ ਜਿਹੜੇ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਪਰ ਕਿੰਨੇ ਉਹਨੂੰ ਕੁਝ ਨਾ ਦਿੱਤਾ। ਬਸ ਪ੍ਰਭੂ ਯਿਸੂ ਮਸੀਹ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਆ। ਕਹਿੰਦਾ ਇੱਕ ਮਨੁੱਖ ਦੇ ਦੋ ਪੁੱਤਰ ਸੀ। ਛੋਟੇ ਨੇ ਆਪਣੇ ਬਾਪ ਨੂੰ ਕਿਹਾ ਕਿ ਮੇਰਾ ਜ਼ਮੀਨ ਚੋਂ, ਜਾਇਦਾਦ ਚੋਂ ਬਣਦਾ ਹਿੱਸਾ ਮੈਨੂੰ ਦੇ ਦੇ। ਬਾਪ ਨੇ ਦੇ ਦਿੱਤਾ। ਕਹਿੰਦਾ ਉਹ ਸਾਰਾ ਕੁਝ ਲੈ ਕੇ ਉਹ ਕਿਸੇ ਹੋਰ ਦੇਸ਼ ਵਿੱਚ ਚਲਾ ਗਿਆ। ਉੱਥੇ ਸਾਰਾ ਮਾਲ ਧਨ ਜਿਹੜਾ ਸੀ, ਬਦ ਚਲਣੀ, ਲੁੱਚਪੁਣੇ, ਹਰਾਮਕਾਰੀ, ਕੁਕਰਮ ਹਿੰਦੀ ਚ ਗਿਆ, ਉਹਦੇ ਚ ਉਡਾ ਦਿੱਤਾ। ਸਾਰਾ ਮਾਲ ਦਾ ਧਨ ਜਿਹੜਾ ਖਤਮ ਹੋ ਗਿਆ। ਉਸ ਦੇਸ਼ ਵਿੱਚ ਕਾਲ ਪੈ ਗਿਆ। ਉਹਦੇ ਕੋਲ ਖਾਣ ਨੂੰ ਕੁਛ ਨਹੀਂ ਸੀ। ਉਹ ਕਿਸੇ ਇਨਸਾਨ ਦੇ ਘਰ ਦੇ ਵਿੱਚ ਨੌਕਰ ਬਣ ਗਿਆ ਔਰ ਉਸ ਇਨਸਾਨ ਨੇ ਆਪਣੇ ਸੂਰ ਚਾਰਨ ਵਾਸਤੇ ਉਹਨੂੰ ਭੇਜਿਆ।
ਭੁੱਖ ਲੱਗੀ ਹੋਈ ਆ, ਭੁੱਖ ਲੱਗੀ ਆ, ਔਰ ਇੰਨੀ ਕੁ ਭੁੱਖ ਲੱਗੀ ਹੋਈ ਆ, ਕਹਿੰਦਾ ਕਿ ਜਿਹੜੀਆਂ ਫਲੀਆਂ ਸੂਰ ਖਾਂਦੇ ਆ ਉਹ ਫਲੀਆਂ ਖਾਣਾ ਚਾਹੁੰਦਾ ਸੀ, ਪਰ ਕਿਸੇ ਨੇ ਉਹਨੂੰ ਖਾਣ ਨਹੀਂ ਦਿੱਤੀ। ਇਹਦਾ ਮਤਲਬ ਕਿ ਸੂਰਾਂ ਨੂੰ ਚਾਰਨ ਵਾਲਾ ਇਕੱਲਾ ਇੱਕ ਬੰਦਾ ਨਹੀਂ ਸੀ, ਹੋਰ ਵੀ ਬੰਦੇ ਸੀ। ਭੁੱਖ ਇਹਨੂੰ ਲੱਗੀ ਸੀ, ਪਰ ਜਿਹੜੇ ਨਾਲ ਦੇ ਸੀ ਉਹਨਾਂ ਨੇ ਉਹ ਸੂਰਾਂ ਦੀਆਂ ਫਲੀਆਂ ਖਾਣ ਨਹੀਂ ਦਿੱਤੀਆਂ। ਹੁਣ ਸੂਰਾਂ ਦੀਆਂ ਫਲੀਆਂ ਖਾਣ ਤੱਕ ਦੀ ਨੌਬਤ ਕਿਉਂ ਆਈ? ਜਦੋਂ ਇਹਨੂੰ ਅੱਗੇ ਪੜ੍ਹਦੇ ਆ ਨਾ, ਜਿਹੜਾ ਵੱਡਾ ਭਰਾ ਆ ਉਹ ਘਰੇ ਹੀ ਆ, ਆਪਣੇ ਬਾਪ ਦੇ ਜਾਇਦਾਦ ਦੇ ਹਿੱਸੇ ਵਿੱਚ ਹਿੱਸੇਦਾਰ ਆ। ਸਵੇਰੇ ਦੁਪਹਿਰੇ ਸ਼ਾਮ ਖਾਣਾ ਖਾਂਦਾ ਆ, ਬ੍ਰੇਕਫਾਸਟ ਹੁੰਦਾ ਆ, ਲੰਚ ਹੁੰਦਾ ਆ, ਡਿਨਰ ਹੁੰਦਾ ਆ, ਸੌਣ ਨੂੰ ਵਧੀਆ ਬਿਸਤਰੇ ਆ, ਨੌਕਰ ਚਾਕਰ ਆ, ਮਾਲ ਡੰਗਰ ਆ, ਬਹੁਤ ਕੁਛ ਆ ਉਹਦੇ ਕੋਲ, ਵੱਡੇ ਕੋਲ। ਪਰ ਛੋਟਾ ਇਸ ਵੇਲੇ ਕਾਲ ਦੇ ਸਮੇਂ ਦੇ ਵਿੱਚ ਸੂਰਾਂ ਦਾ ਭੋਜਨ ਖਾਣ ਨੂੰ ਵੀ ਤਰਸਦਾ ਕਿ ਮੈਨੂੰ ਇਹੀ ਖਾਣ ਨੂੰ ਮਿਲ ਜਾਏ। ਇਹ ਹਾਲਾਤ ਕਿਉਂ ਉਹਦੇ ਉੱਤੇ ਆਏ? ਕਿਉਂ ਉਹਦੇ ਉੱਤੇ ਆਏ? ਕਿਉਂਕਿ ਇਸ ਛੋਟੇ ਨੇ ਵੱਡੇ ਵਾਂਗ ਆਪਣੇ ਪੇ ਕੋਲ ਰਹਿਣ ਦੀ ਬਜਾਏ ਆਪਣੀ ਸਮਝ ਉੱਤੇ ਇਤਬਾਰ ਕੀਤਾ ਕਿ ਮੈਂ ਆਪਣਾ ਬਣਦਾ ਹੋਇਆ ਮਾਲ ਧਨ ਜਿੰਨਾ ਆ ਲੈ ਕੇ ਵੱਖਰਾ ਹੋਵਾਂ ਤੇ ਮੈਂ ਹੋਰ ਕੁਝ ਕਮਾ ਲਵਾਂਗਾ। ਅਸੀਂ ਕਈ ਵਾਰ ਪਰਮੇਸ਼ਵਰ ਤੋਂ ਵੱਖਰੇ ਹੁੰਨੇ ਆ। ਜਦੋਂ ਅਸੀਂ ਆਪਣੀ ਸਮਝ ਨਾਲ ਚੱਲਦੇ ਆ, ਸਮਝ ਲਓ ਤੁਸੀਂ ਪਰਮੇਸ਼ਵਰ ਤੋਂ ਵੱਖਰੇ ਹੋ ਗਏ ਆ। ਜਦੋਂ ਤੁਸੀਂ ਆਪਣੇ ਖਿਆਲਾਂ ਨਾਲ ਚੱਲਦੇ ਆ, ਸਮਝ ਲਓ ਕਿ ਤੁਸੀਂ ਪਰਮੇਸ਼ਵਰ ਤੋਂ ਵੱਖਰੇ ਹੋ ਗਏ ਆ। ਜਦੋਂ ਆਪਣੇ ਸਰੀਰਕ ਜਿਸਮਾਨੀ ਕੰਮਾਂ ਦੇ ਲਈ ਰੱਬ ਦੇ ਵਚਨ ਨੂੰ ਛੱਡਦੇ ਆ, ਤੋੜਦੇ ਆ, ਤੁੱਛ ਜਾਣਦੇ ਆ, ਸਮਝ ਲਓ ਤੁਸੀਂ ਪਰਮੇਸ਼ਵਰ ਤੋਂ ਵੱਖਰੇ ਹੋ ਗਏ ਆ ਇਸ ਛੋਟੇ ਬੇਟੇ ਦੇ ਵਾਂਗ, ਕਿਉਂਕਿ ਵੱਡਾ ਜੇਠਾ ਬੇਟਾ ਯਿਸੂ ਮਸੀਹ ਆ। ਹਾਲੇਲੂਇਆ। ਕਿਉਂਕਿ ਲਿਖਿਆ ਗਿਆ ਅੱਗੇ ਜਾ ਕੇ ਜੇਠੇ ਦੀ ਵੀ ਗੱਲ ਕੀਤੀ ਆ ਕਿ ਜਿਹੜਾ ਜੇਠਾ ਆ ਉਹ ਘਰੇ ਸੀ, ਖੇਤਾਂ 'ਚੋਂ ਆਇਆ ਕੰਮ ਕਰਕੇ, ਜੇਠੇ ਦੀ ਗੱਲ ਕੀਤੀ। ਇਹ ਛੋਟਾ ਕੌਣ ਆ? ਅਸੀਂ ਤੁਸੀਂ। ਜੇਠਾ ਕੌਣ ਆ? ਯਿਸੂ ਮਸੀਹ। ਅਸੀਂ ਇੱਕੋ ਲੈਵਲ ਤੇ ਹਾਂ, ਪਰ ਪੋਜੀਸ਼ਨਾਂ ਅਲੱਗ-ਅਲੱਗ। ਅਸੀਂ ਸਭ ਨਾ ਬੇਟੀ ਨਾ ਬੇਟਾ, ਇਕੱਲੇ ਬੇਟਿਆਂ ਦੇ ਰੂਪ ਦੇ ਵਿੱਚ ਆ ਸਾਰੇ, ਮੇਲ ਫੀਮੇਲ ਸਾਰਿਆਂ ਨੂੰ ਇੱਕੋ ਦਰਜਾ ਮਿਲਿਆ। ਪਰ ਪੋਜੀਸ਼ਨ ਜਿਹੜੀ ਆ, ਆਤਮਿਕ ਪੋਜੀਸ਼ਨ ਜਿਹੜੀ ਆ, ਉਹ ਅਲੱਗ-ਅਲੱਗ। ਹਾਲੇਲੂਇਆ। ਇਹਦੀ ਜ਼ਿੰਦਗੀ ਦੇ ਵਿੱਚ ਘਾਟਿਆਂ ਦਾ ਕਾਰਨ, ਕਾਲ ਦੇ ਸਮੇਂ ਦੇ ਵਿੱਚ ਸੂਰਾਂ ਦੇ ਭੋਜਨ ਨੂੰ ਖਾਣਾ ਚਾਹੁੰਦਾ ਸੀ ਪਰ ਖਾਣ ਨੂੰ ਮਿਲਿਆ ਨਹੀਂ। ਉਹਦਾ ਕਾਰਨ ਇਸ ਬੰਦੇ ਦੀ ਆਪਣੀ ਸਮਝ। ਤੂੰ ਪੂਰੇ ਦਿਲ ਨਾਲ ਯਹੋਵਾ ਤੇ ਭਰੋਸਾ ਰੱਖ ਤੇ ਆਪਣੀ ਹੀ ਸਮਝ ਤੇ ਇਤਬਾਰ ਨਾ ਕਰ। ਕਈ ਲੋਕ ਵਚਨ ਨੂੰ ਜਾਣਨ ਤੋਂ ਬਾਅਦ ਆਪਣੀ ਸਮਝ ਨਾਲ ਚੱਲਣਾ ਸ਼ੁਰੂ ਕਰਦੇ ਕਿ ਮੇਰਾ ਆਨੰਦ ਕਿੱਥੇ ਆ, ਮੇਰਾ ਸੁੱਖ ਕਿੱਥੇ ਆ, ਮੇਰਾ ਚੈਨ ਕਿੱਥੇ ਆ। ਇੱਕ ਭਾਈ ਮੈਨੂੰ ਕਹਿੰਦਾ, ਭਾਜੀ ਮੈਨੂੰ ਤੁਹਾਡੀ ਚਰਚ 'ਚ ਆਨੰਦ ਨਹੀਂ ਆਉਂਦਾ। ਮੈਂ ਕਿਹਾ ਕੀ ਗੱਲ ਕੀ ਹੋਈ? ਮੈਂ ਕਿਹਾ ਸ਼ਾਇਦ ਇਹਦੇ ਮਨ 'ਚ ਹੋਵੇ ਵੀ ਉਹਨੇ ਗਾਉਣਾ ਆ ਜਾਂ ਵਜਾਉਣ ਨੂੰ ਜੀ ਕਰਦਾ ਹੋਵੇ, ਚਾਹੇ ਉਹਨੂੰ ਮੋਰੇ ਜਗ੍ਹਾ ਚਾਹੀਦੀ ਜਾਂ ਕੋਈ ਟੀਮ 'ਚ ਮੈਂਬਰ 'ਚ ਬਣਨਾ ਚਾਹੁੰਦਾ ਹੋਵੇ ਕੁਝ। ਮੈਂ ਕਿਹਾ ਸ਼ਾਇਦ ਤਾਂ ਕਰਕੇ ਕਈ ਵਾਰ ਹੁੰਦਾ ਤੇ ਬੰਦੇ ਨੂੰ, ਜਿੱਦਾਂ ਅੱਜ ਪ੍ਰੇਮੀ ਨੇ ਭਜਨ ਗਾਇਆ ਪਿੱਛੇ ਨਵਾਂ ਵਲੰਟੀਅਰ 'ਚੋਂ, ਕਈ ਵਾਰੀ ਜਿਹਨਾਂ ਦੇ ਕੋਲ ਇਹ ਚੀਜ਼ ਹੁੰਦੀ ਹੈ ਨਾ, ਉਹਨਾਂ ਦੇ ਰੂਹ ਦੇ ਵਿੱਚ ਹੁੰਦੀ ਆ, ਮਹਿਮਾ ਰੂਹ ਤੋਂ ਹੁੰਦੀ ਆ, ਵਡਿਆਈ ਰੂਹ ਤੋਂ ਹੁੰਦੀ ਆ, ਪ੍ਰਾਰਥਨਾ ਰੂਹ ਤੋਂ ਹੁੰਦੀ ਆ। ਤੇ ਕਈ ਵਾਰ ਬੰਦੇ ਦੀ ਰੂਹ ਇਦਾਂ ਹੀ ਤਰਸਦੀ ਰਹਿ ਜਾਂਦੀ ਹੈ ਕਲੀਸਿਆ 'ਚ ਕਿ ਮੈਂ ਆਹ ਕਰਨਾ ਚਾਹੁੰਦਾ ਸੀ ਲੇਕਿਨ ਮੈਨੂੰ ਕਰਨ ਦਾ ਮੌਕਾ ਨਹੀਂ ਮਿਲਿਆ, ਗਾਉਣਾ ਚਾਹੁੰਦਾ ਸੀ ਗਾਉਣ ਦਾ ਮੌਕਾ ਨਹੀਂ, ਮੈਂ ਪ੍ਰਾਰਥਨਾ ਕਰਨਾ ਚਾਹੁੰਦਾ ਪ੍ਰਾਰਥਨਾ ਦਾ ਮੌਕਾ ਨਹੀਂ ਮਿਲਿਆ। ਉਹਨਾਂ ਦੇ ਅੰਦਰ ਰੂਹ ਤੜਫਦੀ ਰਹਿੰਦੀ ਆ। ਮੈਂ ਕਿਹਾ ਸ਼ਾਇਦ ਇਦਾਂ ਦਾ ਕੁਛ ਇਹਦੇ ਅੰਦਰ ਹੋਵੇ। ਮੈਂ ਕਿਹਾ ਦੱਸੋ ਭਾਜੀ ਤੁਸੀਂ ਚਾਹੁੰਦੇ ਕੀ ਆ? ਜੇ ਤੁਹਾਡਾ ਆਨੰਦ ਚਰਚ 'ਚ ਆ ਕੇ ਪੂਰਾ ਨਹੀਂ ਹੁੰਦਾ ਤੇ ਫਿਰ ਚਰਚ ਦਾ ਲਾਭ ਕੀ ਆ? ਚਰਚ ਹੈ ਹੀ ਇਸ ਲਈ ਕਿ ਇਨਸਾਨ ਦਾ ਆਤਮਿਕ ਆਨੰਦ ਪੂਰਾ ਹੋਵੇ। ਤੇ ਚਰਚਾ ਵੀ ਤੁਹਾਡੇ ਆਤਮਾ ਨੂੰ ਆਨੰਦ ਨਹੀਂ ਹੈ ਤਾਂ ਫਿਰ ਤਾਂ ਕੋਈ ਲਾਭ ਨਹੀਂ ਆ। ਥੋੜੇ ਸਮੇਂ ਬਾਅਦ ਉਹ ਸੰਡੇ ਪ੍ਰੇਅਰ ਮੀਟਿੰਗ ਹੋਣਾ ਬੰਦ ਹੋ ਗਿਆ। ਚਲੋ ਮੈਂ ਕੋਈ ਗੱਲ ਨਹੀਂ, ਪ੍ਰਭੂ ਦੇ ਇੱਕ ਦੋ ਵਾਰੀ ਪ੍ਰਾਰਥਨਾ ਕੀਤੀ, ਪਰਮੇਸ਼ਵਰ ਪ੍ਰੇਮੀ ਆ ਨਹੀਂ ਰਿਹਾ ਤੇ ਉਹਦਾ ਆਨੰਦ ਜਿੱਥੇ ਵੀ ਉਹ ਜਾਂਦਾ ਆ ਪਰਮੇਸ਼ਵਰ ਦਾ ਆਨੰਦ ਪੂਰਾ ਹੋ ਗਿਆ। ਚਲੋ ਟਾਈਮ ਲੰਘ ਗਿਆ। ਥੋੜੇ ਸਮੇਂ ਬਾਅਦ ਮੈਂ ਉਸ ਪ੍ਰੇਮੀ ਨੂੰ ਦੇਖਿਆ ਮੋਟਰਸਾਈਕਲ ਤੇ, ਮੈਂ ਵੀ ਕਿਤੇ ਜਾ ਰਿਹਾ ਸੀ ਸਕੂਟਰੀ ਤੇ, ਉਸ ਪ੍ਰੇਮੀ ਨੂੰ ਦੇਖਿਆ ਔਰ ਉਹ ਅਜੇ ਤੱਕ ਕੁਆਰਾ ਆ, ਹੁਣ ਵੀ ਕੁਆਰਾ ਹੀ ਆ। ਪਰ ਉਹਦੇ ਨਾਲ ਇੱਕ ਲੜਕੀ ਏਦਾਂ ਬੈਠੀ ਸੀ ਜਿੱਦਾਂ ਉਹਦੀ ਵਾਈਫ ਹੁੰਦੀ ਪਿੱਛੋਂ ਫੜ ਕੇ ਬੈਠੀ ਉਹਦੇ ਲੱਕ ਨੂੰ। ਮੈਂ ਕਿਹਾ ਭੈਣ ਤਾਂ ਬਹਿ ਨਹੀਂ ਸਕਦੀ ਏਦਾਂ, ਨਾ ਮਾਂ ਬਹਿ ਸਕਦੀ ਆ, ਇਹ ਤਾਂ ਕੁਝ ਹੋਰ ਕੁਛ ਹੀ ਆ। ਮੈਂ ਉਹਦੇ ਬਾਰੇ ਕਿਸੇ ਹੋਰ ਨਾਲ ਜ਼ਿਕਰ ਕੀਤਾ, ਉਹ ਕਹਿੰਦੇ ਭਾਜੀ ਤੁਹਾਨੂੰ ਨਹੀਂ ਪਤਾ, ਪਾਸ਼ਾ ਤੁਹਾਨੂੰ ਨਹੀਂ ਪਤਾ। ਮੈਂ ਕਿਹਾ ਨਹੀਂ ਮੈਨੂੰ ਨਹੀਂ ਪਤਾਗਾ,
ਮੈਂ ਇਸੇ ਲਈ ਪੁੱਛ ਰਿਹਾ ਕਿ ਉਹਦੀ ਫੈਮਿਲੀ 'ਚ ਮੈਂਬਰ ਕਦੀ ਮੈਂ ਦੇਖਿਆ ਨਹੀਂ, ਉਹਨਾਂ ਦੇ ਪ੍ਰੋਗਰਾਮ ਵੀ 2-3 ਅਟੈਂਡ ਕੀਤੇ, ਮੈਂ ਉੱਥੇ ਵੀ ਕੋਈ ਮੈਂਬਰ ਨਹੀਂ ਇਹ ਦੇਖਿਆਗਾ, ਪਰ ਇਹ ਹੈ ਕੌਣ? ਕਹਿੰਦੇ ਭਾਜੀ ਸਾਡੇ ਤੇ ਇੱਥੇ ਰੌਲਾ ਬੜਾ ਪਿਆ ਆ। ਮੈਂ ਕਿਹਾ ਚਲੋ ਖੈਰ, ਮੈਂ ਰੱਬ ਦਾ ਧੰਨਵਾਦ ਕੀਤਾ, ਮੈਂ ਪਰਮੇਸ਼ਵਰ ਵਧੀਆ ਗੱਲ ਆ ਤੂੰ ਸਾਡੀ ਚਰਚ ਚੋਂ ਉਹਨੂੰ ਬਾਹਰ ਲੈ ਗਿਆ, ਕਿਉਂਕਿ ਜਿੱਥੇ ਵੀ ਉਹ ਹੈਗਾ ਉੱਥੇ ਰੌਲਾ ਜ਼ਿਆਦਾ ਪਿਆ ਆ, ਉੱਥੇ ਰੌਲਾ ਜ਼ਿਆਦਾ ਪਿਆ ਆ। ਫਿਰ ਮੇਰੇ ਮਨ 'ਚ ਪ੍ਰਭੂ ਨੇ ਪਾਇਆ ਕਿ ਉਹ ਆਨੰਦ ਇਹ ਨਹੀਂ ਲੱਭਦਾ ਸੀ, ਉਹ ਆਨੰਦ ਕੋਈ ਹੋਰ ਲੱਭਦਾ ਸੀ, ਉਹ ਆਨੰਦ ਕੋਈ ਹੋਰ ਲੱਭਦਾ ਸੀ। ਤੇ ਉਹਦਾ ਆਨੰਦ ਇਹ ਸੀ ਕਿ 2-3 ਕਿਲੋਮੀਟਰ ਹੈਗਾ ਆ, ਤੇ ਇੰਨੇ ਨਿੱਕੇ ਜਿਹੇ ਸਫ਼ਰ ਦੇ ਵਿੱਚ ਮੇਰਾ ਆਨੰਦ ਰੋਡ ਤੇ ਪੂਰਾ ਨਹੀਂ ਹੋਣਾਗਾ। 40-50 ਕਿਲੋਮੀਟਰ ਮੈਂ ਜਾਵਾਂਗਾ ਮੇਰੇ ਨਾਲ ਚਾਵੇਗੀ, ਤੇ ਮੇਰਾ 40 ਕਿਲੋਮੀਟਰ 'ਚ ਆਨੰਦ ਪੂਰਾ ਹੋ ਜਾਏਗਾ। ਕਈ ਲੋਕ ਏਦਾਂ ਦਾ ਆਨੰਦ ਲੱਭਦੇ ਆ, ਧਿਆਨ ਦਿਓ, ਉਹ ਆਪਣੀ ਸਮਝ ਨਾਲ ਤੁਰੇ ਹੋਏ ਆ, ਉਹ ਆਪਣੇ ਆਤਮਾ ਦੇ ਆਨੰਦ ਲਈ ਨਹੀਂ ਆ, ਉਹ ਆਪਣੇ ਸਰੀਰ ਦੇ ਆਨੰਦ ਲਈ ਆ। ਤੇ ਬਹੁਤੇ ਲੋਕ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਸਰੀਰ ਦੇ ਆਨੰਦ ਲਈ ਤੋੜ ਰਹੇ ਆ। ਤਾਂ ਮੇਰੇ ਜੋ ਸਰੀਰ ਦਾ ਆਨੰਦ 1 ਦਿਨ ਦੇ ਲਈ, 2 ਦਿਨ ਦੇ ਲਈ, 4 ਦਿਨ ਦੇ ਲਈ, 6 ਦਿਨ ਦੇ ਲਈ ਆ ਜਾਏਗਾ, ਉਸ ਤੋਂ ਬਾਅਦ ਉਹੀ ਆਨੰਦ ਗਲੇ ਦੀ ਹੱਡੀ ਬਣ ਜਾਏਗਾ। ਡਾਕਟਰ ਵੀ ਕਹਿਣਗੇ ਸਾਡੇ ਤੋਂ ਨਹੀਂ ਨਿਕਲਦਾ, ਖੁਦਾ ਵੀ ਕਹੇ ਮੈਂ ਨਹੀਂ ਜਾਣਦਾ। ਧਿਆਨ ਦਿਓ, ਆਪਣੇ ਆਨੰਦ ਨੂੰ ਪੂਰਾ ਕਰਨ ਦੇ ਲਈ ਪਰਮੇਸ਼ਵਰ ਤੋਂ ਵਚਨ ਨਾ ਤੋੜੋ, ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਸੱਦਿਆ ਹੀ ਇਸ ਲਈ ਹੈ ਕਿ ਤੁਹਾਡੇ ਜੀਵਨ ਦਾ ਆਨੰਦ ਪੂਰਾ ਹੋਵੇ, ਤੁਹਾਡੀ ਜ਼ਿੰਦਗੀ ਦਾ ਆਨੰਦ ਪੂਰਾ ਹੋਵੇ। ਮੈਂ ਆਪਣੇ ਆਪ ਨੂੰ ਕੋਸੀ ਜਾਂਦਾ ਸੀ ਕਿ ਪ੍ਰਭੂ ਇੱਕ ਰੂਹ ਕਹਿੰਦੀ ਇੱਥੇ ਆਨੰਦ ਨਹੀਂ ਪੂਰਾ ਹੁੰਦਾ। ਅਜਿਹੀ ਕੋਈ ਬਚਨ ਚੋਂ ਪ੍ਰਭੂ ਗੱਲ ਕਰ ਜਿਹਦੇ ਨਾਲ ਉਸ ਭਾਈ ਦਾ ਆਨੰਦ ਪੂਰਾ ਹੋਵੇ। ਜੇ ਪ੍ਰਭੂ ਗਾਉਣਾ ਚਾਹੁੰਦਾ ਹੈ ਮੋਰੇ ਆ ਕੇ ਗਾਵੇ, ਜੋ ਪ੍ਰਾਰਥਨਾ ਦਾ ਟਾਈਮ ਲੈਣਾ ਚਾਹੁੰਦਾ ਮੋਰੇ ਆ ਕੇ ਪ੍ਰਾਰਥਨਾ ਕਰੇ, ਜੋ ਲੀਡ ਕਰਨਾ ਚਾਹੁੰਦਾ ਮੋਰੇ ਆ ਕੇ ਲੀਡ ਕਰ ਲਵੇ, ਜੇ ਉਹ ਕੁਝ ਹੋਰ ਪ੍ਰਭੂ ਤੇਰੀ ਮਹਿਮਾ ਲਈ ਕਰਨਾ ਚਾਹੁੰਦਾ ਮੋਰੇ ਕਰੇ ਤਾਂ ਸਹੀ, ਤਾਂ ਕਿ ਉਹਦਾ ਆਨੰਦ ਪੂਰਾ ਹੋਵੇ। ਅਸੀਂ ਨਹੀਂ ਚਾਹੁੰਦੇ ਕਿ ਇੱਕ ਨਿਰਾਸ਼ਾ ਵਾਲਾ ਆਦਮੀ ਤੇਰੇ ਚਰਚ 'ਚ ਆਵੇ ਤੇ ਇੱਥੋਂ ਆਨੰਦ ਤੋਂ ਬਗੈਰ ਹੀ ਵਾਪਸ ਚਲਾ ਜਾਵੇ। ਨਹੀਂ, ਅਸੀਂ ਚਾਹੁੰਦੇ ਸਭ ਲੋਕ ਜਿਹੜੇ ਇੱਥੇ ਆਉਣ ਆਨੰਦ ਨਾਲ ਭਰ ਕੇ ਜਾਣ। ਪ੍ਰਭੂ ਕਹਿੰਦਾ ਕੋਈ ਹੋਰ ਆਨੰਦ ਲੱਭੀ ਫਿਰਦਾ। ਵਚਨ ਨੂੰ ਤੋੜ ਕੇ ਆਪਣੇ ਆਨੰਦ ਨੂੰ ਲੱਭਣ ਦੀ ਕੋਸ਼ਿਸ਼ ਨਾ ਕਰੋ। ਮੈਂ ਇੱਧਰ ਨੂੰ ਲੈ ਕੇ ਨਹੀਂ ਜਾਂਦਾਗਾ। ਕਈ ਵਾਰ ਅਸੀਂ ਆਪਣੇ ਪਰਿਵਾਰ, ਆਪਣੇ ਸਰੀਰ ਦੇ ਆਨੰਦ ਲਈ ਪਰਮੇਸ਼ਵਰ ਦੇ ਵਚਨ ਨੂੰ ਤੁੱਛ ਜਾਣਦੇ, ਤਸੱਲੀਆਂ ਨਾਲ, ਦਿਲ ਦੀਆਂ ਤਸੱਲੀਆਂ, ਦਿਲ ਦੀਆਂ ਦਲੀਲਾਂ ਨਾਲ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਰੱਦ ਕਰਦੇ ਹਾਂ, ਪਰਮੇਸ਼ਵਰ ਦੇ ਵਚਨ ਨੂੰ ਤੋੜਦੇ ਮਰੋੜਦੇ ਹਾਂ, ਤੇ ਫਿਰ ਕਹਿੰਦੇ ਪ੍ਰਭੂ ਕਹਿੰਦਾ ਹੀ ਆ ਹੋਊ। ਫਿਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਇਸ ਇਨਸਾਨ ਦੇ ਮੇਰੇ ਜੋ ਘਾਟੇ ਦਾ ਕਾਰਨ ਕੀ ਹੋਇਆ? ਇਹਨੇ ਆਪਣੇ ਬਾਪ ਨੂੰ ਸਿੱਧਾ ਹੀ ਜਾ ਕੇ ਕਿਹਾ ਕਿ ਮੈਨੂੰ ਮੇਰੇ ਬਣਦਾ ਹੋਇਆ ਮਾਲ ਧਨ ਦੇ ਦੇ। ਉਹਨੂੰ ਆਪਣੀ ਸਮਝ ਨਾਲ ਮੇਰੇ ਚਲਾਉਣਾ ਚਾਹਿਆ ਕਿ ਮੈਂ ਆਪਣੀ ਸਮਝ ਨਾਲ ਪਤਾ ਨਹੀਂ ਮੈਂ ਕਿੱਥੇ ਦਾ ਕਿੱਥੇ ਪਹੁੰਚ ਜਾਣਾ। ਜਿਹੜਾ ਬਾਪ ਤੋਂ ਦੂਰ, ਪਿਤਾ ਤੋਂ ਦੂਰ ਚਲਾ ਗਿਆ, ਉਹਦੀ ਜ਼ਿੰਦਗੀ 'ਚ ਕਸ਼ਟ ਆਇਆ। ਪਰ ਜਿਹੜਾ ਵੱਡਾ ਸੀ ਉਹ ਘਰੇ ਹੀ ਸੀ, ਉਹ ਘਰੇ ਹੀ ਸੀ ਤੇ ਘਰ ਦੇ ਸਾਰੇ ਮਾਲ ਧਨ ਦਾ ਮਾਲਕ ਸੀ। ਕਿਉਂ ਮਾਲਕ ਸੀ ਵੱਡਾ? ਉਹਦਾ ਕਾਰਨ ਕੀ ਸੀ ਕਿ ਉਹ ਆਪਣੇ ਪਿਤਾ ਦੀ ਰਜ਼ਾ ਦੇ ਵਿੱਚ ਹੀ ਰਹਿੰਦਾ ਸੀ। ਉਹ ਆਪਣੇ ਪਰਮੇਸ਼ਵਰ ਦੀ ਮਰਜ਼ੀ ਦੇ ਅਨੁਸਾਰ ਹੀ ਜੀਵਨ ਬਤੀਤ ਕਰ ਰਿਹਾ ਸੀ। ਇਸ ਕਰਕੇ ਉਹ ਆਪਣੇ ਮਾਂ-ਬਾਪ ਦੇ ਸਾਰੇ ਧਨ ਦੌਲਤ ਦਾ ਵਾਰਿਸ ਸੀ ਤੇ ਇਹ ਆਪਣਾ ਜ਼ਿੰਦਗੀ ਦਾ ਉਹ ਹਿੱਸਾ ਗਵਾਇਆ ਆ ਜਿਸ ਹਿੱਸੇ ਵਿੱਚ ਇਹਨੇ ਤਰੱਕੀ ਪਾਉਣੀ ਸੀ। ਕਈ ਲੋਕ ਆਪਣੀ ਜ਼ਿੰਦਗੀ ਦੀ ਬਰਕਤ ਗਵਾ ਬੈਠਦੇ ਆ, ਕਈ ਲੋਕ ਆਪਣੀ ਜ਼ਿੰਦਗੀ ਦੀ ਬਰਕਤ ਗਵਾ ਬੈਠਦੇ ਆ। ਥੋੜੇ ਦਿਨ ਹੋਏ ਮੈਨੂੰ ਇੱਕ ਪ੍ਰੇਮੀ ਮਿਲਿਆ, ਮੈਨੂੰ ਭਾਜੀ ਕਹਿੰਦਾ ਕਿ ਮੈਂ ਚਾਹੁੰਦਾ ਮੈਨੂੰ ਬਾਹਰ ਦਾ ਵੀਜ਼ਾ ਲੱਗੇ। ਮੈਂ ਕਿਹਾ ਚਰਚ ਦੇ ਅੰਦਰ ਕਿੰਨਾ ਸਮਾਂ ਹੋ ਗਿਆ? ਕਹਿੰਦਾ ਹੋ ਗਿਆ 7 ਸਾਲ। ਤੇ ਮੈਨੂੰ ਉਤੋਂ ਸਮੈਲ ਜੀ ਆਈ, ਉਥੋਂ ਮੈਨੂੰ ਇਦਾਂ ਲੱਗਾ ਜਿੱਦਾਂ ਸਾਡੇ ਲਾਗੇ ਕੋਈ ਬੀੜੀ ਸਿਗਰਟ ਪੀਤੀ ਹੁੰਦੀ ਕਿਸੇ ਨੇ। ਮੈਨੂੰ ਸਮੈਲ ਆਈ, ਮੈਂ ਆਪਣਾ ਮੂੰਹ ਪਾਸੇ ਨੂੰ ਕਰ ਲਿਆ। ਕਹਿੰਦੇ ਕੀ ਹੋਇਆ ਭਾਜੀ? ਮੈਂ ਕਿਹਾ ਮੈਨੂੰ ਇਦਾਂ ਲੱਗਦਾ ਜਿੱਦਾਂ ਇੱਥੇ ਕੋਈ ਨਾ ਸਾਡੇ ਲਾਗੇ ਬੀੜੀ ਪੀ ਕੇ ਸਿਗਰਟ ਪੀ ਕੇ ਲੰਘਿਆ ਹੁੰਦਾ। ਹਾਂ ਨਹੀਂ ਨਹੀਂ ਭਾਜੀ ਉਹ ਤਾਂ ਮੈਂ ਹੀ ਪੀਤੀ ਸੀ। ਮੈਂ ਕਿਹਾ 7 ਸਾਲ ਚਾਹ ਛੱਡਿਆ ਹੀ ਨਹੀਂ? ਕਹਿੰਦਾ ਨਹੀਂ ਮੈਂ ਪਾਸਟਰ ਸਾਹਿਬ ਨੂੰ ਕਿਹਾ ਪਾਸਟਰ ਜੀ ਮੈਂ ਇੱਕ ਦਿਨ ਛੱਡ ਦੇਣੀ ਆ, ਜਦੋਂ ਮੇਰਾ ਵੀਜ਼ਾ ਲੱਗ ਗਿਆ ਮੈਂ ਉਦੋਂ ਛੱਡ ਦੇਣੀ ਆ। ਮੈਂ ਕਿਹਾ ਰੱਬ ਨੇ ਕੰਮ ਹੀ ਨਹੀਂ ਕਰਨਾ, ਛੱਡਣ ਦੀ ਤਾਂ ਗੱਲ ਬੜੀ ਦੂਰ ਦੀ ਆ। ਕਈ ਵਾਰ ਅਸੀਂ ਪਰਮੇਸ਼ਵਰ ਤੋਂ ਤਾਂ ਬੜੀਆਂ ਡਿਮਾਂਡਾਂ ਰੱਖੀਆਂ ਹੁੰਦੀਆਂ ਆ, ਲੇਕਿਨ ਚੱਲ ਅਸੀਂ ਆਪਣੀ ਮਰਜ਼ੀ ਨਾਲ ਰਹੇ ਹੁੰਦੇ ਆਪਣੇ ਸਰੀਰ ਦੇ ਆਨੰਦ ਲਈ, ਆਪਣੇ ਸਰੀਰ ਦੇ ਆਨੰਦ ਲਈ ਡਿਮਾਂਡ ਪਰਮੇਸ਼ਵਰ ਰੱਖੀ ਹੁੰਦੀ ਅੱਗੇ, ਲੇਕਿਨ ਚੱਲ ਅਸੀਂ ਪਰਮੇਸ਼ਵਰ ਆਪਣੀ ਮਰਜ਼ੀ ਨਾਲ ਰਹੇ ਹੁੰਦੇ ਆ, ਜਿਹਦੇ ਕਰਕੇ ਸਾਡੀ ਡਿਮਾਂਡ ਪੂਰੀ ਨਹੀਂ ਹੁੰਦੀ। ਜੇ ਪਰਮੇਸ਼ਵਰ ਤੋਂ ਆਸ਼ੀਸ਼ਿਤ ਹੋਣਾ ਆ ਤੇ ਆਪਣੀ ਇੱਛਾ ਨੂੰ ਛੱਡ ਕੇ ਪ੍ਰਭੂ ਦੀ ਮਰਜ਼ੀ ਦੇ ਉੱਤੇ ਜੀਵਨ ਛੱਡ ਦਿਓ। ਜਿਵੇਂ ਲਿਖਿਆ ਬਾਈਬਲ ਦੇ ਵਿੱਚ, ਉਹਨਾਂ ਨੇ ਤੇਰੀ ਦੁਹਾਈ ਦਿੱਤੀ ਤੇ ਛੁਟਕਾਰਾ ਪਾਇਆ, ਉਹਨਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ ਤੇ ਉਹ ਸ਼ਰਮਿੰਦੇ ਨਹੀਂ ਹੋਏ। ਪੂਰੀ ਕਰੀਏ ਆਇਤ ਨੂੰ।
ਉਹਨਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ ਅਤੇ ਉਹ ਸ਼ਰਮਿੰਦੇ ਨਾ ਹੋਏ। ਉਹਨਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ। ਜਿਸ ਇਨਸਾਨ ਦਾ ਭਰੋਸਾ ਪਰਮੇਸ਼ਵਰ ਦੇ ਉੱਤੇ ਆ, ਉਹਨਾਂ ਨੂੰ ਪਰਮੇਸ਼ਵਰ ਕਦੀ ਵੀ ਸ਼ਰਮਿੰਦਾ ਨਹੀਂ ਹੋਣ ਦਿੰਦਾ, ਕਦੇ ਵੀ ਲੱਜਿਆਵਾਨ ਨਹੀਂ ਹੋਣ ਦਿੰਦਾ, ਸਗੋਂ ਸਦਾ ਦੀ ਸ਼ਰਮਿੰਦਗੀ ਚੁੱਕ ਦਿੰਦਾ ਆ। ਇਹ ਇਨਸਾਨ ਕੀ ਕਹਿੰਦਾ, ਜਦੋਂ ਮੇਰੇ ਸਭ ਕੁਝ ਲੁਟਾਇਆ ਆ, ਖਾਣ ਪੀਣ ਲਈ ਕੁਝ ਪੱਲੇ ਨਹੀਂ ਸੀ, ਉਸ ਤੋਂ ਬਾਅਦ ਕੀ ਕਹਿੰਦਾ, ਮੈਂ ਪੜਦਾ ਆ, ਪਰ ਉਹਨੇ ਸੁਰਤ ਵਿੱਚ ਆਣ ਕੇ ਕਿਹਾ, ਭਾਈ ਮੇਰੇ ਪਿਓ ਦੇ ਕਿੰਨੇ ਹੀ ਕਾਮਿਆਂ ਲਈ ਬਾਫਰ ਰੋਟੀਆਂ ਹਨ ਅਤੇ ਮੈਂ ਇੱਥੇ ਭੁੱਖਾ ਮਰਦਾ ਹਾਂ। ਕਹਿੰਦਾ ਮੇਰੇ ਤਾਂ ਪਿਓ ਦੇ ਨੌਕਰਾਂ ਕੋਲ ਵਾਧੂ ਰੋਟੀ ਆ, ਤਾਂ ਮੈਨੂੰ ਇੱਥੇ ਸੂਰਾਂ ਦਾ ਭੋਜਨ ਵੀ ਨਹੀਂ ਖਾਣ ਨੂੰ ਮਿਲਦਾ ਪਿਆ। ਇੱਥੇ ਮੇਰੀ ਜ਼ਰੂਰਤ ਨਹੀਂ ਪੂਰੀ ਹੁੰਦੀ, ਲੇਕਿਨ ਮੇਰੇ ਬਾਪ ਦੇ ਘਰ ਦੇ ਵਿੱਚ ਨੌਕਰਾਂ ਤੋਂ ਵਧੀਆ ਖਾਣਾ ਆ, ਨੌਕਰਾਂ ਦੇ ਕੋਲ ਜ਼ਿਆਦਾ ਖਾਣਾ ਆ, ਤੇ ਮੈਂ ਇੱਥੇ ਸੂਰਾਂ ਦਾ ਭੋਜਨ ਵੀ ਨਹੀਂ ਖਾ ਸਕਦਾ। ਸੂਰਾਂ ਦੇ ਭੋਜਨ ਖਾਣ ਦੀ ਨੌਬਤ ਕਦੋਂ ਆਈ? ਜਦੋਂ ਉਹ ਆਪਣੇ ਪਰਿਵਾਰ ਤੋਂ ਭਰੋਸਾ ਚੁੱਕ ਕੇ ਆਪਣੀ ਬੁੱਧ ਦੇ ਉੱਤੇ ਚੱਲ ਪਿਆ, ਆਪਣੀ ਅਕਲ ਨਾਲ ਚੱਲ ਪਿਆ। ਹਾਲੇਲੂਇਆ। ਔਰਤ ਦੀ ਜ਼ਿੰਦਗੀ 'ਚ ਦੁੱਖ ਕਿਉਂ ਆਇਆ? ਜਦੋਂ ਉਹਨੇ ਆਪਣੇ ਹਸਬੰਡ ਦੀ ਗੱਲ ਨੂੰ ਤੁੱਛ ਜਾਣਿਆ ਕਿ ਪ੍ਰਭੂ ਨੇ ਕਿਹਾ ਕਿ ਇਸ ਰੁੱਖ ਤੋਂ ਨਾ ਖਾਈ। ਔਰਤ ਨੂੰ ਸਾਰੀ ਗੱਲ ਪਤਾ ਸੀ, ਪਰ ਔਰਤ ਨੇ ਆਪਣੇ ਪਰਮੇਸ਼ਵਰ ਦੀ ਤੇ ਪਤੀ ਦੀ ਗੱਲ ਛੱਡ ਕੇ ਆਪਣੀ ਮਰਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਹਦੇ ਕਰਕੇ ਦੁੱਖ ਆਇਆ। ਧਰਤੀ ਸ਼ਰਾਪੀ ਗਈ, ਪੀੜਾ ਆ ਗਈ। ਤੇ ਚਾਹੁੰਦੇ ਆ ਕਿ ਪਰਮੇਸ਼ਵਰ ਸਾਡੇ ਉੱਤੇ ਕਿਰਪਾ ਕਰੇ, ਦਇਆ ਕਰੇ, ਤੇ ਆਪਣਾ ਭਰੋਸਾ ਹੁਣ ਪਰਮੇਸ਼ਵਰ ਤੇ ਲੈ ਆਓ। ਘੀ ਦੇ ਘੜੇ ਰੁੜ ਜਾਣੇ, ਕਹਾਵਤ ਕਹਿੰਦੇ ਹੁੰਦੇ ਨਾ ਕਿ ਭਾਵੇਂ ਘੀ ਦੇ ਘੜੇ ਰੁੜ ਜਾਣ, ਪਰ ਮੈਂ ਆਹ ਕੰਮ ਕਰਨਾ ਹੀ ਕਰਨਾ, ਨਹੀਂ ਮੈਂ ਆਉਣਾ ਹੀ ਆਉਣਾ। ਇਸ ਚੀਜ਼ ਨਾਲ ਵਾਅਦਾ ਕਰੋ ਕਿ ਘਾਟਾ ਚਾਹੇ ਜ਼ਿੰਦਗੀ ਦਾ ਜਿੰਨਾ ਮਰਜ਼ੀ ਕਿਉਂ ਨਾ ਪੈ ਜਾਏ, ਰਿਸ਼ਤੇਦਾਰ ਕਿਉਂ ਨਾ ਛੁੱਟ ਜਾਣ, ਪਰ ਪਰਮੇਸ਼ਵਰ ਦਾ ਵਚਨ ਆਪਣੀ ਜ਼ਿੰਦਗੀ ਚੋਂ ਟੁੱਟਣ ਨਹੀਂ ਦੇਣਾ। ਪਰਮੇਸ਼ਵਰ ਦੇ ਵਚਨ ਆਪਣੀ ਜ਼ਿੰਦਗੀ ਚੋਂ ਅੱਡ ਨਹੀਂ ਹੋਣ ਦੇਣੇ, ਕਿਉਂਕਿ ਜੇ ਵਚਨ ਅੱਡ ਹੁੰਦੇ, ਸਮਝ ਲਓ ਭਰੋਸਾ ਅੱਡ ਹੋ ਗਿਆ। ਜੇ ਵਚਨ ਪੂਰਾ ਕਰਦੇ, ਸਮਝ ਲਓ ਤੁਹਾਡਾ ਭਰੋਸਾ ਪਰਮੇਸ਼ਵਰ ਤੇ ਆ। ਤੇ ਜਿਹੜਾ ਇਨਸਾਨ ਭਰੋਸਾ ਕਰਦਾ ਆ, ਪਰਮੇਸ਼ਵਰ ਕਦੇ ਵੀ ਕਿਸੇ ਹਾਲਤ ਵਿੱਚ ਆਪਣੇ ਪ੍ਰੇਮੀ ਨੂੰ, ਭਰੋਸਾ ਕਰਨ ਵਾਲੇ ਨੂੰ ਫਿਰ ਸ਼ਰਮਿੰਦਾ ਨਹੀਂ ਹੋਣ ਦਿੰਦਾ, ਲੱਜਿਆਵਾਨ ਹੋਣ ਨਹੀਂ ਦਿੰਦਾ, ਨਿਰਾਸ਼ ਹੋਣ ਨਹੀਂ ਦਿੰਦਾ, ਤੇ ਕਿਸੇ ਪਾਸੇ ਵੀ ਉਹਨੂੰ ਇਨਕਾਰ ਨਹੀਂ ਕੋਈ ਕਰੇਗਾ। ਜਿੱਥੇ ਜਾਓਗੇ ਲਿਖਿਆ ਗਿਆ ਤੁਹਾਡਾ ਬੋਲ ਬਾਲਾ ਹੋਵੇਗਾ। ਇਸੇ ਭਗਤੀ ਉਹ ਕਰੋ ਜਿਹੜੀ ਪਰਮੇਸ਼ਵਰ ਨੂੰ ਚੰਗੀ ਲੱਗਦੀ ਆ, ਜਿਹੜੀ ਪਰਮੇਸ਼ਵਰ ਨੂੰ ਭਾਉਂਦੀ ਆ। ਆਪਣੇ ਮਨ ਭਾਉਂਦੀ ਭਗਤੀ ਨਾ ਕਰੋ, ਆਪਣੀ ਇੱਛਾ ਵਾਲੀ ਭਗਤੀ ਨਾ ਕਰੋ, ਬਾਣੀ ਦੇ ਅਨੁਸਾਰ ਭਗਤੀ ਕਰਨੀ ਸ਼ੁਰੂ ਕਰੋ। ਸਾਮਰੀ ਔਰਤ ਲੋਕਾਂ ਦੀ ਇੱਛਾ ਦੇ ਅਨੁਸਾਰ ਵਾਲੀ ਭਗਤੀ ਦੱਸਦੀ ਸੀ ਕਿ ਯਰੂਸ਼ਲਮ ਦੇ ਉੱਤੇ ਜਾਵਾਂਗੇ, ਪਹਾੜ ਤੇ ਜਾਵਾਂਗੇ, ਉੱਥੇ ਭਗਤੀ ਕਰਾਂਗੇ। ਕਹਿੰਦੇ ਨਹੀਂ, ਇਹ ਦਿਖਾਵੇ ਦੀ ਭਗਤੀ ਨਾ ਕਰੋ, ਆਪਣੀ ਮਰਜ਼ੀ ਦੀ, ਆਪਣੇ ਬਜ਼ੁਰਗਾਂ ਵਾਲੀ ਮਰਜ਼ੀ ਦੀ ਭਗਤੀ ਨਾ ਕਰੋ ਵੀ ਪਹਾੜ ਤੇ ਚੜ ਕੇ ਭਗਤੀ ਕਰਨੀ ਆ, ਚਟਾਨ ਤੇ ਖੜੇ ਹੋ ਕੇ ਭਗਤੀ ਕਰਨੀ ਆ। ਕਹਿੰਦਾ ਪਰਮੇਸ਼ਵਰ ਉਹਨਾਂ ਭਗਤਾਂ ਨੂੰ ਪਿਆਰ ਕਰਦਾ ਆ ਜਿਹੜੇ ਆਤਮਾ ਤੇ ਸੱਚਾਈ ਦੇ ਨਾਲ ਭਗਤੀ ਕਰਦੇ ਆ, ਜਿਹੜੇ ਪਰਮੇਸ਼ਵਰ ਦੀ ਮਰਜ਼ੀ ਨਾਲ ਭਗਤੀ ਕਰਦੇ ਆ, ਜਿਹੜੇ ਪਰਮੇਸ਼ਵਰ ਦੀ ਇੱਛਾ ਵਿੱਚ ਰਹਿ ਕੇ ਭਗਤੀ ਕਰਦੇ ਆ। ਪਸੰਦ ਭਗਤੀ ਉਹਨਾਂ ਦੀ ਆਉਂਦੀ ਆ। ਹਾਲੇਲੂਇਆ। ਜੇ ਤੁਹਾਡਾ ਬੱਚਾ 10ਵੀਂ ਕਲਾਸ ਦੇ ਵਿੱਚ, 10ਵੀਂ ਕਲਾਸ ਦਾ ਸਿਲੇਬਸ ਔਖਾ ਲੱਗਦਾ, ਤੇ ਜੇ ਬੱਚਾ ਕਹੇ ਮੈਂ ਪੜ੍ਹਨਾ ਹੀ 9ਵੀਂ ਕਲਾਸ ਦੇ ਕਿਤਾਬਾਂ ਆ, ਤਾਂ ਮੇਰੇ ਜੋ 9ਵੀਂ ਕਲਾਸ ਦੀ ਕਿਤਾਬਾਂ ਤਾਂ ਪੜ੍ਹ ਲਊਗਾ, ਲੇਕਿਨ ਰਿਜ਼ਲਟ ਨਹੀਂ ਚੰਗਾ ਆਊਗਾ, ਰਿਜ਼ਲਟ ਨਹੀਂ ਚੰਗਾ ਆਊਗਾ। ਜੇ ਬੱਚਾ ਕਹੇ ਨਾ ਕਿ ਜਿਹੜੀ ਕਲਾਸ ਦੀ ਕਿਤਾਬਾਂ ਮੈਨੂੰ ਚੰਗੀਆਂ ਲੱਗਦੀਆਂ, ਮੈਂ ਉਹੀ ਪੜ੍ਹਨੀਆਂ, ਉਹੀ ਪੜ੍ਹਨੀਆਂ, ਤੇ ਜਿਹੜੀ ਕਲਾਸ ਵਿੱਚ ਉਹ ਆ ਉਹ ਨਹੀਂ ਪੜ੍ਹਨੀਆਂ, ਤਾਂ ਮੇਰੇ ਜੋ ਰਿਜ਼ਲਟ ਫੇਲ ਦਾ ਹੀ ਆਉਣਾ, ਫਿਰ ਰਿਜ਼ਲਟ ਨਿਰਾਸ਼ਾ ਵਾਲਾ ਹੀ ਆਉਣਾ। ਆਪਣੀ ਮਰਜ਼ੀ ਨਾਲ ਕੀਤੀ ਪੜ੍ਹਾਈ ਕਾਮਯਾਬ ਨਹੀਂ ਸਾਨੂੰ ਕਰੇਗੀ। ਸਿਲੇਬਸ ਦੇ ਅਨੁਸਾਰ ਕੀਤੀ ਭਗਤੀ ਜਿਹੜੀ ਆ, ਪੜ੍ਹਾਈ ਆ, ਉਹੀ ਸਾਨੂੰ ਕਾਮਯਾਬ ਕਰੇਗੀ। ਆਪਣੀ ਮਰਜ਼ੀ ਦੀ ਭਗਤੀ ਕੀਤੀ ਮੇਰੀ ਸਾਡੇ ਲਈ ਕਾਮਯਾਬ ਨਹੀਂ ਹੋਵੇਗੀ, ਲਾਭਦਾਇਕ ਨਹੀਂ ਹੋਵੇਗੀ। ਰੱਬ ਦੀ ਇੱਛਾ ਦੇ ਅਨੁਸਾਰ ਕੀਤੀ ਭਗਤੀ ਹੀ ਮੇਰੇ ਜੋ ਕਾਮਯਾਬ ਸਾਨੂੰ ਕਰੇਗੀ। ਆਖਰੀ ਆਇਤ ਪੜ੍ਹ ਕੇ ਅਸੀਂ ਸਮਾਪਤੀ ਕਰਾਂਗੇ। ਅੱਜ ਪੜਾਂਗੇ ਵਿਵਸਥਾ ਸਾਰ 10 ਅਧਿਆਇ ਦੀ 20 ਆਇਤ। ਪੜ੍ਹੀਏ, ਧਿਆਨ ਦੇਣਾ, ਸੁਣੀਏ। ਵਿਵਸਥਾ ਸਾਰ 10 ਉਹਦੀ 20 ਆਇਤ। ਯਹੋਵਾ ਆਪਣੇ ਪਰਮੇਸ਼ਵਰ ਦਾ ਭੈ ਖਾਓ। ਯਹੋਵਾ ਆਪਣੇ ਪਰਮੇਸ਼ਵਰ ਦਾ ਡਰ ਰੱਖੋ, ਆਪਣੇ ਜੀਵਨ 'ਚ ਪਰਮੇਸ਼ਵਰ ਦਾ ਭੈ ਰੱਖੋ। ਸਾਊਂਡ ਤੇ ਆ ਜਾਓ, ਕੌਣ ਆ? ਹਾਲੇਲੂਇਆ। ਧਿਆਨ ਰੱਖੋ, ਜਾ ਜਾ। ਥੈਂਕ ਯੂ ਜੀਸਸ। ਪੜ੍ਹੀਏ। ਯਹੋਵਾ ਆਪਣੇ ਪਰਮੇਸ਼ਵਰ ਦਾ ਭੈ ਖਾਓ। ਯਹੋਵਾ ਆਪਣੇ ਪਰਮੇਸ਼ਵਰ ਦਾ ਡਰ ਰੱਖੋ।
क्योंकि डर दे विच कीती भगती ही सफल है। जिस बच्चे दे उत्ते टीचर दा डर होवे, जिहड़ा बच्चा अपने टीचर तो डरदा, अपने गुरु तो डरदा आ, वो हमेशा कामयाब हुंदा आ, वो हमेशा कामयाब हुंदा आ। ते जिहड़ा बच्चा अपने टीचर तो डरदा नहीं आ, वो कदे भी सही ढंग नाल कामयाब नहीं होवेगा। पास तो हो जाएगा 33% लैके, पर मेरे इजो वो सर्टिफिकेट का लाभ नहीं होगा। इदा ही परमेश्वर का दास मूसा इस गल बयान करता है, यहोवा अपने परमेश्वर का डर रखो, उसकी उपासना करो, उसकी उपासना करो। उपासना का मतलब भगती, भगती का मतलब जो बाइबल च लिखा गया उसनू पूरा करना। भगती ये नहीं कि 24 घंटे चौंकड़ी मार के प्रार्थना करी जाओ, प्रार्थना करी जाओ, प्रार्थना करी जाओ, बाकी जेडे का हुक्म दिते उन्होंने वाल ध्यान ही ना होवे, उन्होंने वाल ध्यान ही ना हो। किन्ने सही भगती, सही बंदगी, सही उपासना करते, हाथ खड़ा करके, हाथ खड़ा कर, सोच लो। बाकी जुनाब नबी वांग जिधर नूं रब भेजदा उधर नूं नहीं दूजे पासों तुरे फिरदे आ, इदां ही आ। जुना नबी भी भगती करदा करदा किसी होर पासे चल गया सी, ते हथ पल्ले की आया, ओदे हथ पल्ले की आया कि ऐदां दी प्रार्थना जिद्दां दी जुना नबी ने मौत दे मुंह च कीती कर सकदे आ। सिर दुखदा होवे ना, सिर दुखदा होवे, ढिड दुखदा होवे, ते जे पास्टर तो प्रार्थना करने, पास्टर जी कहो ना कि बीबी प्रार्थना कर ला, भाजी इदां दी हालत कित्थों प्रार्थना हुंदी है, भाजी बह ही नहीं हुंदा कि प्रार्थना कित्थों हो जानी है, हुंदा कि नहीं हुंदा, इदां ही कहने आ बहाना हुंदा। ढिड दुखना मौत नहीं दसाउंदा, पर जुनान नबी तो मौत दे मुंह च सी, जुनान नबी मौत दे मुंह च सी। ते हुण ध्यान देखो, देखे कि मच्छी ने जो निगलिया तो उपर ही नहीं तैरती पई सी, बाइबल बयान करती डुगान चली गई सी, उत्थे ऑक्सीजन सी, उत्थे ऑक्सीजन सी, जिथे वो चला गया मच्छी चल गई सी। ते जुनान नूं कित्थों साह हुंदा सी, जुनान नूं कित्थों साह हुंदा सी। हालेलुया। ਉਹ ਸੀ ਵੱਡੇ मौत, ਵੱਡੇ दुख की मौत ਜਿਹੜੀ जुनाह दे उत्ते आई सी। ਤੇ ਜੇ ਉਹ ਵੱਡੇ ਦੁੱਖ ਵਾਲੀ ਮੌਤ ਦੇ ਵਿੱਚ ਰਹਿ ਕੇ ਪ੍ਰਾਰਥਨਾ ਕਰ ਸਕਦਾ ਆ, ਤੇ ਅਸੀਂ ਢਿੱਡ ਫੜ ਕੇ ਨਹੀਂ ਕਰ ਸਕਦੇ। ਸਾਨੂੰ ਇਹ ਹੁੰਦਾ ਕਿ ਆਪਣੀ ਸਮਝ ਲਾਉਣੇ ਆ, ਪਾਸਟਰ ਤੋਂ ਫੋਨ ਕਰਾਉਣੇ, ਪਾਸਟਰ ਤੋਂ ਪ੍ਰਾਰਥਨਾ ਕਰਾ ਲੈਣੇ ਆ, ਫਟਾਫਟ ਹੋ ਜੂਗੀ ਪ੍ਰਾਰਥਨਾ। ਮੈਨੂੰ ਕਰਨੀ ਪਈ ਤਾਂ ਘੰਟਾ ਕਰਨੀ ਪੈਣੀ ਆ, ਪਾਸਟਰ ਨੇ 1 ਮਿੰਟ ਚ ਕਰਕੇ ਹੋ ਜਾਣਾ। ਮੈਂ ਵੀ ਫ੍ਰੀ, ਪਾਸਟਰ ਵੀ ਫ੍ਰੀ, ਰੱਬ ਵੀ ਫ੍ਰੀ, ਇਦਾਂ ਹੀ ਆ, ਰੱਬ ਵੀ ਫ੍ਰੀ ਹੋ ਜਾਂਦਾ ਛੇਤੀ। ਇਹ ਆ ਆਪਣੀਆਂ ਦਲੀਲਾਂ, ਇਹ ਸਾਡੀਆਂ ਆਪਣੀਆਂ ਸੋਚਾਂ, ਇਹ ਸਾਡੇ ਆਪਣੀ ਸਮਝ ਤੇ ਸਮਝ ਦੇ ਉੱਤੇ ਕੀਤਾ ਅਤਵਾਰ ਜਿਹੜਾ ਦੁੱਖ ਚ ਲੈ ਜਾਂਦਾ। ਪਰਮੇਸ਼ਵਰ ਤੇ ਭਰੋਸਾ ਕਰੋ, ਪਰਮੇਸ਼ਵਰ ਵੱਡੇ ਕੰਮਾਂ ਨੂੰ ਕਰਦਾ। ਇਸੇ ਲਈ ਪ੍ਰਭੂ ਦਾ ਦਾਸ ਮੂਸਾ ਇਸ ਗੱਲ ਨੂੰ ਬਿਆਨ ਕਰਦਾ ਆ, ਕਹਿੰਦਾ ਆਪਣੇ ਯਹੋਵਾ ਪਰਮੇਸ਼ਵਰ ਦਾ ਭੈ ਰੱਖੋ, ਉਹਦਾ ਡਰ, ਉਹ ਤੋਂ ਡਰੋ। ਉਹਦਾ ਪਤਾ ਨਹੀਂ ਕਿਹੜੇ ਵੇਲੇ ਉਹਨੇ ਕਿਹੜੇ ਪਾਸੇ ਨੂੰ ਮੁੜ ਜਾਣਾ। ਹੁਣ ਤਾਂ ਉਹ ਸੁਣਦਾ ਹੈ, ਕੱਲ ਨੂੰ ਪਤਾ ਨਹੀਂ ਉਹਨੇ ਕੰਨ ਫੇਰ ਲੈਣੇ। ਹੁਣ ਤਾਂ ਆਪਣਾ ਹੱਥ ਵਧਾਉਂਦਾ ਹੈ, ਕੱਲ ਨੂੰ ਹੋ ਸਕਦਾ ਆਪਣਾ ਹੱਥ ਪਰੇ ਕਰ ਲਵੇ, ਫਿਰ ਕਿਤੇ ਵੀ ਚਲ ਜਾਏ ਕੋਈ ਲਾਭ ਨਹੀਂ ਹੋਣਾ। ਸਾਡੇ ਪਾਸਟਰ ਕੋਲ ਆਇਓ ਇੱਕ ਦਿਨ, ਦੇਖਿਓ ਕਿਦਾਂ ਸਾਡੇ ਪਾਸਟਰ ਕਿਦਾਂ ਪ੍ਰਾਰਥਨਾ ਕਰਦੇ ਆ। ਪਾਸਟਰ ਸੁੱਖੀ ਕੋਲ ਆਇਓ ਕਦੇ, ਦੇਖਿਓ ਪ੍ਰਾਰਥਨਾ ਕਰਦਾ। ਪਾਸਟਰ ਸੁੱਖੀ ਦੀ ਪ੍ਰਾਰਥਨਾ ਵੀ ਉਸ ਵੇਲੇ ਜਵਾਬ ਦੇ ਜਾਏਗੀ। ਜਿੱਥੇ ਰੱਬ ਦੀ ਆਤਮਾ ਹੀ ਜਵਾਬ ਦੇਗੀ, ਉੱਥੇ ਪਾਸਟਰ ਸੁੱਖੀ ਦੀ ਪ੍ਰਾਰਥਨਾ ਕੀ ਕਰੂਗੀ? ਬੋਲੋ। ਪਾਸਟਰ ਸੁੱਖੀ ਦੇ ਕਹਿਣ ਨਾਲ ਰੱਬ ਨੇ ਕੁਧਰਮੀ ਪਾਪੀ ਲੋਕਾਂ ਲਈ ਕੰਮ ਕਰਨਾ ਸ਼ੁਰੂ ਕਰ ਦੇਣਾ? ਕਦੀ ਹੋ ਹੀ ਨਹੀਂ ਸਕਦਾ। ਤੇ ਜੇ ਪਾਸਟਰ ਸੁੱਖੀ ਦੇ ਕਹਿਣ ਨਾਲ ਪਰਮੇਸ਼ਵਰ ਪਾਪੀਆਂ, ਕੁਧਰਮੀਆਂ ਤੇ ਝੂਠ ਬੋਲਣ ਵਾਲਿਆਂ ਤੇ ਹੇਰਾ ਫੇਰੀ ਕਰਨ ਵਾਲਿਆਂ ਤੇ ਆਪਣੇ ਮਨ ਦੀ ਇੱਛਾ ਦੇ ਅਨੁਸਾਰ ਚੱਲਣ ਵਾਲਿਆਂ ਤੇ ਕੰਮ ਕਰਨਾ ਸ਼ੁਰੂ ਕਰ ਦਵੇ ਰੱਬ, ਤੇ ਫਿਰ ਯਿਸੂ ਮਸੀਹ ਨੂੰ ਆਉਣ ਦੀ ਕੀ ਲੋੜ ਸੀ? ਫਿਰ ਸੁੱਖੀ ਨੂੰ ਇਸਤੇਮਾਲ ਕਰ ਲੈਂਦਾ ਉਹ। ਫਿਰ ਯਿਸੂ ਮਸੀਹ ਨੂੰ ਆਉਣ ਦੀ ਕੀ ਲੋੜ ਸੀ? ਫਿਰ ਤਾਂ ਸੁੱਖੀ ਬਹੁਤ ਸੀ ਕਿ ਸਾਰਿਆਂ ਦੀ ਪ੍ਰਾਰਥਨਾ ਕਰਦਾ, ਸੁਣ ਲੈਂਦਾ ਰੱਬ ਉਹਦੀ। ਪਾਸਟਰ ਸੁੱਖੀ ਦੀ ਪ੍ਰਾਰਥਨਾ ਮਾਇਨੇ ਨਹੀਂ ਰੱਖਦੀ। ਪ੍ਰਾਰਥਨਾ ਕਰਾਉਣ ਵਾਲਾ, ਪਰਮੇਸ਼ਰ 'ਚ ਚੱਲਣ ਵਾਲੇ ਦਾ ਭਰੋਸਾ ਕੰਮ ਮਾਇਨੇ ਰੱਖਦਾ ਆ। ਜੇ ਤੁਹਾਡਾ ਭਰੋਸਾ ਹੀ ਨਹੀਂ ਹੈ, ਤੁਹਾਡਾ ਚੱਲਣ ਹੀ ਨਹੀਂ ਹੈ ਪ੍ਰਭੂ ਦੇ ਵਿੱਚ,
ਮਤਲਬ ਪ੍ਰਸਤੀ ਨਾਲ ਭਗਤੀ ਕਰਦੇ ਆ, ਮਤਲਬ ਪ੍ਰਸਤੀ ਨਾਲ ਵਚਨ ਪੂਰਾ ਕਰਦੇ, ਮਤਲਬ ਪ੍ਰਸਤੀ ਤੋਂ ਬਾਅਦ ਵਚਨ ਛੱਡ ਦਿੰਨੇ ਆ। ਇਹਦੇ ਨਾਲ ਕੰਮ ਨਹੀਂ ਕਰਨਾ ਰੱਬ ਨੇ। ਸਾਰੀ ਉਮਰ ਲਈ ਪਰਮੇਸ਼ਰ ਦਾ ਵਚਨ ਬਿਆਨ ਕਰਦਾ ਆ, ਤੂੰ ਆਪਣੇ ਯਹੋਵਾ ਦਾ ਭੈ ਖਾਓ ਅਤੇ ਉਸ ਦੀ ਉਪਾਸਨਾ ਕਰੋ, ਅਤੇ ਉਸ ਦੀ ਉਪਾਸਨਾ ਕਰੋ। ਉਪਾਸਨਾ ਦੇ ਵਿੱਚ ਮੇਰੇ ਇਜ਼ੋ ਪੂਰੀ ਬਾਈਬਲ ਦੇ ਹੁਕਮ ਆ ਜਾਂਦੇ ਆ ਕਿ ਜਿਹੜੀ ਉਪਾਸਨਾ ਕਰਨੀ ਆ ਉਹ ਕਿੱਦਾਂ ਕਰਨੀ ਆ। ਪਵਿੱਤਰਤਾਈ ਦੇ ਨਾਲ, ਨਮਰਤਾ ਦੇ ਨਾਲ, ਅਧੀਨਗੀ ਦੇ ਨਾਲ, ਪ੍ਰੇਮ ਦੇ ਨਾਲ, ਆਨੰਦ ਦੇ ਨਾਲ, ਸ਼ਾਂਤੀ ਦੇ ਨਾਲ, ਧੀਰਜ ਦੇ ਨਾਲ, ਦਿਆਲਗੀ ਦੇ ਨਾਲ, ਵਫਾਦਾਰੀ ਦੇ ਨਾਲ, ਨਰਮਾਈ ਦੇ ਨਾਲ, ਸੰਜਮ ਦੇ ਨਾਲ ਤੁਸੀਂ ਆਪਣਾ ਜੀਵਨ ਬਤੀਤ ਕਰਨਾ ਹੈ। ਹਾਲੇਲੂਇਆ। ਸੰਜਮ ਦੇ ਨਾਲ। ਹੱਥ ਖੜੇ ਸੀ, ਕਹਿੰਦੇ ਉਪਾਸਨਾ ਅਸੀਂ ਕਰਦੇ ਹਾਂ। ਸਭ ਤੋਂ ਵੱਡਾ ਹੁਕਮ ਕੀ ਹੈ ਬਾਈਬਲ ਦੇ ਵਿੱਚ? ਨਵੇਂ ਨਿਯਮ 'ਚ। ਪੁਰਾਣੇ ਨਿਯਮ ਦੇ ਵਿੱਚ ਕਿੰਨੇ ਹੁਕਮ ਆ? ਪੁਰਾਣੇ ਨਿਯਮ 'ਚ ਕਿੰਨੇ ਹੁਕਮ ਆ ਤੇ ਨਵੇਂ ਨਿਯਮ 'ਚ ਕਿੰਨੇ ਰਹਿ ਗਏ? ਉਹਨਾਂ 10 ਨੂੰ ਗਰੁੱਪ 'ਚ ਵੰਡ ਦਿੱਤਾ, 10 ਨੂੰ 2 ਗਰੁੱਪਾਂ 'ਚ ਵੰਡ ਦਿੱਤਾ। ਔਰ ਨਵੇਂ ਨਿਯਮ 'ਚ ਪ੍ਰਭੂ ਯਿਸੂ ਮਸੀਹ ਨੇ 2 ਹੁਕਮ ਦੱਸ ਦਿੱਤੇ ਸਹੀ ਉਪਾਸਨਾ ਦੇ। 2 ਹੁਕਮ ਨਵੇਂ ਨਿਯਮ 'ਚ ਪ੍ਰਭੂ ਯਿਸੂ ਮਸੀਹ ਨੇ ਕਰ ਦਿੱਤੇ ਸਹੀ ਉਪਾਸਨਾ, ਸਹੀ ਬੰਦਗੀ ਦੇ। ਉਹ ਕਿਹੜੇ ਹੁਕਮ ਆ? ਆਪਣੇ ਪਰਮੇਸ਼ਵਰ ਨੂੰ ਆਪਣੇ ਮਨ ਨਾਲ, ਆਪਣੀ ਜਾਨ ਨਾਲ, ਆਪਣੇ ਯੋਰ ਨਾਲ ਕੀ ਕਰ? ਪਿਆਰ ਕਰ। ਦੂਜਾ ਤੇ ਵੱਡਾ ਹੁਕਮ ਕੀ ਕਰ ਦਿੱਤਾ? ਆਪਣੇ ਗੁਆਂਢੀ ਨੂੰ, ਜਿਹੜਾ ਆਪਣੇ ਗੁਆਂਢੀ ਨੂੰ ਪਿਆਰ ਨਹੀਂ ਕਰਦਾਗਾ ਉਹ ਅਜੇ ਤੱਕ ਉਪਾਸਨਾ ਦਾ ਅਜੇ ਊੜਾ ਐੜਾ ਹੀ ਨਹੀਂ ਸਿੱਖਿਆਗਾ। ਆਪਣੇ ਪਰਮੇਸ਼ਵਰ ਦੀ ਉਪਾਸਨਾ ਕਰ। ਉਪਾਸਨਾ ਬੰਦਗੀ ਨੂੰ ਕਹਿੰਦੇ, ਭਗਤੀ ਨੂੰ ਕਹਿੰਦੇ ਆ। ਤੇ ਇਹਨਾਂ ਦੋਨਾਂ ਗੱਲਾਂ 'ਚ ਹੀ ਬੰਦਾ ਫੇਲ ਆ। ਇਹਨਾਂ ਦੋਨਾਂ ਗੱਲਾਂ 'ਚ ਹੀ ਬੰਦਾ ਫੇਲ ਆ। ਆਪਣੇ ਪੂਰੇ ਦਿਲ ਦੇ ਨਾਲ, ਆਪਣੀ ਪੂਰੀ ਜਾਨ ਦੇ ਨਾਲ, ਆਪਣੇ ਪੂਰੇ ਮਨ ਦੇ ਨਾਲ ਪਰਮੇਸ਼ਵਰ ਨੂੰ ਪਿਆਰ ਕਰਨਾ। ਅਸੀਂ ਆਪਣੇ ਬੱਚੇ ਲਈ ਜਾਨ ਦੇਣ ਨੂੰ ਤਿਆਰ ਆ, ਆਪਣੇ ਬੱਚੇ ਦੇ ਨਾਂ ਆਪਣੀ ਜਾਇਦਾਦ ਲਾਉਣ ਨੂੰ ਤਿਆਰ ਆ, ਆਪਣੇ ਬੱਚੇ ਲਈ ਸਾਰਾ ਗੋਲਡ ਵੇਚਣ ਨੂੰ ਤਿਆਰ ਆ। ਕਿੰਨੇ ਤਿਆਰ? ਆਪਣੇ ਬੱਚਿਆਂ ਲਈ, ਆਪਣੇ ਪਤੀ ਲਈ, ਆਪਣੀ ਪਤਨੀ ਲਈ ਵੇਚਣ ਨੂੰ ਤਿਆਰ ਆ। ਹੱਥ ਖੜਾ ਕਰੋ। ਹੁਣ ਨਹੀਂ ਹੱਥ ਖੜੇ ਹੁੰਦੇ ਕਿਉਂਕਿ ਹੁਣ ਗੱਲ ਸੋਨੇ ਦੀ ਆ ਗਈ ਆ। ਕਾਦੀ ਆ ਗਈ ਆ? ਸੋਨੇ ਦੀ। ਨਹੀਂ ਜੀ ਅਸੀਂ ਤਾਂ ਟਾਈਮ ਦੇ ਕੇ ਪ੍ਰਾਰਥਨਾ ਹੀ ਕਰ ਸਕਦੇ, ਇਹੀ ਬੰਦਗੀ ਹੈ ਸਾਡੀ। ਤੁਹਾਡੇ ਨਾਲ ਜ਼ਿਆਦਾ ਤਾਂ ਪ੍ਰਾਰਥਨਾ ਪੰਛੀ ਕਰਦੇ ਹੋਣੇ ਆ। ਹਾਲੇਲੂਇਆ। ਆਪਣੇ ਪੂਰੇ ਮਨ ਨਾਲ, ਪੂਰੀ ਜਾਨ ਨਾਲ, ਪੂਰੇ ਯੋਰ ਨਾਲ ਆਪਣੇ ਯਹੋਵਾ ਪਰਮੇਸ਼ਰ ਨੂੰ ਪਿਆਰ ਕਰ। ਜਿੰਨਾ ਪਿਆਰ ਤੁਸੀਂ ਆਪਣੇ ਹਸਬੈਂਡ ਨੂੰ, ਆਪਣੀ ਵਾਈਫ ਨੂੰ, ਆਪਣੇ ਬੱਚਿਆਂ ਨੂੰ ਕਰਦੇ ਹੋ, ਉਸ ਤੋਂ ਵੱਧ ਕੇ ਪਰਮੇਸ਼ਰ ਨੂੰ ਪਿਆਰ। ਜਿੱਡੀ ਕੁਰਬਾਨੀ ਤੁਸੀਂ ਆਪਣੇ ਪਰਿਵਾਰ ਲਈ ਕਰਨ ਲਈ ਤਿਆਰ ਆ, ਉਹ ਤੋਂ ਵੱਡੀ ਕੁਰਬਾਨੀ ਪ੍ਰਭੂ ਲਈ ਕਰਨ ਲਈ ਤਿਆਰ। ਇਹਨੂੰ ਕਹਿੰਦੇ ਆ ਉਪਾਸਨਾ। ਹਾਂ ਮੇਰਾ ਪ੍ਰਭੂ ਨੂੰ ਬਹੁਤ ਮੇਰਾ ਪਿਆਰ ਆ। ਤੇ ਬੂਹੇ ਅੱਗੇ ਡਾਂਗ ਰੱਖੀ ਹੁੰਦੀ, ਗੁਆਂਢਣ ਬੜੇ ਸੀ ਸਾਡੇ ਘਰ 'ਚ। ਗੁਆਂਢੀ ਆਉਣ ਤਾਂ ਸਹੀ ਇੱਧਰ ਨੂੰ, ਫੇਰ ਕਿੱਥੇ ਗਿਆ ਪਿਆਰ? ਕਿੱਥੇ ਗਈ ਉਪਾਸਨਾ? ਕਿੱਥੇ ਗਈ ਬੰਦਗੀ? ਤੇ ਕਿੱਥੇ ਗਈ ਭਗਤੀ? ਖਤਮ ਹੋ ਗਈ। ਕਿਉਂਕਿ ਅਸੀਂ ਆਪਣੀ ਮਨ ਦੀ ਇੱਛਾ ਦੇ ਅਨੁਸਾਰ ਭਗਤੀ ਕਰਦੇ ਹਾਂ, ਵਚਨ ਦੇ ਨਾਲ ਨਹੀਂ ਭਗਤੀ ਕਰਦੇ। ਆਪਣੀ ਸਮਝ ਦੇ ਇਤਬਾਰ ਨਾ ਕਰ। ਤੁਹਾਡੀ ਸਮਝ ਜ਼ਰੂਰ ਕਹੇਗੀ ਕਿ ਇਹ ਭਗਤੀ ਆ, ਭਗਤੀ ਦਾ ਹਿੱਸਾ ਆ, ਲੇਕਿਨ ਖੁਦਾ ਕਹੇਗਾ ਬਿਲਕੁਲ ਪਾਪ ਆ, ਇਹ ਪੂਰਾ ਕੁਤਾਰਮ ਆ, ਇਹ ਤੇਰੀ ਜ਼ਿੰਦਗੀ ਚ ਹੋਣਾ ਨਹੀਂ ਚਾਹੀਦਾ। ਹਾਲੇਲੂਇਆ। ਅੱਜ ਪੜ੍ਹੀਏ, ਆਪਣੇ ਯਹੋਵਾ ਦੀ ਉਪਾਸਨਾ ਕਰ, ਉਸ ਦੇ ਨਾਲ ਲੱਗੇ ਰਹੋ, ਉਸ ਦੇ ਨਾਲ ਲੱਗੇ ਰਹੋ। ਡਰ ਦੇ ਨਾਲ, ਡਰ ਦੇ ਵਿੱਚ ਰਹਿ ਕੇ ਹੀ ਸਹੀ ਭਗਤੀ ਹੁੰਦੀ ਆ। ਤੇ ਸਹੀ ਭਗਤੀ ਦੇ ਨਾਲ ਹੀ ਇੱਕ ਪ੍ਰੇਮੀ ਪਰਮੇਸ਼ਰ ਦੇ ਕੋਲ ਜਾ ਸਕਦਾ ਆ। ਤੇ ਜੇ ਕਹੋ ਭਗਤੀ ਅਸੀਂ ਕਰਨੀ ਨਹੀਂ ਹੈ, ਡਰ ਅਸੀਂ ਰੱਖਣਾ ਨਹੀਂ ਹੈ, ਤਾਂ ਪ੍ਰਭੂ ਦੇ ਨੇੜੇ ਚਲ ਜਾਾਂਗੇ, ਕਦੀ ਹੋ ਨਹੀਂ ਸਕਦਾ। ਸਭ ਤੋਂ ਪਹਿਲਾਂ ਸਾਡੇ ਅੰਦਰ ਪਰਮੇਸ਼ਰ ਦਾ ਡਰ ਹੋਣਾ ਚਾਹੀਦਾ ਆ। ਡਰ ਇਸ ਗੱਲ ਦਾ ਕਿ ਤੌਬਾ ਦਾ ਸਮਾਂ ਤੌਬਾ ਕਰ ਲਈਏ। ਡਰ ਇਸ ਕੰਮ ਦਾ ਕਿ ਪੁਰਾਣਾ ਜੀਵਨ ਪਰਮੇਸ਼ਰ ਨੂੰ ਪਸੰਦ ਨਹੀਂ ਹੈ, ਨਵਾਂ ਜੀਵਨ ਪਰਮੇਸ਼ਰ ਚਾਹੁੰਦਾ ਆ, ਨਵਾਂ ਜੀਵਨ ਲੈ ਲਈਏ। ਹੁਣ ਉਪਾਸਨਾ ਦੀ ਗੱਲ, ਡਰ ਦੇ ਵਿੱਚ ਰਹਿ ਕੇ ਤੌਬਾ ਕਰਨੀ, ਡਰ ਦੇ ਵਿੱਚ ਰਹਿ ਕੇ ਬਪਤਿਸਮਾ ਲੈਣਾ, ਡਰ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ। ਦੂਜੀ ਗੱਲ ਕਿ ਪਰਮੇਸ਼ਰ ਦੀ ਉਪਾਸਨਾ, ਕਿ ਬਾਈਬਲ ਦੇ ਅਨੁਸਾਰ ਕੀਤੀ ਭਗਤੀ ਹੀ ਪਰਮੇਸ਼ਰ ਨੂੰ ਪਸੰਦ ਆ, ਕੀਤੀ ਉਪਾਸਨਾ ਹੀ ਪਰਮੇਸ਼ਰ ਨੂੰ ਪਸੰਦ ਆ। ਵਚਨ ਚੋਂ ਬਾਹਰ ਰਹਿ ਕੇ ਕੀਤੀਆਂ ਪ੍ਰਾਰਥਨਾਵਾਂ, ਵਚਨ ਤੋਂ ਬਾਹਰ ਰਹਿ ਕੀਤੇ ਗਾਏ ਗੀਤ, ਬਜਾਏ ਸਾਜ਼, ਚਲਾਏ ਸਾਊਂਡ ਬੇਕਾਰ ਆ।
ਵਚਨ ਚੋਂ ਬਾਹਰ ਰਹਿ ਕੇ ਮਾਰੀਆਂ ਤਾੜੀਆਂ ਤੇ ਬਹਿਣਾ 2-3 ਘੰਟੇ ਉਹ ਬੇਕਾਰ ਆ। ਸਹੀ ਉਪਾਸਨਾ ਵਚਨ ਦੇ ਵਿੱਚ ਰਹਿ ਕੇ ਪ੍ਰਭੂ ਦੀ ਹਜ਼ੂਰੀ 'ਚ ਆਪਣਾ ਆਪ ਗਵਾਓ। ਮੈਂ ਕਾਫੀ ਸਮਾਂ ਭਜਨ ਦੇ ਵਿੱਚ ਅੱਖਾਂ ਖੋਲ ਕੇ ਰੱਖਦਾ, ਮੈਂ ਦੇਖਦਾ ਹੁੰਦਾ ਕਿ ਕੌਣ ਆਪਣੇ ਆਪ ਨੂੰ ਗਵਾ ਰਿਹਾ ਪ੍ਰਭੂ ਦੀ ਹਜ਼ੂਰੀ 'ਚ। ਆਪਣੇ ਆਪ ਨੂੰ ਗਵਾਉਣ ਦਾ ਮਤਲਬ ਵੀ ਪ੍ਰਭੂ ਦੀ ਹਜ਼ੂਰੀ 'ਚ ਜਦੋਂ ਪ੍ਰਭੂ ਦੀ ਮਹਿਮਾ ਹੋ ਰਹੀ ਆ, ਸਾਨੂੰ ਆਪਣੀ ਕੋਈ ਸੁੱਧ ਬੁੱਧ ਨਹੀਂ, ਅਸੀਂ ਪ੍ਰਭੂ ਦੇ ਵਿੱਚ ਲੀਨ ਆ। ਅਸੀਂ ਲੀਨ, ਅਸੀਂ ਰੱਬ ਨਾਲ ਗੱਲ ਕਰਨੀ ਆ, ਅਸੀਂ ਪ੍ਰਭੂ ਨਾਲ ਗੱਲ ਕਰਨੀ ਆ। ਮੈਂ ਪਰਮੇਸ਼ਰ ਨਾਲ ਮਿਲਾਪ ਕਰਨਾ ਅੱਜ, ਔਰ ਅੰਤਰਾਤਮਾ ਨਾਲ ਅੰਦਰ ਦੀਆਂ ਗਹਿਰਾਈਆਂ ਦੇ ਨਾਲ ਮੈਂ ਪਰਮੇਸ਼ਰ ਨੂੰ ਭਾਲਣਾ ਆ। ਅੰਤਰਾਤਮਾ ਦੇ ਵਿੱਚ ਪਰਮੇਸ਼ਰ ਨਾਲ ਅੱਜ ਗੱਲ ਕਰਨੀ ਆ। ਸਾਰਿਆਂ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਦੇਖਦੇ ਹੁੰਦੇ ਆ, ਕਾਲੀ ਪੈਂਟ, ਕਾਲੀ ਕਮੀਜ਼, ਕਾਲੀ ਬੈਲਟ ਪਾਈ ਆ, ਮੁੰਡੇ ਨੇ ਕਾਲੀ ਜਰਾਬ, ਛੋਟੀ ਜਰਾਬ ਪਾਈ ਆ, ਸੰਤਰੀ ਟਾਈ ਲਾਈ ਆ, ਬੈਠੇ ਦੇਖਦੇ ਹੁੰਦੇ ਆ। ਮੈਂ ਖੋਲਣਾ 1 2 3 4 5 6 7 8 9 12 ਅੱਜ ਲੜੀਆਂ ਲਮਕਾਈਆਂ ਆ, 5 ਝੂਮਰ ਲਮਕਾਏ ਆ, ਇਹੀ ਗਿਣਦੇ ਰਹਿੰਦੇ ਬੈਠੇ ਮੂਹਰੇ। ਇਹੀ ਚੀਜ਼ਾਂ ਕਈ ਸਾਰਾ ਦਿਨ ਇਹੀ, ਜੇ ਮੈਂ ਉੱਥੇ ਬੈਠਾ ਦੇਖਦਾ ਉਹਨਾਂ, ਕਈ ਸਾਰਾ ਦਿਨ ਇਹੀ ਦੇਖਦੇ ਰਹਿੰਦੇ ਆ। ਮੈਨੂੰ ਤਾਂ ਸਮਝ ਨਹੀਂ ਆਉਂਦੀ ਇੰਨਾ ਟਾਈਮ ਕਿਉਂ ਵੇਸਟ ਕਰਦੇ ਆ। ਰੱਬ ਕੰਮ ਕਰਨਾ ਚਾਹੁੰਦਾ ਹੈ, ਪਰਮੇਸ਼ਰ ਕੰਮ ਕਰਨਾ ਚਾਹੁੰਦਾ ਤੁਹਾਡੇ ਜੀਵਨ 'ਚ। ਇਸੇ ਲਈ ਪ੍ਰਭੂ ਦਾ ਦਾਸ ਮੂਸਾ ਕਹਿੰਦਾ ਹੈ ਉਹਦੀ ਉਪਾਸਨਾ ਕਰੋ ਤੇ ਉਹਦੇ ਨਾਲ ਲੱਗੇ ਰਹੋ। ਧਰਤੀ ਉੱਤੇ ਇੰਨੇ ਕੁ ਦੁੱਖ, ਇੰਨੀਆਂ ਕੁ ਪੀੜਾ, ਇੰਨੀ ਕੁ ਮੌਤ, ਇੰਨੀ ਕੁ ਵਬਾ ਪਹੁੰਚ ਚੁੱਕੀ ਆ ਮੇਰੇ ਇਸੋ, ਜਿਹੜੇ ਅੰਤ ਦੀਆਂ ਨਿਸ਼ਾਨੀਆਂ ਸਾਹਮਣੇ ਆ ਗਈਆਂ ਆ। ਅੰਤ ਦੀਆਂ ਨਿਸ਼ਾਨੀਆਂ ਸਟਾਰਟ ਨਹੀਂ, ਬਲਕਿ ਮੇਰੇ ਇਸੋ ਐਂਡ ਹੋਣ ਵਾਲਾ ਆ। ਪਰਮੇਸ਼ਰ ਨਾਲ ਜੁੜ ਜਾਓ, ਪਰਮੇਸ਼ਰ ਨਾਲ ਚਿੰਬੜ ਜਾਓ। ਪਰ ਉਹਨਾਂ ਜੁੜਨਾ ਕਿੱਦਾਂ ਹੈ? ਸਹੀ ਉਪਾਸਨਾ ਨਾਲ, ਡਰ ਤੇ ਭੈ ਰੱਖਦੇ ਹੋਏ ਉਹਦੇ ਨਾਲ ਜੁੜੇ ਰਹੋ। ਆਪਣੀ ਮਰਜ਼ੀ ਨਾਲ ਆਪਣੇ ਪਰਮੇਸ਼ਰ ਦੀ ਹਜ਼ੂਰੀ ਚੋਂ ਬਾਹਰ ਨਾ ਨਿਕਲੋ। ਨਹੀਂ ਤਾਂ ਜੋ ਹਾਲ ਉਸ ਨੌਜਵਾਨ ਦਾ ਹੋਇਆ ਕਿ ਸੂਰਾਂ ਦੀਆਂ ਫਲੀਆਂ ਖਾ ਕੇ ਗੁਜ਼ਾਰਾ ਕਰਨਾ ਚਾਹੁੰਦਾ ਸੀ, ਲੇਕਿਨ ਦੂਜੇ ਨੌਕਰਾਂ ਨੇ ਸੂਰਾਂ ਦੀਆਂ ਫਲੀਆਂ ਵੀ ਖਾਣ ਨਹੀਂ ਦਿੱਤੀਆਂ। ਹੁਣ ਕਹਿੰਦਾ ਮੈਂ ਵਾਪਸ ਚਲ ਜਾਣਾ ਆਪਣੇ ਬਾਪ ਕੋਲ, ਆਪਣੇ ਪਿਤਾ ਕੋਲ ਵਾਪਸ ਜਾਵਾਂਗਾ। ਪੰਜਾਬੀ ਕਹਾਵਤ ਆ, ਮੱਛੀ ਮੁੜਦੀ ਹੈ ਤਾਂ ਕਿੱਦਾਂ ਕਿੱਦਾਂ, ਇੱਕ ਤਾਂ ਚਾਨੇ ਲਹਾ ਕੇ ਤੇ ਕਈ ਵਾਰੀ ਫੇ ਪੱਥਰ ਚੱਟ ਕੇ ਮੁੜਦੀ ਆ। ਤੇ ਜੇ ਉਹਦਾ ਸਰੀਰ ਇੰਨਾ ਸੋਲ ਆ ਤੇ ਫਿਰ ਜੀਭ ਕਿੰਨੀ ਸੋਲ ਹੋਏਗੀ ਉਹਦੀ? ਬੋਲੋ, ਜੇ ਉਹਦਾ ਸਰੀਰ ਇੰਨਾ ਸੋਲ ਆ ਤੇ ਉਹਦੀ ਜੀਭ ਕਿੰਨੀ ਸੋਲ ਹੋਏਗੀ? ਤੇ ਪੱਥਰ ਚੱਟਣ ਤੋਂ ਬਾਅਦ ਕੁਝ ਖਾਣ ਜੋਗੀ ਰਹੂਗੀ? ਬੋਲੋ ਹਾਲੇਲੂਇਆ। ਐ ਨਾ ਹੋਵੇ ਮੁੜ ਕੇ ਪੱਥਰ ਚੱਟ ਕੇ ਮੁੜਨਾ ਪਵੇ, ਫੇ ਔਖਾ ਹੋ ਜਾਣਾ। ਜੇ ਰੱਬ ਨੇ ਮੌਕਾ ਦਿੱਤਾ ਆ, ਮੂਸਾ ਦੀ ਇਸ ਗੱਲ ਨੂੰ ਪੱਲੇ ਬੰਨ ਲਓ ਕਿ ਯਹੋਵਾ ਦਾ ਡਰ ਰੱਖੋ, ਸਹੀ ਉਪਾਸਨਾ ਕਰੋ ਤੇ ਉਹਦੇ ਨਾਲ ਲੱਗੇ ਰਹੋ। ਸ਼ੈਤਾਨ ਦੀ ਯੋਜਨਾ ਹੈ ਤੁਹਾਨੂੰ ਉਹ ਤੋਂ ਵੱਖਰੇ ਕਰਨ ਦੀ, ਤੇ ਸ਼ੈਤਾਨ ਨੇ ਬਾਹਰੋਂ ਆ ਕੇ ਨਹੀਂ ਕਿਸੇ ਨੇ ਕਹਿਣਾ, ਤੁਹਾਡੀ ਸੋਚ, ਤੁਹਾਡੀ ਸਮਝ ਨੇ ਤੁਹਾਨੂੰ ਕਹਿਣਾ ਆ ਚੱਲ ਯਾਰ ਅਗਲੀ ਵਾਰ ਦੇਖੀ ਜਾਊਗੀ, ਚੱਲ ਅੱਜ ਦਾ ਦਿਨ ਰਹਿੰਦੇ ਨੇ ਫੇਰ ਦੇਖੀ ਜਾਊਗੀ। ਇਸੇ ਲਈ ਸੰਤ ਸੁਲੇਮਾਨ ਨੇ ਇਸ ਗੱਲ ਨੂੰ ਬਿਆਨ ਕੀਤਾ, ਆਪਣੇ ਪੂਰੇ ਦਿਲ ਨਾਲ ਯਹੋਵਾ ਤੇ ਭਰੋਸਾ ਰੱਖ, ਕਿਉਂਕਿ ਤੈਨੂੰ ਮੌਤ ਤੋਂ ਬਾਹਰ ਲੈ ਕੇ ਜਾਣਾ ਚਾਹੁੰਦਾ, ਤੈਨੂੰ ਦੁੱਖਾਂ ਚੋਂ ਬਾਹਰ ਲੈ ਕੇ ਜਾਣਾ ਚਾਹੁੰਦਾ, ਤੈਨੂੰ ਗੁਲਾਮੀ ਤੋਂ ਖਲਾਸੀ ਕਰਨੀ ਚਾਹੁੰਦਾ ਆ, ਤੈਨੂੰ ਆਜ਼ਾਦ ਕਰਨਾ ਚਾਹੁੰਦਾ, ਇੱਕ ਚੰਗੇ ਸਥਾਨ ਤੇ ਲੈ ਕੇ ਜਾਣਾ ਚਾਹੁੰਦਾ ਆ। ਤੇ ਆਪਣੀ ਸਮਝ ਉੱਤੇ ਇਤਬਾਰ ਨਾ ਕਰੀ, ਕਿਉਂਕਿ ਤੇਰੀ ਸਮਝ ਨੇ ਹੁਣ ਤੱਕ ਤੈਨੂੰ ਫੇਲ ਕੀਤਾ ਆ, ਅੱਗੇ ਵੀ ਤੈਨੂੰ ਉਹਨੇ ਫੇਲ ਕਰ ਦੇਣਾ। ਕਿਤੇ ਇਹ ਨਾ ਹੋਵੇ ਪਹਿਲਾਂ ਵੀ ਡਿੱਗਦਾ ਢਹਿੰਦਾ ਰਿਹਾ ਹੈ ਤੇ ਹੁਣ ਵੀ ਤੂੰ ਢਹਿ ਜਾਵੇਂ। ਇਸ ਲਈ ਆਪਣੀ ਸਮਝ ਤੇ ਵਿਸ਼ਵਾਸ ਨਾ ਕਰ, ਕੇਵਲ ਯਹੋਵਾ ਤੇ ਭਰੋਸਾ ਰੱਖ, ਉਹ ਤੈਨੂੰ ਬਚਾਵੇਗਾ। ਜਿੰਨੇ ਤੇਰੇ ਲਈ ਸਭ ਕੁਝ ਕੀਤਾ ਆ, ਜਿਹਨੇ ਤੇਰੇ ਲਈ ਸਭ ਕੁਝ ਪੈਦਾ ਕੀਤਾ, ਉਹ ਅੱਜ ਵੀ ਤੈਨੂੰ ਦੇਣ ਲਈ ਤਿਆਰ ਆ, ਪਰ ਆਪਣਾ ਭਰੋਸਾ ਉਹਦੇ ਉੱਤੇ ਲੈ ਕੇ ਆ। ਆਈਏ ਸਭ ਖੜੇ ਹੋਵਾਂਗੇ ਪ੍ਰਭੂ ਦੀ ਹਜ਼ੂਰੀ 'ਚ, ਇੱਥੇ ਹੀ ਵਚਨ ਨੂੰ ਵਿਸ਼ਰਾਮ ਦੇਵਾਂਗੇ, ਵਿਰਾਮ ਦੇਵਾਂਗੇ। ਅੱਜ ਸਭ